ਹੈਲੋ ਦੋਸਤੋ, ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰੇਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ। ਤੇ ਅੱਜ ਆਪਾਂ ਬਈ ਸਾਇੰਸ ਦੀ ਆਪਣੀ 5ਵੀਂ ਕਲਾਸ ਕਰਾਂਗੇ। ਠੀਕ ਹੈ, ਇਸ ਤੋਂ ਪਹਿਲਾਂ ਆਪਾਂ ਸਾਇੰਸ ਦੀ 4 ਕਲਾਸਾਂ ਕਰ ਚੁੱਕੇ ਹਾਂ। ਠੀਕ ਹੈ, 4 ਕਲਾਸਾਂ ਦੇ ਵਿੱਚ ਆਪਾਂ ਸਾਇੰਸ ਦੇ 4 ਅਲੱਗ-ਅਲੱਗ ਟੌਪਿਕ ਡਿਸਕਸ ਕਰ ਚੁੱਕੇ ਹਾਂ। ਇਸ ਤੋਂ ਇਲਾਵਾ 2 ਮੌਕ ਟੈਸਟ ਵੀ ਮੈਂ ਸਾਇੰਸ ਦੇ ਕਰਾ ਚੁੱਕਿਆ ਹਾਂ। ਠੀਕ ਹੈ, ਜਿਨ੍ਹਾਂ ਸਟੂਡੈਂਟਸ ਨੂੰ ਨਹੀਂ ਪਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਇੱਕ ਅਲੱਗ ਤੋਂ ਪਲੇਲਿਸਟ ਮਿਲ ਜੇਗੀ, ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਵੀ ਮਿਲ ਜੇਗਾ। ਠੀਕ ਹੈ, ਸਾਇੰਸ ਦੇ ਨਾਂ ਤੋਂ ਪਲੇਲਿਸਟ ਹੈ ਬਸ। ਠੀਕ ਹੈ, ਉਹਦੇ 'ਚ ਪੁਰਾਣੀ 6 ਕਲਾਸਾਂ ਹੈਗੀਆਂ। ਤੇ ਅੱਜ ਦਾ ਆਪਣਾ ਟੌਪਿਕ ਕੀ ਹੈ ਬਈ? ਅੱਜ ਦੇ ਆਪਣੇ ਟੌਪਿਕ ਦੇ ਵਿੱਚ ਆਪਾਂ ਗੈਸਾਂ ਤੋਂ ਪੁੱਛੇ ਗਏ ਘੱਟੋ ਘੱਟ 100 MCQ ਡਿਸਕਸ ਕਰਾਂਗੇ, ਜਿਹੜੇ ਪੁਰਾਣੇ ਪੇਪਰਾਂ 'ਚ ਪੁੱਛੇ ਗਏ। ਆਪਣੇ ਵੱਲੋਂ ਮੈਂ ਕੋਈ ਕ੍ਰੀਏਟ ਨਹੀਂ ਕਰਿਆ। ਠੀਕ ਹੈ, ਸਾਰੇ ਪ੍ਰੀਵੀਅਸ ਈਅਰ ਕੁਐਸਚਨ ਹੈ ਜਿਹੜੇ ਪਿਛਲੇ ਪੇਪਰਾਂ ਦੇ ਵਿੱਚ ਪੁੱਛੇ ਗਏ ਆ, ਸਾਰੇ ਇਕੱਠੇ ਕਰਕੇ ਤੁਹਾਡੇ ਵਾਸਤੇ ਲਿਆਏ ਅੱਜ। ਠੀਕ ਹੈ ਜੀ, ਕਰੀਏ ਫਿਰ ਕਲਾਸ ਨੂੰ ਸਟਾਰਟ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀ ਜਿਹੜੇ ਵੀ ਨਿਊ ਸਟੂਡੈਂਟ ਹੈਗੇ ਆ, ਤੇ ਅਲੱਗ-ਅਲੱਗ ਕਲਾਸਾਂ ਦੇ ਲਿੰਕ ਵਗੈਰਾ ਜਾਂ PDF ਵਾਸਤੇ ਠੀਕ ਹੈ ਤੁਸੀਂ ਸਾਡਾ ਟੈਲੀਗ੍ਰਾਮ ਚੈਨਲ ਵੀ ਜੁਆਇਨ ਕਰ ਸਕਦੇ ਹੋ। ਚਲੋ ਹੁਣ ਆਪਾਂ ਕੁਐਸਚਨ ਸਟਾਰਟ ਕਰਦੇ ਹਾਂ ਜੀ। ਬਿਲਕੁਲ ਬੇਸਿਕ ਕੁਐਸਚਨ ਵੀ ਹੋਣਗੇ ਤੇ ਵਧੀਆ ਲੈਵਲ ਦੇ ਕੁਐਸਚਨ ਵੀ ਹੋਣਗੇ। ਸਾਰੇ ਕੁਐਸਚਨ ਮਿਕਸ ਹੈ, ਨਾਲ ਦੀ ਨਾਲ ਆਪਾਂ ਕੁਝ ਟੌਪਿਕ ਵੀ ਡਿਸਕਸ ਕਰ ਲਾਂਗੇ। ਠੀਕ ਹੈ, ਤਾਂ ਸਭ ਤੋਂ ਪਹਿਲਾ ਕੁਐਸਚਨ ਕੀ ਹੈ ਜੀ? ਹੇਠਲੇ ਵਾਯੂਮੰਡਲ ਵਿੱਚ ਕਿਸ ਗੈਸ ਦੀ ਸਭ ਤੋਂ ਵੱਧ ਮਾਤਰਾ ਹੈ? ਠੀਕ ਹੈ, ਹੇਠਲਾ ਵਾਯੂਮੰਡਲ ਮਤਲਬ ਜਿਹੜਾ ਆਪਣੇ ਧਰਤੀ ਹੋ ਗਈ, ਮੰਨ ਲਓ ਇਹ ਅਰਥ ਹੋ ਗਈ। ਤਾਂ ਅਰਥ ਦੇ ਜੇ ਆਪਾਂ ਦੇਖਦੇ ਹਾਂ ਲਗਭਗ ਵੀ 1600 ਕਿਲੋਮੀਟਰ, ਹਾਲਾਂਕਿ ਅਲੱਗ-ਅਲੱਗ ਬੁੱਕ ਦੇ ਵਿੱਚ ਅਲੱਗ-ਅਲੱਗ ਹੀ ਲਿਖਿਆ ਮਿਲਦਾ ਹੈ, ਬਟ 1600 ਕਿਲੋਮੀਟਰ ਤੱਕ ਕਿਹਾ ਜਾਂਦਾ ਕਿ ਆਪਣਾ ਧਰਤੀ ਦਾ ਐਟਮੋਸਫੇਅਰ ਹੈ। ਬਟ ਜਿਹੜਾ ਮੈਜੋਰਟੀ ਦੇ ਵਿੱਚ ਐਟਮੋਸਫੇਅਰ ਹੈ, ਗੈਸਾਂ ਹੈਗੀਆਂ, ਉਹ ਸਾਰੀ ਧਰਤੀ ਦੇ ਨੇੜੇ ਤੇੜੇ ਹੀ ਮਿਲਦੀਆਂ। ਲਗਭਗ 30-35 ਕਿਲੋਮੀਟਰ ਦਾ ਏਰੀਆ ਸਾਰਾ ਗੈਸਾਂ ਸਭ ਕੁਝ ਇੱਥੇ ਹੀ ਮਿਲ ਜਾਂਦਾ ਹੈ। ਠੀਕ ਹੈ, ਹਲਕੀ ਫੁਲਕੀ ਗੈਸਾਂ ਥੋੜੀ ਉੱਪਰ ਮਿਲਦੀਆਂ, ਬਸ 200 ਕਿਲੋਮੀਟਰ ਤੱਕ ਦਾ ਏਰੀਆ ਤੁਸੀਂ ਮੰਨ ਕੇ ਚੱਲ ਸਕਦੇ ਹੋ ਧਰਤੀ ਤੋਂ। ਠੀਕ ਹੈ, ਜਿਹੜੀ ਹਲਕੀ ਫੁਲਕੀ ਗੈਸਾਂ ਹੈ। ਠੀਕ ਹੈ, ਜੇ ਕਦੇ ਵੀ ਪੁੱਛਣ ਕਿ ਧਰਤੀ ਦੇ ਆਲੇ ਦੁਆਲੇ ਜਿਹੜਾ ਵਾਯੂਮੰਡਲ ਹੈ, ਗੈਸਾਂ ਦਾ ਜਿਹੜਾ ਗੁਬਾਰ ਬਣਿਆ ਹੋਇਆ ਧਰਤੀ ਦੇ ਆਲੇ ਦੁਆਲੇ, ਉਹ ਕਿੰਨੇ ਕਿਲੋਮੀਟਰ ਤੱਕ ਹੈ? ਉਹ 200 ਕਿਲੋਮੀਟਰ ਤੱਕ ਹੈ। ਠੀਕ ਹੈ, ਤੇ ਉਸ ਤੋਂ ਵੀ ਥੱਲੇ ਮਤਲਬ ਤੁਸੀਂ ਸਮਝੋ ਕਿ 30-35 ਕਿਲੋਮੀਟਰ ਤੱਕ ਜਿੰਨੀ ਵੀ ਗੈਸਾਂ ਹੈਗੀਆਂ ਵਾਯੂਮੰਡਲ ਦੀ, ਉਹਨਾਂ ਦਾ 90-95% ਤੱਕ ਤੁਹਾਨੂੰ 30-35 ਕਿਲੋਮੀਟਰ ਤੱਕ ਹੀ ਮਿਲ ਜਾਏਗਾ ਸਾਰਾ ਕੁਝ। ਠੀਕ ਹੈ, ਕਿਉਂਕਿ ਇਹ ਸਾਰਾ ਵਾਯੂਮੰਡਲ ਕਿਉਂ ਰੁਕਿਆ ਹੋਇਆ ਧਰਤੀ ਦੇ ਨੇੜੇ ਤੇੜੇ? ਕਿਉਂਕਿ ਧਰਤੀ ਦੇ ਵਿੱਚ ਹੈ ਗ੍ਰੈਵਿਟੀ ਨੇ ਉਹਨਾਂ ਗੈਸਾਂ ਨੂੰ ਆਪਣੇ ਵੱਲ ਅਟਰੈਕਟ ਕਰਿਆ ਹੋਇਆ। ਠੀਕ ਹੈ, ਉਹ ਸਾਰੀ ਗੈਸਾਂ ਧਰਤੀ ਦੇ ਆਲੇ ਦੁਆਲੇ ਹੈਗੀਆਂ। ਓਕੇ ਬਈ, ਤਾਂ ਇਹੀ ਕੁਐਸਚਨ ਹੈ ਕਿ ਇਹ ਜਿਹੜਾ ਆਪਣਾ ਹੇਠਲਾ ਵਾਯੂਮੰਡਲ ਹੈ, ਇਹਦੇ 'ਚ ਸਭ ਤੋਂ ਜ਼ਿਆਦਾ ਕਿਹੜੀ ਗੈਸ ਹੈ? ਤਾਂ ਬਈ ਵਾਯੂਮੰਡਲ ਦੇ ਵਿੱਚ ਆਪਾਂ ਜਿਓਗ੍ਰਾਫੀ 'ਚ ਵੀ ਪੜ੍ਹਦੇ ਹਾਂ ਕਿ ਵਾਯੂਮੰਡਲ ਦੇ ਵਿੱਚ ਸਭ ਤੋਂ ਜ਼ਿਆਦਾ ਹੈਗੀ ਹੈ ਨਾਈਟ੍ਰੋਜਨ ਗੈਸ। ਕਿਹੜੀ ਗੈਸ ਹੈ? ਨਾਈਟ੍ਰੋਜਨ ਗੈਸ ਹੈਗੀ ਹੈ। ਓਕੇ, ਨਾਈਟ੍ਰੋਜਨ ਗੈਸ ਹੈ। ਨਾਈਟ੍ਰੋਜਨ ਤੋਂ ਇਲਾਵਾ ਤਾਂ ਇਹ ਲਿਓ ਬਈ, ਸੁਪਰ ਇੰਪੋਰਟੈਂਟ ਸਲਾਈਡ ਹੈ। ਠੀਕ ਹੈ, ਨਾਈਟ੍ਰੋਜਨ ਤੋਂ ਇਲਾਵਾ ਆਕਸੀਜਨ ਹੈ, ਆਰਗਨ, ਕਾਰਬਨ ਡਾਈਆਕਸਾਈਡ ਤੇ ਨਿਓਨ। ਇਹ ਟੌਪ ਦੀ 5 ਗੈਸਾਂ ਹੈਗੀਆਂ ਜਿਹੜੀ ਯਾਦ ਰੱਖਣੀ ਹੀ ਰੱਖਣੀ ਹੈ, ਨਾਲੇ ਪਰਸੈਂਟੇਜ ਵੀ ਯਾਦ ਰੱਖਣੀ ਹੈ। ਨਾਈਟ੍ਰੋਜਨ ਕਿੰਨੇ ਪਰਸੈਂਟ ਹੈ? 78% ਹੈ। ਓਕੇ ਬਈ, ਆਕਸੀਜਨ ਕਿੰਨੇ ਪਰਸੈਂਟ ਹੈ? ਆਕਸੀਜਨ 21% ਹੈ। ਆਰਗਨ ਕਿੰਨੇ ਪਰਸੈਂਟ ਹੈ? ਆਰਗਨ 0.93% ਹੈ। ਕਾਰਬਨ ਡਾਈਆਕਸਾਈਡ 0.03 ਹੈ, ਨਾ ਕਿ 0.3। ਠੀਕ ਹੈ, 0.03% ਹੈ। ਨਿਓਨ 0.0018%। ਸਾਰੀ ਯਾਦ ਰੱਖਣੀ ਹੈ, ਤੇ ਨਾਲੇ ਇਹ ਵੀ ਯਾਦ ਰੱਖਣਾ ਹੈ ਕਿ ਤੀਜੇ ਨੰਬਰ ਤੇ ਕਿਹੜੀ ਗੈਸ ਹੈ, ਕਿਉਂਕਿ ਇਹ ਕੁਐਸਚਨ ਬਹੁਤ ਕਾਮਨ ਹੈ। ਤੀਜੇ ਨੰਬਰ ਤੇ ਆਰਗਨ ਹੈਗੀ ਹੈ, ਕਾਰਬਨ ਡਾਈਆਕਸਾਈਡ ਨਹੀਂ ਹੈ। ਬਹੁਤ ਬੱਚਾ ਕਨਫਿਊਜ਼ ਰਹਿੰਦਾ ਹੈ। ਠੀਕ ਹੈ, ਤੀਜੇ ਨੰਬਰ ਤੇ ਆਰਗਨ ਗੈਸ ਹੈ, ਯਾਦ ਰੱਖਣਾ। ਇਹ ਪੁੱਛਿਆ ਜਾਂਦਾ ਹੈ, ਸਭ ਤੋਂ ਕਾਮਨ ਇਹਨਾਂ ਦੇ ਵਿੱਚ 2 ਹੀ ਕੁਐਸਚਨ ਹੈ। ਪਹਿਲੇ ਨੰਬਰ ਤੇ ਕਿਹੜੀ ਗੈਸ ਹੈ? ਨਾਈਟ੍ਰੋਜਨ 78%। ਤੀਜੇ ਨੰਬਰ ਤੇ ਕਿਹੜੀ ਗੈਸ ਹੈ? ਤੀਜੇ ਨੰਬਰ ਤੇ ਆਰਗਨ ਹੈ, ਯਾਦ ਰੱਖਣਾ। ਠੀਕ ਹੈ, ਇਸ ਤੋਂ ਇਲਾਵਾ ਹੀਲੀਅਮ, ਓਜ਼ੋਨ, ਹਾਈਡਰੋਜਨ, ਜ਼ੀਨੋਨ, ਕ੍ਰਿਪਟੋਨ, ਸਾਰੀ ਗੈਸਾਂ ਹੀ ਮਿਲਦੀਆਂ ਹੀ ਹੈ। ਠੀਕ ਹੈ, ਯਾਦ ਰੱਖਣਾ ਵੀ ਸਾਰਾ। ਨੈਕਸਟ ਕੁਐਸਚਨ ਤੇ ਆਓ ਜੀ। ਹੇਠਾਂ ਲਿਖੇ ਤੱਤਾਂ ਵਿੱਚੋਂ ਕਿਹੜਾ ਇੱਕ ਨੋਬਲ ਗੈਸ ਦੀ ਉਦਾਹਰਣ ਹੈ? ਤਾਂ ਇਹ 4 ਗੈਸਾਂ ਹੈਗੀਆਂ ਤੁਹਾਡੇ ਕੋਲ, ਇਹਨਾਂ ਵਿੱਚੋਂ ਕਿਹੜੀ ਇੱਕ ਨੋਬਲ ਗੈਸ ਹੈ? ਹੁਣ ਇਹ ਨੋਬਲ ਗੈਸ ਕੀ ਹੁੰਦਾ? ਨੋਬਲ ਗੈਸ ਪੀਰੀਓਡਿਕ ਟੇਬਲ ਦਾ ਤੁਸੀਂ 18ਵਾਂ ਉਹ ਦੇਖਿਆ ਹੋਣਾ ਗਰੁੱਪ, ਉਹਦੇ 'ਚ ਨੋਬਲ ਗੈਸਾਂ ਲਿਖੀ ਹੋਈਆਂ। ਜੇ ਨਹੀਂ ਪਤਾ ਪੀਰੀਓਡਿਕ ਟੇਬਲ ਬਾਰੇ, ਉਹ ਵੀ ਛੱਡ ਦਿਓ, ਆਪਾਂ ਪੀਰੀਓਡਿਕ ਟੇਬਲ ਕਿਸੇ ਹੋਰ ਕਲਾਸ 'ਚ ਡਿਸਕਸ ਕਰ ਲਾਂਗੇ। ਨੋਬਲ ਗੈਸਾਂ ਅਜਿਹੀ ਗੈਸਾਂ ਹੁੰਦੀਆਂ ਜਿਹੜੀ ਬਹੁਤ ਹੀ ਘੱਟ ਰਿਐਕਟਿਵ ਹੁੰਦੀਆਂ, ਬਹੁਤ ਹੀ ਘੱਟ ਕਿਰਿਆ ਕਰਦੀਆਂ ਦੂਜੀ ਗੈਸਾਂ ਦੇ ਨਾਲ, ਬਹੁਤ ਹੀ ਘੱਟ ਕਿਰਿਆਸ਼ੀਲ ਗੈਸਾਂ ਹੁੰਦੀਆਂ, ਸਮੈਲ ਨਹੀਂ ਹੁੰਦੀ। ਸਾਰਾ ਕੁਝ ਇਹਨਾਂ ਬਾਰੇ ਮੈਂ ਤੁਹਾਨੂੰ ਦਿਖਾਉਂਦਾ, ਇਹ ਯਾਦ ਰੱਖਿਓ। ਚਲੋ ਬਾਕੀ ਬਾਅਦ 'ਚ ਦੇਖਾਂਗੇ ਇਸ ਕੁਐਸਚਨ ਨੂੰ, ਪਹਿਲਾਂ ਨੋਬਲ ਗੈਸਾਂ ਬਾਰੇ ਹੀ ਪੜ੍ਹ ਲੈਂਦੇ ਆ। ਠੀਕ ਹੈ, ਤਾਂ ਇਹ ਸਾਰੀਆਂ ਗੈਸਾਂ ਜਿਹੜੀ ਵੀ ਨੋਬਲ ਗੈਸਾਂ ਹੈਗੀਆਂ, ਸਾਰੀ ਗੰਧਹੀਣ ਹੁੰਦੀਆਂ, ਮਤਲਬ ਸਮੈਲ ਨਹੀਂ ਇਹਨਾਂ ਦੀ ਹੁੰਦੀ। ਰੰਗ ਰਹਿਤ ਹੁੰਦੀਆਂ, ਕਲਰਲੈਸ ਹੁੰਦੀਆਂ, ਯਾਨੀ ਕਿ ਮੋਨੋਐਟੋਮਿਕ ਗੈਸਾਂ ਹੁੰਦੀਆਂ। ਮੋਨੋਐਟੋਮਿਕ ਕੀ ਹੁੰਦਾ ਹੈ? ਅੱਗੇ ਕੁਐਸਚਨ ਆਏਗਾ, ਉੱਥੇ ਕਵਰ ਕਰੂੰਗਾ। ਮੋਨੋਐਟੋਮਿਕ ਗੈਸਾਂ ਹੁੰਦੀਆਂ ਹਨ ਤੇ ਬਹੁਤ ਹੀ ਘੱਟ
ਰਸਾਇਣਿਕ ਪ੍ਰਤੀਕਿਰਿਆਸ਼ੀਲ ਵਾਲੀ ਗੈਸਾਂ ਹਨ, ਬਹੁਤ ਹੀ ਘੱਟ ਕਿਰਿਆ ਕਰਦੀਆਂ ਦੂਜਿਆਂ ਦੇ ਨਾਲ, ਠੀਕ ਹੈ। ਉਹਨਾਂ ਨੂੰ ਆਪਾਂ ਨੋਬਲ ਗੈਸਾਂ ਬੋਲਦੇ ਹਾਂ। ਕੁਦਰਤੀ ਇਹ 6 ਨੋਬਲ ਗੈਸਾਂ ਆਪਣੇ ਕੋਲ ਹੈਗੀਆਂ। ਮੋਸਟ ਇੰਪੋਰਟੈਂਟ ਹੈਗਾ ਬਾਈ, ਮੋਸਟ ਇੰਪੋਰਟੈਂਟ ਹੈ, ਯਾਦ ਰੱਖਣਾ ਹੀ ਰੱਖਣਾ ਹੈ ਹਰ ਹਾਲ, ਕਿ ਹੀਲੀਅਮ ਵੀ ਇੱਕ ਆਪਣੀ ਨੋਬਲ ਗੈਸ ਹੈ, ਕ੍ਰਿਪਟੋਨ ਵੀ ਨੋਬਲ ਗੈਸ ਹੈ ਜੀ, ਰੈਡੋਨ ਵੀ ਨੋਬਲ ਗੈਸ ਹੈ, ਨਿਓਨ ਵੀ ਨੋਬਲ ਗੈਸ ਹੈ, ਜ਼ੀਨੋਨ ਵੀ ਤੇ ਆਰਗਨ ਵੀ। ਅੰਡਰਸਟੈਂਡ, ਸਮਝੇ। ਡਾਇਰੈਕਟ ਆਂਦਾ ਤੁਹਾਨੂੰ 4 ਆਪਸ਼ਨ ਦੇਣਗੇ, ਕਹਿਣਗੇ ਇਹਨਾਂ ਵਿੱਚੋਂ ਕਿਹੜੀ ਇੱਕ ਨੋਬਲ ਗੈਸ ਹੈਗੀ ਹੈ, ਜਾਂ 4 ਆਪਸ਼ਨ ਦੇ ਕੇ ਕਹਿਣਗੇ ਇਹਨਾਂ ਵਿੱਚੋਂ ਕਿਹੜੀ ਨੋਬਲ ਗੈਸ ਨਹੀਂ ਹੈ। ਤਾਂ ਆਪਾਂ ਨੂੰ 6 ਦੇ 6 ਬਾਰੇ ਐਗਜ਼ੈਕਟ ਪਤਾ ਹੋਣਾ ਚਾਹੀਦਾ ਹੈ, ਨਾਲੇ ਇਹਨਾਂ ਦੇ ਸਿੰਬਲ ਵੀ ਯਾਦ ਹੋਣੇ ਚਾਹੀਦੇ ਆ। ਨਿਓਨ ਨੂੰ ਆਪਾਂ Ne ਲਿਖਦੇ ਆ, ਆਰਗਨ ਨੂੰ Ar, ਜ਼ੀਨੋਨ ਨੂੰ Xe, ਰੈਡੋਨ ਨੂੰ Rn, ਕ੍ਰਿਪਟੋਨ ਨੂੰ Kr, ਹੀਲੀਅਮ ਨੂੰ H2। ਹੁਣ ਇਹ ਦੇਖੋ ਬਈ, ਇਹਨਾਂ ਸਾਰੀ ਗੈਸਾਂ ਦੇ ਵਿੱਚ ਜੇ ਮੈਂ ਤੁਹਾਨੂੰ ਪੁੱਛਾਂ ਇਹਨਾਂ 6 ਗੈਸਾਂ ਦੇ ਵਿੱਚ, ਕੁਐਸਚਨ ਧਿਆਨ ਨਾਲ ਸੁਣੋ, ਵਾਯੂਮੰਡਲ ਵਿੱਚ ਕਿਹੜੀ ਸਭ ਤੋਂ ਜ਼ਿਆਦਾ ਨੋਬਲ ਗੈਸ ਮਿਲਦੀ ਹੈ? ਤਾਂ ਵਾਯੂਮੰਡਲ ਦੇ ਵਿੱਚ ਦੇਖੋ, ਕੁਐਸਚਨ 2 ਹੋ ਗਏ। ਵਾਯੂਮੰਡਲ ਦੇ ਵਿੱਚ ਸਭ ਤੋਂ ਜ਼ਿਆਦਾ ਗੈਸ ਮਿਲਦੀ ਹੈ ਨਾਈਟ੍ਰੋਜਨ, ਪਰ ਉਹ ਕਿਹੜੀ ਗੈਸ ਹੋਈ? ਉਹ ਦੂਜੀ ਗੈਸ ਹੋ ਗਈ, ਨੋਬਲ ਗੈਸ ਨਹੀਂ ਹੈ। ਫਿਰ ਕੁਐਸਚਨ ਹੈ ਵਾਯੂਮੰਡਲ ਵਿੱਚ ਸਭ ਤੋਂ ਜ਼ਿਆਦਾ ਕਿਹੜੀ ਨੋਬਲ ਗੈਸ ਹੈ? ਤਾਂ ਨੋਬਲ ਗੈਸ ਇਹਨਾਂ 6 ਦੇ ਵਿੱਚੋਂ ਦੱਸਣੀ ਹੈ ਕਿ ਵਾਯੂਮੰਡਲ ਵਿੱਚ ਸਭ ਤੋਂ ਜ਼ਿਆਦਾ ਕਿਹੜੀ ਮਿਲਦੀ ਹੈ। ਤਾਂ ਵਾਯੂਮੰਡਲ ਵਿੱਚ ਸਭ ਤੋਂ ਜ਼ਿਆਦਾ ਨੋਬਲ ਗੈਸ ਮਿਲਦੀ ਹੈ ਆਰਗਨ, ਸਮਝਿਓ। ਹੁਣ ਇਸੇ ਕੁਐਸਚਨ ਨੂੰ, ਇਸ ਤੋਂ ਵੀ ਪਿਛਲੇ ਵਾਲਾ ਜਿਹੜਾ ਸੀਗਾ, ਇਸ ਕੁਐਸਚਨ ਨੂੰ ਦੇਖੋ, ਹੁਣ ਸਮਝਿਓ ਨਾ। ਦੇਖੋ, ਵਾਯੂਮੰਡਲ ਵਿੱਚ ਕਿਸ ਗੈਸ ਦੀ ਸਭ ਤੋਂ ਵੱਧ ਮਾਤਰਾ ਹੈ? ਨਾਈਟ੍ਰੋਜਨ ਦੀ ਹੈ। ਜੇ ਮੈਂ ਇੱਥੇ ਹੀ ਇੱਕ ਵਰਡ ਐਡ ਕਰਦਾ ਕਿ ਵਾਯੂਮੰਡਲ ਵਿੱਚ ਕਿਸ ਨੋਬਲ ਗੈਸ ਦੀ, ਜੇ ਮੈਂ ਇੱਥੇ ਨੋਬਲ ਲਿਖਦਾ, ਕਿਸ ਨੋਬਲ ਗੈਸ ਦੀ ਮਾਤਰਾ ਸਭ ਤੋਂ ਵੱਧ ਹੈ, ਤਾਂ ਆਨਸਰ ਹੋ ਗਿਆ ਆਪਣਾ ਆਰਗਨ। ਅੰਡਰਸਟੈਂਡ ਬਈ, 2 ਕੁਐਸਚਨ ਇੱਥੇ ਹੋ ਗਏ ਤੁਹਾਡੇ। ਬਾਕੀ ਅੱਗੇ ਚੱਲਦੇ ਹਾਂ। ਹੁਣ ਦੇਖੋ, ਹੇਠ ਲਿਖੇ ਤੱਤਾਂ ਵਿੱਚੋਂ ਕਿਹੜਾ ਇੱਕ ਨੋਬਲ ਗੈਸ ਹੈ? ਤਾਂ ਇਹ 4 ਲਿਖੇ ਹੋਏ ਨੇ, ਚੋਂ ਕਿਹੜੀ ਨੋਬਲ ਹੈ? ਨਾ ਨਾਈਟ੍ਰੋਜਨ ਨੋਬਲ ਹੈ, ਨਾ ਹਾਈਡਰੋਜਨ ਆਪਾਂ ਨੇ ਦੇਖੀ, ਨਾ ਕਲੋਰੀਨ। ਹੀਲੀਅਮ ਹੈਗਾ ਆ, ਹੀਲੀਅਮ ਨੋਬਲ ਗੈਸ ਹੈ, ਹੀਲੀਅਮ ਗੈਸ ਨੋਬਲ ਗੈਸ ਹੈ, ਠੀਕ ਹੈ, ਸਮਝਿਓ ਨਾ। ਆ ਦੇਖ ਲਓ, ਇਹ 6 ਆਪਣੀ ਨੋਬਲ ਗੈਸਾਂ ਹੈਗੀਆਂ। ਅੰਡਰਸਟੈਂਡ ਬਈ, ਪੱਕਾ, ਕੋਈ ਕਨਫਿਊਜ਼ਨ ਤਾਂ ਨਹੀਂ? ਚਲੋ ਫਿਰ ਅੱਗੇ ਆਓ। ਵਾਯੂਮੰਡਲ ਵਿੱਚ ਸਭ ਤੋਂ ਵੱਧ ਭਰਪੂਰ ਇਨਰਟ ਗੈਸ ਕਿਹੜੀ ਹੈ? ਹੁਣ ਇਹ ਇਨਰਟ ਗੈਸ ਕਿਹੜੀ ਹੁੰਦੀ ਹੈ? ਇਨਰਟ ਗੈਸ ਕੁਛ ਨਹੀਂ, ਜਿਹੜੀ ਨੋਬਲ ਹੈ ਉਹੀ ਇਨਰਟ ਗੈਸ ਹੈ, ਠੀਕ ਹੈ। ਜਿਹੜੀ ਨੋਬਲ ਗੈਸ ਹੈ ਉਹੀ ਇਨਰਟ ਗੈਸ ਹੈ। ਚਲੋ ਕੁਐਸਚਨ ਹੋ ਗਿਆ। ਹੁਣ ਦੱਸੋ, ਵਾਯੂਮੰਡਲ ਵਿੱਚ ਸਭ ਤੋਂ ਜ਼ਿਆਦਾ ਕਿਹੜੀ ਨੋਬਲ ਗੈਸ ਹੈ? ਤਾਂ ਹੁਣੇ ਤਾਂ ਮੈਂ ਦੱਸ ਕੇ ਹਟਿਆ, ਵਾਯੂਮੰਡਲ ਵਿੱਚ ਸਭ ਤੋਂ ਜ਼ਿਆਦਾ ਗੈਸ ਨਾਈਟ੍ਰੋਜਨ ਹੈ, ਬਟ ਜੇ ਸਭ ਤੋਂ ਜ਼ਿਆਦਾ ਨੋਬਲ ਪੁੱਛਦੇ ਆ ਤਾਂ ਆਰਗਨ ਹੈ। ਸਮਝੇ ਗੱਲ ਨੂੰ? ਚਲੋ, ਇਨਰਟ ਗੈਸ ਨੋਬਲ ਗੈਸ ਸੇਮ ਹੀ ਹੈ। ਬਾਕੀ ਕੁਝ ਦੇਖ ਲੈਂਦੇ ਆ ਪੁਆਇੰਟ ਨੋਬਲ ਗੈਸਾਂ ਬਾਰੇ, ਇਨਰਟ ਗੈਸਾਂ ਬਾਰੇ, ਠੀਕ ਹੈ। ਤਾਂ ਇਨਰਟ ਸ਼ਬਦ ਦਾ ਮਤਲਬ ਕੀ ਹੁੰਦਾ? ਇਨਰਟ ਸ਼ਬਦ ਦਾ ਮਤਲਬ ਹੈ ਜਿਹੜੇ ਰਸਾਇਣਿਕ ਤੌਰ ਤੇ ਪ੍ਰਕਿਰਿਆਸ਼ੀਲ ਨਹੀਂ ਹੁੰਦੇ। ਉਹੀ ਗੱਲ ਹੈ, ਮੈਂ ਤੁਹਾਨੂੰ ਦੱਸਿਆ ਨੋਬਲ ਗੈਸ ਕਿਹੜੀ ਹੁੰਦੀ ਹੈ? ਜਿਹੜੀ ਪ੍ਰਤੀਕਿਰਿਆ ਨਹੀਂ ਕਰਦੀ, ਕਿਰਿਆ ਨਹੀਂ ਕਰਦੀ ਕਿਸੇ ਦੇ ਨਾਲ, ਠੀਕ ਹੈ। ਇਹਨਾਂ ਗੈਸਾਂ ਨੂੰ ਨੋਬਲ ਗੈਸਾਂ ਵੀ ਕਿਹਾ ਜਾਂਦਾ ਹੈ, ਇਹਨਾਂ ਗੈਸਾਂ ਨੂੰ ਐਰੋਜ਼ਨ ਗੈਸਾਂ ਵੀ ਕਿਹਾ ਜਾਂਦਾ ਹੈ। ਯਾਨੀ ਨੋਬਲ, ਇਨਰਟ, ਐਰੋਜ਼ਨ, ਇੱਕ ਹੀ ਮਤਲਬ ਹੋ ਗਿਆ ਸਾਰਿਆਂ ਦਾ, ਠੀਕ ਹੈ। ਖੋਜ ਬਾਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਨੋਬਲ ਗੈਸਾਂ ਦੀ ਜਾਂ ਇਨਰਟ ਗੈਸਾਂ ਦੀ ਜਾਂ ਐਰੋਜ਼ਨ ਦੀ ਖੋਜ ਕਿਹਨੇ ਕਰੀ ਹੈ? ਵਿਲੀਅਮ ਰਾਮਸੇ। ਸੁਪਰ ਇੰਪੋਰਟੈਂਟ ਹੈ, ਵਿਲੀਅਮ ਰਾਮਸੇ ਯਾਦ ਰੱਖਣਾ ਹੈ। ਬਾਕੀ ਇਹ ਵੀ ਪੁੱਛ ਲੈਂਦੇ ਆ, ਜਿਹੜੀ ਆਵਰਤੀ ਸਾਰਣੀ ਹੈ, ਪੀਰੀਓਡਿਕ ਟੇਬਲ ਹੈ, ਕੈਮਿਸਟਰੀ ਚ ਪੜਿਆ ਹੋਣਾ ਤੁਸੀਂ, ਰਸਾਇਣਿਕ ਵਿਗਿਆਨ ਚ 10ਵੀਂ ਦੇ ਵਿੱਚ ਵੀ ਪੜ੍ਹਦੇ ਆਪਾਂ, ਜੇ ਤੁਸੀਂ ਨਹੀਂ +1 +2 ਚ ਸਾਇੰਸ ਲਈ ਸੀ। ਤਾਂ ਪੀਰੀਓਡਿਕ ਟੇਬਲ ਦੇ ਵਿੱਚ ਟੋਟਲ 18 ਗਰੁੱਪ ਹੈਗੇ ਆ। ਕਿੰਨੇ ਗਰੁੱਪ ਹੈ ਟੋਟਲ? 18। ਜਿਹੜਾ ਸਭ ਤੋਂ ਆਖਰੀ ਹੈ, ਲਾਸਟ ਵਾਲਾ, ਉਹ 18ਵਾਂ ਹੀ ਹੈ, ਠੀਕ ਹੈ। ਉਹਦੇ ਵਿੱਚ ਆਪਾਂ ਨੂੰ ਨੋਬਲ ਗੈਸਾਂ ਮਿਲਦੀਆਂ। ਤਾਂ ਇਹ ਯਾਦ ਰੱਖਣਾ, ਇਹ ਪੁੱਛਿਆ ਜਾਂਦਾ ਹੈ ਜਿਹੜੀ ਨੋਬਲ ਗੈਸਾਂ ਹੈ ਉਹ ਕਿਹੜੇ ਗਰੁੱਪ ਦੇ ਵਿੱਚ ਹੈ? 18ਵੇਂ ਗਰੁੱਪ ਦੇ ਵਿੱਚ ਹੈ। ਇਸ ਗਰੁੱਪ ਨੂੰ ਜ਼ੀਰੋ ਗਰੁੱਪ ਵੀ ਕਿਹਾ ਜਾਂਦਾ ਹੈ। ਜਿਹੜਾ ਪੀਰੀਓਡਿਕ ਟੇਬਲ ਦਾ 18ਵਾਂ ਗਰੁੱਪ ਹੈ ਉਹਨੂੰ ਆਪਾਂ ਜ਼ੀਰੋ ਗਰੁੱਪ ਵੀ ਬੋਲਦੇ ਆ। ਇਹ ਯਾਦ ਰੱਖਣ ਵਾਲੇ ਸਾਰੇ ਪੁਆਇੰਟ ਹੈ, ਕੋਈ ਵੀ ਪੁਆਇੰਟ ਅਜਿਹਾ ਨਹੀਂ ਜਿਹਨੂੰ ਤੁਸੀਂ ਸਕਿਪ ਕਰ ਸਕਦੇ ਹੋ, ਸਾਰੇ ਕੁਐਸਚਨ ਹੈ। ਚਲੋ ਫਿਰ ਅੱਗੇ ਲਿਓ ਜੀ, ਇਨਰਟ ਗੈਸਾਂ ਦੱਸੋ ਜੀ ਕਿਹੜੀ ਹੈ? ਹੁਣ ਤਾਂ ਗਲਤ ਨਹੀਂ ਹੋਣਾ ਚਾਹੀਦਾ, ਹੁਣ ਤਾਂ ਪਤਾ ਲੱਗਿਆ ਇਨਰਟ ਗੈਸਾਂ ਐਰੋਜ਼ਨ ਜਾਂ ਨੋਬਲ ਬਾਰੇ, ਜਿਹੜੀ ਰਸਾਇਣਿਕ ਤੌਰ ਤੇ ਕਿਰਿਆਸ਼ੀਲ ਨਹੀਂ ਹੁੰਦੀਆਂ, ਹਨਾ, ਪ੍ਰਤੀਕਿਰਿਆਸ਼ੀਲ ਨਹੀਂ ਹੁੰਦੀਆਂ। ਤਾਂ ਰਸਾਇਣਿਕ ਤੌਰ ਤੇ ਪ੍ਰਤੀਕਿਰਿਆਸ਼ੀਲ ਨਹੀਂ ਹੈ ਕਿ ਬਈ, ਸਮਝੇ ਕਿ ਨਹੀਂ ਸਮਝੇ? ਤੁਸੀਂ ਸਮਝ ਗਏ ਹੁਣੇ ਹੁਣ ਕਿ ਇਨਰਟ ਗੈਸਾਂ, ਨੋਬਲ ਗੈਸਾਂ, ਐਰੋਜ਼ਨ ਇਹ ਕੀ ਚੀਜ਼ ਹੈ, ਸਾਰਾ ਕੁਝ ਹੈ ਨਾ। 6 ਹੈਗੀਆਂ ਟੋਟਲ, ਉਹਨਾਂ ਦੇ ਨਾਮ ਵੀ ਤੁਹਾਨੂੰ ਪਤਾ ਲੱਗ ਗਏ ਹੋਣੇ। ਚਲਿਏ ਫਿਰ ਅਗਲੇ ਕੁਐਸਚਨ ਤੇ ਚਲੋ ਫਿਰ। ਹਾਂਜੀ ਲਿਓ, ਦੱਸੋ, ਹੁਣ ਨਹੀਂ ਗਲਤ ਹੋਣਾ ਚਾਹੀਦਾ ਕਿਸੇ ਦਾ ਵੀ। ਹੇਠ ਲਿਖਿਆਂ ਵਿੱਚੋਂ ਕਿਹੜੀ ਨੋਬਲ ਗੈਸ ਨਹੀਂ ਹੈ ਤੇ ਪੁੱਛਿਆ ਇਹਨਾਂ ਨੇ। ਤਾਂ ਦੇਖੋ 6 ਗੈਸਾਂ ਆਪਣੇ ਕੋਲ ਨੋਬਲ ਹੈਗੀਆਂ। ਹਾਈਡਰੋਜਨ ਵੀ ਹੈ, ਆਰਗਨ ਵੀ ਹੈ,
नहीं हाइड्रोजन ही है, सॉरी, ठीक है, मतलब ਇੱਥੇ ਆਪਸ਼ਨ ਦੇ ਵਿੱਚ ਹਾਈਡਰੋਜਨ नहीं है, बाकी ये सारी हैगी है। ओके, ਇਹਦਾ ਆंसर की हो गया, हाइड्रोजन हो गया। नोबल गैस नहीं है, हाइड्रोजन कोई नोबल गैस नहीं है, ये नोबल गैसां हैगी हैं, ठीक है। ओके, इस तो इलावा बची किहड़ी है, जिनोन बच गई, रेडॉन बच गई, ठीक है, तो होर किहड़ी बच गई, क्रिप्टॉन बच गई। टोटल 6 हैगियां, हीलियम, नियोन, आर्गन, जिनोन, रेडॉन, क्रिप्टॉन। चलो बस हुण नोबल वाला टॉपिक होया, हुण आपां होर क्वेश्चनां ते चलदे हां। हाँ जी, ਹੇਠ ਲਿਖਿਆਂ ਵਿੱਚੋਂ ਕਿਹੜੀ ਗੈਸ ਸੌਫਟ ਡਰਿੰਕਸ ਹੁੰਦੀ ਹੈ, ਜਿਹੜੀ ਕੋਲਡ ਡਰਿੰਕ ਹੁੰਦੀ ਹੈ ਉਹਨਾਂ ਦੇ ਵਿੱਚ ਵਰਤੀ ਜਾਂਦੀ ਹੈ, ਤਾਂ ਉਹਨਾਂ ਦੇ ਵਿੱਚ ਕਿਹੜੀ ਗੈਸ ਵਰਤੀ ਜਾਂਦੀ ਹੈ ਬਈ, CO2, ਕਾਰਬਨ ਡਾਈਆਕਸਾਈਡ, CO2, ਠੀਕ ਹੈ। ਸੌਫਟ ਡਰਿੰਕਸ ਯਾਨੀ ਕੋਲਡ ਡਰਿੰਕ ਠੰਡੇ ਜਿਹੜੇ ਪੀਂਦੇ ਆ ਉਹਦੇ ਵਿੱਚ ਵੀ ਸੋਡਾ ਵਾਟਰ ਵਿੱਚ ਪੁੱਛ ਲੈਂਦੇ ਆ, ਸੋਡਾ ਵਾਟਰ ਵਿੱਚ ਕਿਹੜੀ ਗੈਸ ਵਰਤੀ ਜਾਂਦੀ ਹੈ, ਤਾਂ ਸੋਡਾ ਵਾਟਰ ਵਿੱਚ ਵੀ ਇਹੀ CO2 ਗੈਸ ਵਰਤੀ ਜਾਂਦੀ ਹੈ ਬਈ, ਯਾਨੀ ਕਾਰਬਨ ਡਾਈਆਕਸਾਈਡ ਗੈਸ ਵਰਤੀ ਜਾਂਦੀ ਹੈ। ਅੰਡਰਸਟੈਂਡ, ਪੱਕਾ। ਚਲੋ ਫਿਰ ਅੱਗੇ ਆ ਜਾਓ। ਨੈਕਸਟ ਆਓ, ਆਟੋਮੋਬਾਈਲ ਵਾਹਨਾਂ ਦੁਆਰਾ, ਆਟੋਮੋਬਾਈਲ ਵਾਹਨ ਜਿਹੜੇ ਆਪਣੇ ਵਹੀਕਲ ਆਪਾਂ ਯੂਜ਼ ਕਰਦੇ ਆ, ਇਹਨਾਂ ਦੁਆਰਾ ਨਿਕਲਣ ਵਾਲੀ ਮੁੱਖ ਹਾਨੀਕਾਰਕ ਗੈਸਾਂ ਜੋ ਹਵਾ ਪ੍ਰਦੂਸ਼ਣ ਦਾ ਕਾਰਨ ਬਣਦੀਆਂ ਹਨ, ਤਾਂ ਕਿਹੜੀ ਗੈਸ ਪ੍ਰਮੁੱਖ ਹੈਗੀ ਹੈ ਜਦੋਂ ਆਪਾਂ ਕੋਈ ਵਾਹਨ ਵਗੈਰਾ ਚਲਾਉਂਦੇ ਆ, ਉਹਦੇ 'ਚ ਜਿਹੜਾ ਧੂੰਆਂ ਨਿਕਲਦਾ ਉਹਦੇ 'ਚ ਕਿਹੜੀ ਮੁੱਖ ਗੈਸ ਹੈ ਜਿਹੜੀ ਹਵਾ ਪ੍ਰਦੂਸ਼ਣ ਦਾ ਕਾਰਨ ਬਣਦੀ ਹੈ, ਤਾਂ ਉਹਦਾ ਕਾਰਨ ਬਣਦੀ ਹੈ ਬਈ CO। ਹੁਣ ਇਹ CO ਕਿਹੜੀ ਗੈਸ ਹੈ, CO ਹੈਗੀ ਹੈ ਕਾਰਬਨ ਮੋਨੋਆਕਸਾਈਡ। ਇਹ ਜਿਨ੍ਹਾਂ ਦੇ ਮੈਂ ਸਿੰਬਲ ਤੁਹਾਨੂੰ ਦੱਸ ਰਿਹਾ ਨਾ, ਇਹ ਸਿੰਬਲ ਵੀ ਯਾਦ ਰੱਖਣੇ ਆ। CO ਦਾ ਮਤਲਬ ਹੈ ਕਾਰਬਨ ਮੋਨੋਆਕਸਾਈਡ, ਬਹੁਤ ਜ਼ਹਿਰੀਲੀ ਗੈਸ ਹੈ, ਲਿਖ ਲਿਓ ਉਹਦੇ ਬਾਰੇ, ਜ਼ਹਿਰੀਲੀ ਹੈ ਬਈ, ਨੀਰਾ ਜ਼ਹਿਰ ਹੈ, ਜ਼ਹਿਰੀਲੀ ਗੈਸ ਹੈ। ਪੁੱਛਿਆ ਜਾਂਦਾ ਹੈ ਕਿਹੜੀ ਜ਼ਹਿਰੀਲੀ ਗੈਸ ਹੈ, ਕਾਰਬਨ ਮੋਨੋਆਕਸਾਈਡ, ਠੀਕ ਹੈ। ਕਾਰਬਨ ਮੋਨੋਆਕਸਾਈਡ ਪਤਾ ਕੀ ਕਰਦੀ ਹੈ, ਚਲੋ ਅੱਗੇ ਕੁਐਸਚਨ ਹੈ ਹੀ ਹੈ, ਕਵਰ ਹੋ ਜਾਏਗਾ ਉੱਥੇ, ਠੀਕ ਹੈ। ਚਲੋ ਦੱਸ ਹੀ ਦਿੰਦਾ, ਕਾਰਬਨ ਮੋਨੋਆਕਸਾਈਡ ਪਤਾ ਕੀ ਹੈ, ਇਹ ਬੰਦੇ ਨੂੰ ਕਿਉਂ ਮਾਰ ਦਿੰਦੀ ਹੈ, ਕਿਉਂਕਿ ਜਿਹੜਾ ਆਪਣਾ ਹੀਮੋਗਲੋਬਿਨ ਹੈ ਆਪਣੇ ਬਲੱਡ ਦੇ ਵਿੱਚ, ਹੀਮੋਗਲੋਬਿਨ ਹੁੰਦਾ ਹੈ ਨਾ, ਉਹਦਾ ਕੰਮ ਕੀ ਹੈ, ਉਸ ਹੀਮੋਗਲੋਬਿਨ ਦਾ ਕੰਮ ਹੈ ਕਿ ਜਿਹੜਾ ਆਪਾਂ ਆਕਸੀਜਨ ਲੈ ਰਹੇ ਹਾਂ ਹਵਾ ਦੇ ਨਾਲ, ਹੈ ਨਾ, ਆਕਸੀਜਨ ਲੈ ਰਹੇ ਹਾਂ, ਸਾਂਸ ਲੈ ਰਹੇ ਹਾਂ ਆਪਾਂ, ਤਾਂ ਆਕਸੀਜਨ ਨੂੰ ਕੈਰੀ ਕਰਦਾ ਹੈ ਹੀਮੋਗਲੋਬਿਨ, ਆਕਸੀਜਨ ਨੂੰ ਫੜ ਲੈਂਦਾ ਹੈ ਤੇ ਆਪਣੇ ਸਰੀਰ ਦੇ ਸਾਰੇ ਸੈੱਲਾਂ ਤੱਕ ਆਕਸੀਜਨ ਨੂੰ ਪਹੁੰਚਾਉਂਦਾ ਹੈ ਹੀਮੋਗਲੋਬਿਨ। ਪਰ ਜਦੋਂ ਆਪਾਂ ਸਾਹ ਦੇ ਰਾਹੀਂ ਆਪਾਂ ਕਾਰਬਨ ਮੋਨੋਆਕਸਾਈਡ ਨੂੰ ਲੈਂਦੇ ਹਾਂ, ਠੀਕ ਹੈ, ਤਾਂ ਆਕਸੀਜਨ ਦੀ ਥਾਂ ਤੇ ਹੀਮੋਗਲੋਬਿਨ ਕਾਰਬਨ ਮੋਨੋਆਕਸਾਈਡ ਨੂੰ ਫੜ ਲੈਂਦਾ ਹੈ, ਠੀਕ ਹੈ, ਤਾਂ ਉਹ ਸਾਡੇ ਸੈੱਲਾਂ ਤੱਕ ਕੀ ਪਹੁੰਚਾਉਂਦਾ ਹੈ, ਆਕਸੀਜਨ ਦੀ ਥਾਂ ਤੇ ਕਾਰਬਨ ਮੋਨੋਆਕਸਾਈਡ ਨੂੰ ਪਹੁੰਚਾ ਦਿੰਦਾ ਹੈ, ਠੀਕ ਹੈ। ਤੇ ਕਾਰਬਨ ਮੋਨੋਆਕਸਾਈਡ ਦੀ ਸਾਨੂੰ ਲੋੜ ਹੈ ਨਹੀਂ ਬਈ, ਸਾਨੂੰ ਚਾਹੀਦੀ ਹੈ ਆਕਸੀਜਨ, ਤਾਂ ਸਾਡੇ ਸਰੀਰ 'ਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ, ਦਮ ਘੁੱਟਣ ਲੱਗ ਜਾਂਦਾ ਹੈ, ਸਫੋਕੇਸ਼ਨ ਹੁੰਦੀ ਹੈ, ਡੈਥ ਤੱਕ ਦੀ ਨੌਬਤ ਆ ਜਾਂਦੀ ਹੈ। ਓਕੇ, ਇਸ ਕਰਕੇ ਇਹਨੂੰ ਜ਼ਹਿਰੀਲੀ ਗੈਸ ਕਿਹਾ ਜਾਂਦਾ ਹੈ। ਚਲੋ ਵੈਸੇ ਅੱਗੇ ਕੁਐਸਚਨ ਆਉਣਾ ਸੀਗਾ ਇਹਦੇ ਬਾਰੇ। ਹਾਂਜੀ, ਹੇਠਾਂ ਲਿਖਿਆਂ ਵਿੱਚੋਂ ਕਿਹੜਾ ਮੁੱਖ ਤੌਰ ਤੇ LPG ਵਿੱਚ ਮੌਜੂਦ ਹੈ, ਤਾਂ ਇਹ 4 ਆਪਸ਼ਨ ਹੈਗੇ ਆ, ਦੱਸਣੇ ਆ ਵੀ LPG ਦੇ ਵਿੱਚ ਕਿਹੜਾ ਮੌਜੂਦ ਹੈ ਇਹਨਾਂ ਦੇ ਵਿੱਚੋਂ, ਠੀਕ ਹੈ। LPG ਲਿਕੁਇਫਾਈਡ ਪੈਟਰੋਲੀਅਮ ਗੈਸ, ਜਿਹੜੀ ਆਪਣੀ ਸਿਲੰਡਰਾਂ ਦੇ ਵਿੱਚ ਹੁੰਦੀ ਹੈ, ਜਿਹਨੂੰ ਆਪਾਂ ਯੂਜ਼ ਕਰਦੇ ਹਾਂ ਬਈ, ਉਹਦੇ 'ਚ ਮੇਨਲੀ ਪ੍ਰੋਪੇਨ ਤੇ ਬਿਊਟੇਨ ਹੁੰਦੇ ਆ। ਕੌਣ ਹੁੰਦੇ ਆ ਜੀ, ਪ੍ਰੋਪੇਨ ਤੇ ਬਿਊਟੇਨ ਹੁੰਦੀਆਂ, ਇਹ ਦੋ ਯਾਦ ਰੱਖਣਾ, ਠੀਕ ਹੈ। ਬਟ ਇੱਕ ਸਮੱਸਿਆ ਹੋਰ ਹੈ, ਸਮੱਸਿਆ ਕੀ ਹੈ, ਪ੍ਰੋਪੇਨ ਤੇ ਬਿਊਟੇਨ, ਅੱਛਾ ਜ਼ਿਆਦਾ ਬਿਊਟੇਨ ਹੁੰਦਾ, ਲਗਭਗ ਸਮਝੋ ਕਿ 70% ਪਲੱਸ 70+ ਬਿਊਟੇਨ ਹੁੰਦਾ, ਬਾਕੀ ਪ੍ਰੋਪੇਨ ਹੁੰਦਾ। ਦੋਹਾਂ ਗੈਸਾਂ ਦੀ ਸਮੱਸਿਆ ਹੈ, ਸਮੱਸਿਆ ਕੀ ਹੈ, ਸਮੈਲ ਨਹੀਂ ਹੈਗੀ ਇਹਨਾਂ ਦੀ। ਜੇ ਹੁਣ ਇਹ ਲੀਕ ਹੋਣ ਲੱਗੇ ਤੁਹਾਡੇ ਸਿਲੰਡਰ ਦੇ ਵਿੱਚੋਂ, ਤੁਹਾਨੂੰ ਸਮੈਲ ਹੀ ਨਹੀਂ ਆਏਗੀ, ਤਾਂ ਸਮੈਲ ਵਾਸਤੇ ਇੱਕ ਗੈਸ ਆਪਾਂ ਹੋਰ ਐਡ ਕਰਦੇ ਹਾਂ, ਮਰਕੈਪਟਨ, ਉਹਨੂੰ ਆਪਾਂ ਬੋਲਦੇ ਹਾਂ, ਕੀ ਬੋਲਦੇ ਹਾਂ, ਮਰਕੈਪਟਨ, ਅੱਗੇ ਲਿਖਿਆ ਹੋਇਆ ਆਏਗਾ, ਠੀਕ ਹੈ। ਤਾਂ ਇਹ ਵੀ ਪੁੱਛ ਲੈਂਦੇ ਆ। ਬਾਕੀ ਜਿਹੜੀ LPG ਹੈ ਇਹਦੀ ਫੁੱਲ ਫਾਰਮ ਯਾਦ ਰੱਖ ਲਿਓ ਬਈ, ਚਲੋ ਇੱਥੇ ਲਿਖਿਆ ਹੋਇਆ ਹੈ ਹੀ ਹੈ, ਮੈਂ ਤੁਹਾਨੂੰ ਅੱਗੇ ਸਲਾਈਡ ਹੀ ਦਿਖਾ ਦਿੰਦਾ, ਠੀਕ ਹੈ। ਇਹ ਹੈਗਾ ਜੀ LPG, ਠੀਕ ਹੈ। LPG ਦੀ ਫੁੱਲ ਫਾਰਮ ਦੇਖੋ, ਬਹੁਤ ਜੇ ਬੱਚੇ ਬੋਲਦੇ ਆ ਲਿਕੁਇਡ ਪੈਟਰੋਲੀਅਮ ਗੈਸ, ਉਹ ਗਲਤ ਹੈ, ਲਿਕੁਇਡ ਨਹੀਂ, ਲਿਕੁਇਫਾਈਡ ਹੈ, ਠੀਕ ਹੈ, ਧਿਆਨ ਨਾਲ, ਲਿਕੁਇਫਾਈਡ ਪੈਟਰੋਲੀਅਮ ਗੈਸ। ਬਿਊਟੇਨ ਤੇ ਪ੍ਰੋਪੇਨ ਇਹਦੇ 'ਚ ਹੁੰਦੇ ਆ, ਜਿਹੜੀ ਬਲਦੀ ਹੈ, ਜਿਹੜੀ ਸਾਨੂੰ ਮਤਲਬ એનર્ਜੀ ਬੋਲ ਦਿਓ ਜਾਂ ਹੀਟ ਬੋਲ ਦਿਓ, ਉਹ ਪ੍ਰੋਵਾਈਡ ਕਰਦੀ ਹੈ। ਬਿਊਟੇਨ ਜ਼ਿਆਦਾਤਰ ਹੁੰਦੀ ਹੈ ਅਪਰੋਕਸ 71%। ਸਮੈਲ ਇਹਨਾਂ ਦੀ ਨਹੀਂ ਹੁੰਦੀ, ਨਾ ਬਿਊਟੇਨ ਦੀ ਨਾ ਪ੍ਰੋਪੇਨ ਦੀ, ਤਾਂ ਸਮੈਲ ਵਾਸਤੇ ਆਪਾਂ ਮਿਥਾਈਲ ਮਰਕੈਪਟਨ ਜਾਂ ਫਿਰ ਇਥਾਈਲ ਮਰਕੈਪਟਨ ਯੂਜ਼ ਕਰ, ਸੇਮ ਹੀ ਹੈ, ਵਰਡ ਫੋਕਸ ਰੱਖਣਾ, ਮਰਕੈਪਟਨ ਯੂਜ਼ ਹੁੰਦੀ ਹੈ ਗੈਸ, ਇਥਾਈਲ ਹੋਵੇ ਚਾਹੇ ਮਿਥਾਈਲ ਹੋਵੇ, ਠੀਕ ਹੈ। ਕਈ ਵਾਰ ਉਹਦਾ ਇੱਕ ਪ੍ਰੋਪਰ ਨਾਮ ਵੀ ਲਿਖਿਆ ਜਾਂਦਾ, ਇਥੇਨੀਥੋਲ, ਕਈ ਵਾਰ, ਬਹੁਤ ਰੇਅਰ ਹੈ, ਬਟ 90% ਤੁਸੀਂ ਮੰਨ ਕੇ ਚਲੋ। ਜੇ ਤੁਹਾਨੂੰ ਪੁੱਛਦੇ ਆ ਕਿ LPG ਦੇ ਵਿੱਚ ਸਮੈਲ ਵਾਸਤੇ ਕਿਹੜੀ ਗੈਸ ਯੂਜ਼ ਕਰੀ ਜਾਂਦੀ ਹੈ, ਤਾਂ LPG ਦੇ ਵਿੱਚ ਸਮੈਲ ਵਾਸਤੇ ਆਪਾਂ ਯੂਜ਼ ਕਰਦੇ ਹਾਂ ਮਰਕੈਪਟਨ, ਫਿਰ ਚਾਹੇ ਉਹ ਮਿਥਾਈਲ ਮਰਕੈਪਟਨ ਹੋ ਚਾਹੇ ਉਹ ਇਥਾਈਲ ਮਰਕੈਪਟਨ ਹੋ। ਕਈ ਵਾਰ ਆ ਜਾਂਦਾ ਕੁਐਸਚਨ ਕਿ ਹਵਾ ਦੇ ਨਾਲੋਂ ਭਾਰੀ ਹੁੰਦੀ ਹੈ ਜਾਂ ਹਲਕੀ ਹੁੰਦੀ ਹੈ, ਤਾਂ ਬਈ LPG ਹਵਾ ਦੇ ਨਾਲੋਂ ਭਾਰੀ ਹੁੰਦੀ ਹੈ,
ਹੈਵੀਅਰ ਦੈਨ 에ਅਰ, ਕਿੰਨੀ 1.5 ਗੁਣਾ ਭਾਰੀ ਹੁੰਦੀ ਹੈ, 1.5 ਗੁਣਾ ਭਾਰੀ ਹੁੰਦੀ ਹੈ। ਤਾਂ ਇਹ LPG ਬਾਰੇ ਕੁਝ ਪੁਆਇੰਟ ਹੋ ਗਏ। ਚਲੋ ਅਗਲੇ ਕੁਐਸਚਨ ਨੂੰ ਕਰੋ। ਠੀਕ ਹੈ, ਇੱਕ ਮਿੰਟ। ਠੀਕ ਹੈ ਜੀ, ਹਾਂਜੀ। ਗੋਬਰ ਗੈਸ ਵਿੱਚ ਕਿਹੜੀ ਚੀਜ਼ ਭਰਪੂਰ ਹੁੰਦੀ ਹੈ? ਗੋਬਰ ਗੈਸ, ਗੋਬਰ ਗੈਸ ਜਿਹਨੂੰ ਆਪਾਂ ਬਾਇਓਗੈਸ ਬੋਲਦੇ ਹਾਂ, ਮਾਰਸ ਗੈਸ ਬੋਲਦੇ ਹਾਂ ਜੀ, ਦਲਦਲੀ ਮਤਲਬ ਮਾਰਸ ਮਤਲਬ ਦਲਦਲੀ ਏਰੀਆ ਹੈ ਨਾ, ਦਲਦਲ ਦੇ ਵਿੱਚੋਂ ਪੈਦਾ ਹੋ ਜਾਂਦੀ ਹੈ ਗੈਸ, ਕੁਦਰਤੀ ਗੈਸ ਹੁੰਦੀ ਹੈ, ਇੱਕ ਤਰ੍ਹਾਂ ਦੀ ਨੈਚੁਰਲ ਗੈਸ ਹੈ ਨਾ। ਤਾਂ ਦੱਸੋ ਬਈ, ਇਹਦੇ ਚ ਹੁੰਦਾ ਹੈ ਜੀ ਮੀਥੇਨ। ਕਿੱਥੇ ਹੈ ਮੀਥੇਨ? ਇਹ ਹੈਗਾ ਮੀਥੇਨ ਦਾ ਫਾਰਮੂਲਾ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਹੈ, CH4। ਮੀਥੇਨ ਦਾ ਫਾਰਮੂਲਾ ਹੈਗਾ CH4, ਸੁਪਰ ਇੰਪੋਰਟੈਂਟ ਹੈ, ਡਾਇਰੈਕਟ ਪੁੱਛਿਆ ਜਾਂਦਾ ਹੈ। ਮੀਥੇਨ ਹੁੰਦੀ ਹੈ ਜੀ ਗੋਬਰ ਗੈਸ ਦੇ ਵਿੱਚ ਕਿਹੜੀ ਗੈਸ ਹੁੰਦੀ ਹੈ? ਭਰਪੂਰ ਮੀਥੇਨ ਹੁੰਦੀ ਹੈ। ਇਸ ਤੋਂ ਇਲਾਵਾ ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ, ਬਿਊਟੇਨ, ਪ੍ਰੋਪੇਨ, ਬਹੁਤ ਕੁਝ ਹੁੰਦਾ ਹੈ, ਕਿਉਂਕਿ ਇਹ ਕੁਦਰਤੀ ਗੈਸ ਹੈ, ਗੋਬਰ ਦੇ ਸੜਨ ਤੋਂ ਬਣਦੀ ਹੈ। ਠੀਕ ਹੈ, ਜਿਹੜੀ ਰਹਿੰਦ ਖੂੰਦ ਹੈਗੀ ਹੈ, ਗੋਬਰ ਕੂੜਾ ਸਾਰਾ ਇਕੱਠਾ ਕਰਕੇ ਪਿੰਡਾਂ ਦੇ ਵਿੱਚ ਲੱਗੇ ਹੁੰਦੇ ਆ ਨਾ ਗੋਬਰ ਗੈਸ ਪਲਾਂਟ, ਹੈ ਨਾ, ਤਾਂ ਉਹ ਉਹਨਾਂ ਦੇ ਸੜਨ ਤੋਂ ਬਾਅਦ ਇਹ ਗੈਸ ਪੈਦਾ ਹੁੰਦੀ ਹੈ। ਓਕੇ, ਤਾਂ ਉਹਦੇ ਚ ਮੀਥੇਨ ਜ਼ਿਆਦਾ ਹੁੰਦੀ ਹੈ, ਬਾਕੀ ਹੋਰ ਵੀ ਹੁੰਦੇ ਆ। ਗੋਬਰ ਗੈਸ ਨੂੰ ਆਪਾਂ ਹੋਰ ਕੀ ਬੋਲਦੇ ਹਾਂ? ਬਾਇਓਗੈਸ ਵੀ ਬੋਲਦੇ हैं, मार्स गैस भी बोलते हैं। ठीक है, चलो नेक्स्ट आओ। हाँ जी, ਫੁੱਟਬਾਲ ਬਲੈਡਰ ਵਿੱਚੋਂ ਕਿਹੜੀ ਗੈਸ ਸਭ ਤੋਂ ਤੇਜ਼ੀ ਨਾਲ ਬਾਹਰ ਨਿਕਲਦੀ ਹੈ? ਤਾਂ ਜਦੋਂ ਫੁੱਟਬਾਲ ਦੇ ਵਿੱਚ ਗੈਸ ਪਾ ਦਿੰਦੇ ਆ ਆਪਾਂ ਉਹਦੇ ਬਲੈਡਰ ਦੇ ਵਿੱਚ ਭਰ ਦਿੰਦੇ ਆ ਉਹਨੂੰ, ਹਨਾ, ਤਾਂ ਹੌਲੀ ਹੌਲੀ ਕਰਕੇ ਉਹਦੀ ਹਵਾ ਘਟਣੀ ਸ਼ੁਰੂ ਹੋ ਜਾਂਦੀ ਹੈ ਜਿੱਦਾਂ ਜਿੱਦਾਂ ਖੇਡਦੇ ਆ। ਤਾਂ ਕਿਹੜੀ ਗੈਸ ਸਭ ਤੋਂ ਪਹਿਲਾਂ ਬਾਹਰ ਨਿਕਲਦੀ ਹੈ? ਤਾਂ ਬਈ ਸਭ ਤੋਂ ਪਹਿਲਾਂ ਬਾਹਰ ਨਿਕਲਦੀ ਹੈ ਉਹਦੇ ਚ ਹਾਈਡਰੋਜਨ। ਕਿਹੜੀ ਗੈਸ? ਹਾਈਡਰੋਜਨ। ਤੇ ਹਾਈਡਰੋਜਨ ਦਾ ਸਿੰਬਲ ਬੋਲ ਸਕਦੇ ਹੋ ਜਾਂ ਫਾਰਮੂਲਾ ਬੋਲ ਸਕਦੇ ਹੋ, ਜੋ ਤੁਹਾਨੂੰ ਪੈਣਾ ਹੈ। ਠੀਕ ਹੈ, ਹਾਈਡਰੋਜਨ ਗੈਸ ਸਭ ਤੋਂ ਪਹਿਲਾਂ ਬਾਹਰ ਨਿਕਲਦੀ ਹੈ ਫੁੱਟਬਾਲ ਚੋਂ। ਚਲੋ ਹੋਰ ਕੁਐਸਚਨਾਂ ਤੇ ਆਓ। ਹਾਂਜੀ, ਪਿੱਛੇ ਤਾਂ ਨਹੀਂ ਗਿਆ ਕੋਈ ਕੁਐਸਚਨ ਹੋਰ? ਨਹੀਂ। ਲਿਓ ਜੀ, ਇਹ ਕੁਐਸਚਨ ਬਹੁਤ ਕਨਫਿਊਜ਼ ਕਰਦਾ ਹੈ। 2-3 ਕੁਐਸਚਨ ਆਏ ਹੁੰਦੇ ਆ ਟੀਅਰ ਗੈਸ ਦੇ ਉੱਤੇ, ਮੈਂ ਤੁਹਾਨੂੰ 2-3 ਇਕੱਠੇ ਹੀ ਕਰਾ ਦੂੰਗਾ ਸਾਰੇ। ਦੇਖੋ ਟੀਅਰ ਗੈਸ, ਟੀਅਰ ਗੈਸ ਕੀ ਹੈ? ਤੁਸੀਂ ਸੁਣਿਆ ਹੋਣਾ ਵੀ ਜਦੋਂ ਧਰਨੇ ਪ੍ਰਦਰਸ਼ਨ ਵਗੈਰਾ ਹੁੰਦੇ ਆ, ਅਥਰੂ ਗੈਸ ਦੇ ਗੋਲੇ ਜਿਹੜੀ ਪੁਲਿਸ ਛੱਡ ਦਿੰਦੀ ਹੈ, ਅਥਰੂ ਗੈਸ ਦੇ ਗੋਲੇ, ਹੈ ਨਾ, ਉਹ ਅਥਰੂ ਗੈਸ ਦੇ ਗੋਲੇ ਹੀ ਕੀ ਹੈ, ਉਹਦੇ ਚ ਗੈਸ ਵਗੈਰਾ ਹੁੰਦੀ ਹੈ ਜਿਹੜੀ ਅੱਖਾਂ ਦੇ ਵਿੱਚ, ਗਲਾਂ ਦੇ ਵਿੱਚ ਇਹ ਜਲਣ ਵਗੈਰਾ ਕਰ ਦਿੰਦੀ ਹੈ, ਹਨਾ, ਉਹਨੂੰ ਆਪਾਂ ਟੀਅਰ ਗੈਸ ਹੀ ਬੋਲਦੇ ਹਾਂ। ਉਹ ਹੈ ਕੀ ਚੀਜ਼ ਹੈ? ਇਹਨਾਂ ਨੇ ਪੁੱਛਿਆ ਟੀਅਰ ਗੈਸ ਹੈ ਕੀ ਚੀਜ਼ ਹੈ, ਇਹਨਾਂ ਨੇ ਇਹ ਨਹੀਂ ਪੁੱਛਿਆ ਟੀਅਰ ਗੈਸ ਦੇ ਵਿੱਚ ਕੀ ਹੈ, ਇਹ ਪੁੱਛ ਰਹੇ ਟੀਅਰ ਗੈਸ ਕੀ ਹੈ, ਅਥਰੂ ਗੈਸ ਕਿਆ ਚੀਜ਼ ਹੈ। ਤਾਂ ਅਥਰੂ ਗੈਸ, ਜੇ ਤੁਹਾਨੂੰ ਅਜਿਹਾ ਕੁਐਸਚਨ ਆਏ ਤਾਂ ਅਥਰੂ ਗੈਸ ਹੈ ਜੀ ਕਾਰਬੋਨਾਈਲ ਕਲੋਰਾਈਡ। ਠੀਕ ਹੈ, ਹੁਣ ਕਾਫੀ ਬੱਚਿਆਂ ਦਾ ਆਨਸਰ ਕਲੋਰੋਪਿਕਰੀਨ ਵੀ ਆਇਆ ਹੋਣਾ, ਪ੍ਰਿਕਨ। ਠੀਕ ਹੈ, ਉਹ ਮੈਂ ਦੱਸਦਾ ਉਹਦਾ ਆਨਸਰ ਕਦੋਂ ਦੇਣਾ। ਪਹਿਲਾਂ ਇਹ ਦੇਖੋ ਕੁਐਸਚਨ ਕੀ ਹੈ, ਟੀਅਰ ਗੈਸ ਕੀ ਚੀਜ਼ ਹੈ। ਤਾਂ ਜੇ ਤੁਹਾਨੂੰ ਅਜਿਹਾ ਕੁਐਸਚਨ ਆਏ ਵੀ ਟੀਅਰ ਗੈਸ ਕਿਆ ਚੀਜ਼ ਹੈ, ਤਾਂ ਆਨਸਰ ਹੁੰਦਾ ਹੈ ਕਾਰਬੋਨਿਲ ਕਲੋਰਾਈਡ। ਠੀਕ ਹੈ, ਹੁਣ ਕੁਐਸਚਨ ਇਹ ਵਾਲਾ ਦੇਖੋ। ਠੀਕ ਹੈ, ਅਥਰੂ ਗੈਸ ਦੇ ਤੱਤਾਂ ਵਿੱਚੋਂ ਇੱਕ ਕੀ ਚੀਜ਼ ਹੈ? ਤਾਂ ਅਥਰੂ ਗੈਸ ਦੇ ਵਿੱਚ ਬਹੁਤ ਜੇ ਤੱਤ ਹੈ, ਸਭ ਤੋਂ ਮੇਨ ਤੱਤ ਕਿਹੜਾ ਉਹਨਾਂ ਦੇ ਵਿੱਚ? ਤਾਂ ਅਥਰੂ ਗੈਸ ਕਿਆ ਚੀਜ਼ ਹੈ, ਉਹ ਕੁਐਸਚਨ ਅਲੱਗ ਸੀਗਾ ਜੀ ਪਿਛਲਾ ਕੁਐਸਚਨ। ਇਹ ਅਥਰੂ ਗੈਸ ਦੇ ਵਿੱਚ ਜਿਹੜੇ ਤੱਤ ਹੈਗੇ, ਜਿਹੜੇ ਕਨਸਟੀਟੂਐਂਟ ਹੈਗੇ ਆ ਉਹਦੇ ਵਿੱਚ ਕੀ ਚੀਜ਼ ਹੈ? ਤਾਂ ਇੱਥੇ ਆਏਗਾ ਆਨਸਰ ਕਲੋਰੋਪਿਕਰੀਨ। ਦੋਹਾਂ 'ਚ ਫਰਕ ਹੈ, ਧਿਆਨ ਨਾਲ ਦੇਖੋ, ਕਈ ਵਾਰ ਆਪਾਂ ਗਲਤੀ ਕਰਦੇ ਹਾਂ। ਟੀਅਰ ਗੈਸ ਕਿਆ ਚੀਜ਼ ਹੈ, ਇਹ ਕੁਐਸਚਨ ਅਲੱਗ ਹੈ। ਟੀਅਰ ਗੈਸ ਦੇ ਵਿੱਚ ਕੀ ਚੀਜ਼ ਹੈ, ਉਹ ਕੁਐਸਚਨ ਅਲੱਗ ਹੈ। ਓਕੇ, ਠੀਕ ਹੈ, ਉਹ ਦੇਖ ਸਕਦੇ ਹੋ ਤੁਸੀਂ ਟੀਅਰ ਗੈਸ। ਠੀਕ ਹੈ, ਹਾਂਜੀ, ਜਿਹੜੀ ਟੀਅਰ ਗੈਸ ਹੈ ਇਸ ਨੂੰ ਲੈਕਰੀਮੇਟਰ ਏਜੰਟ ਵਜੋਂ ਵੀ ਜਾਣਿਆ ਜਾਂਦਾ ਹੈ, ਇਹ ਯਾਦ ਰੱਖ ਸਕਦੇ ਹੋ, ਲੈਕਰੀਮੇਟਰ ਏਜੰਟ ਇਹਨੂੰ ਕਹਿੰਦੇ ਆਪਾਂ। ਠੀਕ ਹੈ, ਕਲੋਰੋਪਿਕਰੀਨ ਜਿਹੜਾ ਹੈਗਾ ਇਹ ਅਥਰੂ ਗੈਸ ਦਾ ਇੱਕ ਤੱਤ ਹੈ ਜੋ ਜਲਣ ਪੈਦਾ ਕਰਨ ਲਈ ਜ਼ਿੰਮੇਵਾਰ ਹੈ। ਤਾਂ ਕਈ ਵਾਰ ਕੁਐਸਚਨ ਅਜਿਹੇ ਵੀ ਦੇਖੇ ਗਏ ਆ, ਅਥਰੂ ਗੈਸ ਕਰਕੇ ਜਿਹੜੀ ਅੱਖਾਂ ਦੇ ਵਿੱਚ ਜਾਂ ਗਲੇ ਦੇ ਵਿੱਚ ਜਲਣ ਹੁੰਦੀ ਹੈ, ਹਨਾ, ਇਰੀਟੇਸ਼ਨ ਹੁੰਦੀ ਹੈ, ਉਹਦੇ ਵਾਸਤੇ ਕਿਆ ਚੀਜ਼ ਜ਼ਿੰਮੇਵਾਰ ਹੈ? ਤਾਂ ਉਹਦੇ ਵਾਸਤੇ ਜ਼ਿੰਮੇਵਾਰ ਹੈ ਕਲੋਰੋਪਿਕਰੀਨ। ਓਕੇ, ਚਲੋ ਫਿਰ ਇੱਕ ਕੁਐਸਚਨ ਇਹ ਵੀ ਆ ਜਾਂਦਾ ਹੈ ਕਿ ਪੁਲਿਸ ਦੁਆਰਾ ਭੀੜ ਨੂੰ ਭਜਾਉਣ ਲਈ ਵਰਤੀ ਜਾਂਦੀ ਅਥਰੂ ਗੈਸ ਵਿੱਚ ਕੀ ਹੁੰਦਾ ਹੈ? ਹੁਣ ਇੱਥੇ ਤਾਂ ਕਲੋਰੋਪਿਕਰੀਨ ਆਪਸ਼ਨ ਦੇ ਵਿੱਚ ਹੀ ਨਹੀਂ ਹੈਗਾ। ਆਪਾਂ ਨੇ ਪਿੱਛੇ ਦੇਖਿਆ ਨਾ ਕਿ ਅਥਰੂ ਗੈਸ ਦੇ ਵਿੱਚ ਕਿਆ ਚੀਜ਼ ਹੈ? ਕਲੋਰੋਪਿਕਰੀਨ ਹੈ। ਸਭ ਤੋਂ ਮੁੱਖ ਤੱਤ ਕਲੋਰੋਪਿਕਰੀਨ ਹੀ ਹੈ, ਬਟ ਕਲੋਰੋਪਿਕਰੀਨ ਤੋਂ ਇਲਾਵਾ ਹੋਰ ਵੀ ਚੀਜ਼ਾਂ ਹੈਗੀਆਂ। ਜੇ ਅਜਿਹਾ ਕੁਐਸਚਨ ਆ ਜੇ ਕਿ ਕਲੋਰੋਪਿਕਰੀਨ ਆਪਸ਼ਨ ਦੇ ਵਿੱਚ ਨਾ ਹੋਵੇ, ਫਿਰ ਆਪਾਂ ਕਰਾਂਗੇ ਜੀ ਕਲੋਰੀਨ, ਫਿਰ ਆਪਾਂ ਕਰਾਂਗੇ ਕਲੋਰੀਨ। ਠੀਕ ਹੈ, ਇਹ 3 ਕੁਐਸਚਨ ਹੋ ਗਏ। ਠੀਕ ਹੈ, ਟੀਅਰ ਗੈਸ ਕਿਆ ਚੀਜ਼ ਹੈ, ਉਹ ਅਲੱਗ ਹੋ ਗਿਆ ਜੀ ਕੁਐਸਚਨ। ਟੀਅਰ ਗੈਸ ਦਾ ਮੁੱਖ ਤੱਤ ਕਿਹੜਾ ਹੈ, ਉਹ ਕੁਐਸਚਨ ਅਲੱਗ ਹੋ ਗਿਆ। ਜਲਣ ਕੌਣ ਪੈਦਾ ਕਰਦਾ ਹੈ? ਉਹੀ ਜਿਹੜਾ ਮੁੱਖ ਤੱਤ ਹੈ ਉਹੀ ਕਰਦਾ ਹੈ, ਯਾਨੀ ਕਲੋਰੋਪਿਕਰੀਨ ਕਰਦਾ ਹੈ। ਜੇ ਪੁੱਛਿਆ ਜਾਏ ਕਿ ਹੋਰ ਕਿਆ ਚੀਜ਼ ਹੁੰਦੀ ਹੈ ਉਹਦੇ ਵਿੱਚ ਤੇ ਕਲੋਰੋਪਿਕਰੀਨ ਆਪਸ਼ਨ 'ਚ ਨਹੀਂ ਹੈ, ਤਾਂ ਫਿਰ ਆਪਾਂ ਕਲੋਰੀਨ ਕਰਾਂਗੇ। ਇਹ 3 ਕੁਐਸਚਨ ਹੈਗੇ ਆ ਜਿਹੜੇ ਪੁੱਛੇ ਗਏ ਆ ਤੇ ਕਾਫੀ ਸਟੂਡੈਂਟਸ ਦੇ ਗਲਤ ਹੋ ਜਾਂਦੇ ਆ। ਹੁਣ ਮੈਂ ਤੁਹਾਨੂੰ ਤਿੰਨੋਂ ਕੁਐਸਚਨ ਇਕੱਠੇ ਕਰਾਏ ਆ, ਯਾਦ ਰੱਖਿਓ ਧਿਆਨ ਦੇ ਨਾਲ। ਹਾਂਜੀ, ਭੋਪਾਲ ਗੈਸ ਤਰਾਦਸੀ ਹਾਦਸਾ
ठीक है, या भोपाल गैस कांड लिखिया हुंदा कई बार, ਇਹ ਕਿਸ ਗੈਸ ਦੇ ਲੀਕ ਹੋਣ ਨਾਲ ਜੁੜੀ ਹੋਈ ਹੈ। ਤਾਂ ਐਕਚੁਅਲੀ ਭੋਪਾਲ ਜਿਹੜਾ ਹੈਗਾ ਜੀ ਮੱਧ ਪ੍ਰਦੇਸ਼ ਦੇ ਵਿੱਚ ਹੈ। ਇੱਥੇ ਗੱਲ ਹੈਗੀ ਹੈ 2 ਦਸੰਬਰ ਦੀ ਰਾਤ ਦੀ ਜਾਂ 3 ਦਸੰਬਰ ਦੀ ਸਵੇਰ ਕਹਿ ਸਕਦੇ ਹੋ, ਸੇਮ ਹੀ ਹੈ, ਰਾਤ ਦੀ ਗੱਲ ਹੈ। ਤਾਂ 2-3 ਦਸੰਬਰ ਹੈ ਨਾ 1984, ਠੀਕ ਹੈ। ਤਾਂ 2 ਦਸੰਬਰ ਨਾਈਟ ਜਾਂ ਮਿਡ ਨਾਈਟ ਹੈ ਨਾ, ਭੋਪਾਲ ਦੇ ਵਿੱਚ ਇੱਕ ਪਲਾਂਟ ਸੀਗਾ ਜੀ, ਉੱਥੇ ਇੱਕ ਗੈਸ ਲੀਕ ਹੋਣੀ ਸਟਾਰਟ ਹੋ ਜਾਂਦੀ ਹੈ। ਮਾਈਕ ਇਹਨੂੰ ਆਪਾਂ ਸ਼ੋਰਟ 'ਚ ਬੋਲਦੇ ਹਾਂ ਮਿਥਾਈਲ ਆਈਸੋਸਾਈਨਾਈਡ, ਮਾਈਕ ਗੈਸ, ਠੀਕ ਹੈ। ਸ਼ੋਰਟ 'ਚ ਆਪਾਂ ਮਾਈਕ ਬੋਲਦੇ ਹਾਂ, ਪੂਰਾ ਨਾਂ ਕੀ ਹੈਗਾ ਜੀ, ਮਿਥਾਈਲ ਆਈਸੋਸਾਈਨੇਟ ਗੈਸ ਲੀਕ ਹੋਣੀ ਸਟਾਰਟ ਹੋ ਜਾਂਦੀ ਹੈ। ਕਾਫੀ ਬੰਦਾ ਹੈ ਜਿਹੜਾ ਉਹ ਮਾਰਿਆ ਜਾਂਦਾ, ਬੇਹੋਸ਼ ਹੋ ਜਾਂਦਾ, ਬਹੁਤ ਬੁਰਾ ਹਾਲ ਭੋਪਾਲ ਸ਼ਹਿਰ ਦਾ ਹੁੰਦਾ ਹੈ, ਠੀਕ ਹੈ। ਤਾਂ ਇਹ ਬਹੁਤ ਫੇਮਸ ਹੈ, ਡੇਟ ਵੀ ਯਾਦ ਰੱਖਣੀ ਹੈ 2 ਦਸੰਬਰ 1984, ਠੀਕ ਹੈ ਜੀ। 2 ਦਸੰਬਰ 1984 ਦੀ ਰਾਤ ਸੀ, ਮਤਲਬ 2 ਦਸੰਬਰ ਜਾ ਚੁੱਕਿਆ ਸੀ, 3 ਦਸੰਬਰ ਆਣਾ ਸੀਗਾ, ਰਾਤ ਦੀ ਗੱਲ ਹੈ, ਓਕੇ। ਤਾਂ ਕਈ ਵਾਰ ਬੁੱਕਸ 'ਚ ਤੁਹਾਨੂੰ 3 ਦਸੰਬਰ ਵੀ ਲਿਖਿਆ ਮਿਲਦਾ, ਤਾਂ ਵੀ ਕਨਫਿਊਜ਼ਨ ਵਾਲੀ ਕੋਈ ਗੱਲ ਨਹੀਂ ਹੈਗੀ ਕਿ ਰਾਤ ਨੂੰ 12 ਵਜੇ ਤੋਂ ਬਾਅਦ ਤੋਂ 3 ਤਰੀਕ ਦੀ ਡੇਟ ਹੈ ਜਿਹੜੀ ਚਲੀ ਗਈ ਸੀਗੀ, ਠੀਕ ਹੈ। ਤਾਂ 3 ਦਸੰਬਰ ਕਈ ਜਗ੍ਹਾ ਲਿਖਿਆ ਹੁੰਦਾ, ਕਈ ਜਗ੍ਹਾ 2 ਦਸੰਬਰ, ਸੇਮ ਹੀ ਗੱਲ ਹੈ, ਓਕੇ। ਗੈਸ ਯਾਦ ਰੱਖਣੀ ਹੈ ਮਿਥਾਈਲ ਆਈਸੋਸਾਈਨੇਟ। ਨੈਕਸਟ ਆਓ ਜੀ, ਹੇਠਾਂ ਲਿਖੀ ਗੈਸਾਂ ਵਿੱਚੋਂ ਕਿਹੜੀ ਗੈਸ ਸਭ ਤੋਂ ਵੱਧ ਜ਼ਹਿਰੀਲੀ ਹੈ। ਤਾਂ ਮੈਂ ਤੁਹਾਨੂੰ ਕਿਹਾ ਸੀਗਾ ਵੀ ਕੁਐਸਚਨ ਆਉਂਦਾ ਕਿ ਜ਼ਹਿਰੀਲੀ ਗੈਸ ਕਿਹੜੀ ਹੈ। ਜ਼ਹਿਰੀਲੀ ਗੈਸ ਹੈਗੀ ਹੈ CO। CO ਕਿਹੜੀ ਹੈ ਇੱਥੇ, ਕਾਰਬਨ ਮੋਨੋਆਕਸਾਈਡ, ਠੀਕ ਹੈ। ਚਲੋ ਫਿਰ ਨੈਕਸਟ ਆ, ਮੌਸਮ ਗੁਬਾਰਿਆਂ ਨੂੰ ਭਰਨ ਲਈ ਕਿਹੜੀ ਗੈਸ ਵਰਤੀ ਜਾਂਦੀ ਹੈ। ਜਿਵੇਂ ਮੌਸਮ ਦੇ ਗੁਬਾਰੇ ਹੁੰਦੇ ਆ, ਪ੍ਰਦੂਸ਼ਣ ਵਗੈਰਾ ਚੈੱਕ ਕਰਦੇ ਆ, ਹੋਰ ਕੁਝ ਡਸਟ ਪਾਰਟੀਕਲ ਵਗੈਰਾ ਐਟਮੋਸਫੇਅਰ ਦੇ ਵਿੱਚ, ਮੌਸਮ ਦੀ ਜਾਣਕਾਰੀ ਵਾਸਤੇ ਮੇਨਲੀ ਆਪਾਂ ਇਹਨੂੰ ਛੱਡਦੇ ਆ। ਇਹਨਾਂ 'ਚ ਕਿਹੜੀ ਗੈਸ ਹੁੰਦੀ ਹੈ, ਤਾਂ ਇਹਨਾਂ 'ਚ ਆਪਾਂ ਬਈ ਗੈਸ ਰੱਖਦੇ ਆ ਹੀਲੀਅਮ। ਕਿਹੜੀ ਗੈਸ ਰੱਖਦੇ ਆ, ਹੀਲੀਅਮ, ਕਿਉਂਕਿ ਹੀਲੀਅਮ ਗੈਸ ਬਹੁਤ ਹਲਕੀ ਹੁੰਦੀ ਹੈ। ਸਭ ਤੋਂ ਹਲਕੀ ਗੈਸ ਹਾਈਡਰੋਜਨ ਹੁੰਦੀ ਹੈ, ਵੈਸੇ ਸਭ ਤੋਂ ਹਲਕੀ ਗੈਸ ਕਿਹੜੀ ਹੁੰਦੀ ਹੈ, ਹਾਈਡਰੋਜਨ। ਹਾਈਡਰੋਜਨ ਤੋਂ ਬਾਅਦ ਨੰਬਰ ਆਉਂਦਾ ਹੀਲੀਅਮ ਦਾ, ਪਹਿਲੇ ਨੰਬਰ ਤੇ ਹਾਈਡਰੋਜਨ ਹੈ, ਦੂਜੇ ਤੇ ਹੀਲੀਅਮ ਹੈ। ਬਟ ਆਪਾਂ ਹਾਈਡਰੋਜਨ ਨਹੀਂ ਵਰਤ ਸਕਦੇ, ਹਾਈਡਰੋਜਨ ਬਹੁਤ ਜ਼ਿਆਦਾ ਜਲਣਸ਼ੀਲ ਗੈਸ ਹੈ, ਠੀਕ ਹੈ। ਇਨਫਲੇਮੇਬਲ ਗੈਸ ਇਹਨੂੰ ਆਪਾਂ ਕਹਿੰਦੇ ਆ, ਬਹੁਤ ਜ਼ਿਆਦਾ ਜਲਣਸ਼ੀਲ ਹੈ, ਠੀਕ ਹੈ। ਇਸ ਕਰਕੇ ਆਪਾਂ ਹਾਈਡਰੋਜਨ ਦਾ ਯੂਜ਼ ਨਹੀਂ ਕਰਦੇ, ਗੁਬਾਰੇ ਭਰਨ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਓਨਲੀ ਐਂਡ ਓਨਲੀ ਹੀਲੀਅਮ ਦਾ, ਓਕੇ, ਯਾਦ ਰੱਖਣਾ। ਚਲੋ ਬਈ ਨੈਕਸਟ ਆਓ, ਧੂਆਂ ਕਿਸ ਕਾਰਨ ਬਣਦਾ ਹੈ। ਧੂਆਂ, ਸਮੋਕ। ਤਾਂ ਸਮੋਕ ਬੇਸਿਕਲੀ ਕੀ ਹੁੰਦਾ ਹੈ, ਸਮੋਕ ਹੁੰਦਾ ਹੈ ਹਵਾ ਦੇ ਵਿੱਚ ਜਿਹੜੇ ਠੋਸ ਪਾਰਟੀਕਲ ਹੈਗੇ ਆ ਉਹ ਮਿਲ ਜਾਂਦੇ ਆ, ਠੀਕ ਹੈ। ਸੋਲਿਡ ਹੈ ਜਿਹੜੇ ਉਹ ਹਵਾ ਦੇ ਵਿੱਚ ਤੈਰਦੇ ਆ, ਉਸ ਕਰਕੇ ਆਪਾਂ ਬੋਲਦੇ ਹਾਂ ਕਿ ਸਮੋਕ ਹੋ ਗਿਆ, ਧੂਆਂ, ਠੀਕ ਹੈ। ਇਹਦਾ ਆਨਸਰ ਫਿਰ ਕੀ ਆਏਗਾ, ਸੋਲਿਡ ਡਿਸਪਰਸਡ ਇਨ ਏ ਗੈਸ, ਠੀਕ ਹੈ। ਠੋਸ ਕਣ ਹੁੰਦੇ ਆ, ਕੀ ਹੁੰਦੇ ਆ, ਠੋਸ ਕਣ, ਜਿਹੜੇ ਬਹੁਤ ਜ਼ਿਆਦਾ ਬਰੀਕ ਹੁੰਦੇ ਆ, ਠੀਕ ਹੈ ਨਾ, ਬਹੁਤ ਹੀ ਜ਼ਿਆਦਾ ਬਾਰੀਕ ਹੁੰਦੇ ਆ, ਤਾਂ ਹੀ ਉਹ ਹਵਾ ਦੇ ਵਿੱਚ ਇੱਧਰ ਉੱਧਰ ਜਾ ਸਕਦੇ ਆ, ਠੀਕ ਹੈ। ਤਾਂ ਸੋਲਿਡ ਡਿਸਪਰਸ ਇਨ ਏ ਗੈਸ ਇਹ ਹੁੰਦੀ ਹੈ ਸਮੋਕ। ਚਲੋ ਨੈਕਸਟ, ਅੱਗ ਬੁਝਾਉਣ ਲਈ ਕਿਹੜੀ ਗੈਸ ਵਰਤੀ ਜਾਂਦੀ ਹੈ। ਜਿਹੜੇ ਅੱਗ ਬੁਝਾਊ ਯੰਤਰ ਹੁੰਦੇ ਆ, ਤੁਸੀਂ ਦੇਖਿਆ ਹੋਣਾ ਆਮ ਬਿਲਡਿੰਗਸ ਦੇ ਵਿੱਚ ਇੱਕ ਰੈੱਡ ਕਲਰ ਦਾ ਸਿਲੰਡਰ ਜਿਹਾ ਲੱਗਿਆ ਹੁੰਦਾ ਹੈ ਨਾ, ਅੱਗ ਬੁਝਾਊ ਯੰਤਰ, ਉਹਨਾਂ ਦੇ ਵਿੱਚ ਕਿਹੜੀ ਗੈਸ ਹੁੰਦੀ ਹੈ, ਤਾਂ ਉਹਨਾਂ ਦੇ ਵਿੱਚ ਗੈਸ ਹੁੰਦੀ ਹੈ ਜੀ CO2। ਕਿਹੜੀ ਗੈਸ ਹੁੰਦੀ ਹੈ, CO2। ਹੁਣ ਇਹ CO2 ਕਿਹੜੀ ਹੈ, ਪਤਾ ਹੀ ਹੈ ਤੁਹਾਨੂੰ, ਕਾਰਬਨ ਡਾਈਆਕਸਾਈਡ ਗੈਸ ਹੈ, ਕਾਰਬਨ ਡਾਈਆਕਸਾਈਡ ਗੈਸ, ਠੀਕ ਹੈ, CO2। ਇਹ ਅੱਗ ਬੁਝਾਊ ਯੰਤਰ ਇਹੋ ਜਿਹੇ ਤੁਸੀਂ ਦੇਖੇ ਹੋਣੇ, ਹੈ ਨਾ, ਠੀਕ ਹੈ। ਚਲੋ ਜੀ, ਹਾਈਡਰੋਜਨ ਗੈਸ ਦੀ ਬਜਾਏ ਗੁਬਾਰਿਆਂ ਵਿੱਚ ਆਪਾਂ ਹੀਲੀਅਮ ਗੈਸ ਦੀ ਵਰਤੋਂ ਕਰਦੇ ਹਾਂ, ਕਿਉਂ ਕਰਦੇ ਹਾਂ ਬਈ, ਕਿਉਂ ਕਰਦੇ ਹਾਂ। ਇਹੀ ਆਪਸ਼ਨ ਹੈਗੇ ਤੁਹਾਡੇ ਕੋਲ, ਲਾਈਟਰ ਦੈਨ ਹਾਈਡਰੋਜਨ, ਇਹ ਹਾਈਡਰੋਜਨ ਤੋਂ ਹਲਕੀ ਹੈ, ਬਿਲਕੁਲ ਵੀ ਨਹੀਂ, ਸਭ ਤੋਂ ਹਲਕੀ ਤਾਂ ਹਾਈਡਰੋਜਨ ਹੈ, ਉਸ ਤੋਂ ਬਾਅਦ ਹੀਲੀਅਮ ਆਉਂਦੀ ਹੈ, ਯਾਨੀ ਪਹਿਲਾ ਆਪਸ਼ਨ ਤਾਂ ਗਲਤੀ ਹੋ ਗਿਆ। ਮੋਰ ਅਬੰਡੈਂਟ ਦੈਨ ਹਾਈਡਰੋਜਨ, ਹਾਈਡਰੋਜਨ ਤੋਂ ਜ਼ਿਆਦਾ ਆਪਾਂ ਨੂੰ ਮਿਲਦੀ ਹੈ, ਇਹ ਵੀ ਕੋਈ ਖਾਸ ਪਾਰਟਿਕੂਲਰ ਰੀਜ਼ਨ ਹੋਇਆ ਨਹੀਂ। ਨੌਨ ਕੰਬਸਟੇਬਲ, ਇਹਦਾ ਮਤਲਬ ਕੀ ਹੈ, ਮਤਲਬ ਇਹ ਜਵਲਨਸ਼ੀਲ ਨਹੀਂ ਹੈ ਗੈਸ, ਠੀਕ ਹੈ, ਜਵਲਨਸ਼ੀਲ ਗੈਸ ਨਹੀਂ ਹੈ। ਹਾਈਡਰੋਜਨ ਜੇ ਆਪਾਂ ਯੂਜ਼ ਕਰਾਂਗੇ, ਹਾਈਡਰੋਜਨ ਬੇਸ਼ੱਕ ਇਸ ਤੋਂ ਹਲਕੀ ਹੈ, ਪਰ ਹਾਈਡਰੋਜਨ ਜਵਲਨਸ਼ੀਲ ਗੈਸ ਹੈ, ਆਪਾਂ ਨਹੀਂ ਯੂਜ਼ ਕਰ ਸਕਦੇ ਗੁਬਾਰਿਆਂ ਦੇ ਵਿੱਚ, ਠੀਕ ਹੈ, ਓਕੇ। ਤਾਂ ਰਾਈਟ ਆਨਸਰ ਇਹਦਾ C ਹੋ ਗਿਆ। ਚਲੋ ਨੈਕਸਟ ਆਓ, ਹੇਠਾਂ ਲਿਖਿਆਂ ਵਿੱਚੋਂ ਸਭ ਤੋਂ ਘੱਟ ਤਾਪਮਾਨ ਤੇ ਤਰਲ ਵਿੱਚ ਬਦਲਣ ਵਾਲੀ ਗੈਸ ਕਿਹੜੀ ਹੈ। ਤਾਂ ਮਤਲਬ ਇਹ 4 ਆਪਸ਼ਨ ਤੁਹਾਡੇ ਕੋਲ ਹੈਗੇ ਆ, ਕਿਹੜੀ ਗੈਸ ਅਜਿਹੀ ਹੈ ਜੀ, ਹੇਠਾਂ ਲਿਖਿਆਂ ਵਿੱਚੋਂ ਸਭ ਤੋਂ ਘੱਟ, ਹਾਂ, ਕਿਹੜੀ ਗੈਸ ਅਜਿਹੀ ਹੈ ਜਿਹੜੀ ਸਭ ਤੋਂ ਘੱਟ ਤਾਪਮਾਨ ਤੇ ਤਰਲ ਦੇ ਵਿੱਚ ਬਦਲ ਜਾਂਦੀ ਹੈ, ਠੀਕ ਹੈ। ਮਤਲਬ ਇਹਨਾਂ ਗੈਸਾਂ ਦੇ ਵਿੱਚੋਂ ਜੇ ਕਿਸੇ ਨੂੰ ਤਰਲ ਦੇ ਵਿੱਚ ਬਦਲਣਾ ਹੋਵੇ, ਮਤਲਬ ਲਿਕੁਇਡ ਹਾਈਡਰੋਜਨ ਬਣਾਉਣੀ ਹੈ ਆਪਾਂ ਨੇ, ਲਿਕੁਇਡ ਆਕਸੀਜਨ, ਲਿਕੁਇਡ ਹੀਲੀਅਮ ਜਾਂ ਲਿਕੁਇਡ ਨਾਈਟ੍ਰੋਜਨ, ਸਭ ਤੋਂ ਘੱਟ ਤਾਪਮਾਨ ਤੇ ਕਿਹੜੀ ਬਦਲੇਗੀ, ਤਾਂ ਉਹ ਬਦਲਦੀ ਹੈ ਹਾਈਡਰੋਜਨ। ਕਿਹੜੀ ਬਦਲਦੀ ਹੈ, ਹਾਈਡਰੋਜਨ ਬਦਲਦੀ ਹੈ ਬਈ, ਓਕੇ। ਕਿਹੜੀ ਗੈਸ ਬਦਲਦੀ ਹੈ, ਹਾਈਡਰੋਜਨ। ਨੈਕਸਟ ਆਓ ਜੀ, ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਪ੍ਰਮੁੱਖ ਗ੍ਰੀਨ ਹਾਊਸ ਗੈਸ ਹੈ।
ਬਹੁਤ ਘੈਂਟ ਕੁਐਸਚਨ ਹੈ ਜੀ। ਗ੍ਰੀਨ ਹਾਊਸ ਗੈਸ, ਪਹਿਲੀ ਗੱਲ ਤਾਂ ਗ੍ਰੀਨ ਹਾਊਸ ਗੈਸ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ, ਠੀਕ ਹੈ। ਗ੍ਰੀਨ ਹਾਊਸ ਗੈਸਾਂ ਕਿਹੜੀ ਹੁੰਦੀਆਂ? ਤਾਂ ਗ੍ਰੀਨ ਹਾਊਸ ਗੈਸਾਂ ਉਹ ਵਾਲੀ ਗੈਸਾਂ ਹੁੰਦੀਆਂ ਬਈ ਜਿਹੜੇ ਸਾਡੇ ਵਾਯੂਮੰਡਲ ਦੇ ਵਿੱਚ ਨਾ ਸੂਰਜ ਦੀ ਹੀਟ ਨੂੰ ਇੱਕ ਤਰ੍ਹਾਂ ਨਾਲ ਟਰੈਪ ਕਰ ਲੈਂਦੇ ਆ। ਮੰਨ ਲਓ ਸੂਰਜ ਤੋਂ ਕੋਈ ਹੀਟ ਆਈ ਹੈ, ਹਰ ਟਾਈਮ ਆ ਹੀ ਰਹੀ ਹੈ ਧਰਤੀ ਦੇ ਉੱਤੇ, ਹੈ ਨਾ। ਧਰਤੀ ਦੇ ਟਕਰਾ ਕੇ ਉਹ ਹੀਟ ਹੈ ਜਿਹੜੀ ਵਾਯੂਮੰਡਲ ਦੇ ਵਿੱਚ ਇੱਧਰ ਉੱਧਰ ਹੁੰਦੀ ਹੈ, ਤਾਂ ਉਸ ਨੂੰ ਟਰੈਪ ਕਰ ਲੈਂਦੀ ਹੈ, ਉਸ ਨੂੰ ਟਰੈਪ ਕਰ ਲੈਂਦੀ ਹੈ, ਸੋਖ ਲੈਂਦੀ ਹੈ, ਐਬਜ਼ੋਰਬ ਕਰ ਲੈਂਦੀ ਹੈ। ਉਹ ਸਾਡੇ ਵਾਯੂਮੰਡਲ ਦੇ ਵਿੱਚ ਟਿਕ ਜਾਂਦੀ ਹੈ ਚੀਜ਼, ਠੀਕ ਹੈ। ਉਹ ਜਿਹੜੀ ਸੂਰਜ ਦੀ ਹੀਟ ਹੈ ਸਾਡੇ ਵਾਯੂਮੰਡਲ ਦੇ ਵਿੱਚ ਹੀ ਰਹਿ ਜਾਂਦੀ ਹੈ, ਜਿਹਦੇ ਕਰਕੇ ਸਾਡੀ ਧਰਤੀ ਦਾ ਤਾਪਮਾਨ ਵੱਧਦਾ ਹੈ। ਤਾਂ ਉਹ ਗਲੋਬਲ ਵਾਰਮਿੰਗ ਵਾਸਤੇ ਜ਼ਿੰਮੇਵਾਰ ਹੁੰਦੀ ਹੈ ਉਹ ਗੈਸਾਂ। ਤਾਂ ਉਹਨਾਂ ਗੈਸਾਂ ਨੂੰ ਹੀ ਆਪਾਂ ਗ੍ਰੀਨ ਹਾਊਸ ਗੈਸ ਕਹਿੰਦੇ ਆ। ਬਿਲਕੁਲ ਮੈਂ ਤੁਹਾਨੂੰ ਸਿੰਪਲ ਤਰੀਕੇ ਦੇ ਨਾਲ ਦੱਸਿਆ, ਠੀਕ ਹੈ, ਕਿ ਅਜਿਹੀ ਗੈਸਾਂ ਜਿਹੜੀ ਸੂਰਜ ਦੀ ਹੀਟ ਨੂੰ ਰੋਕ ਲੈਂਦੀਆਂ, ਅਬਜ਼ੋਰਵ ਕਰ ਲੈਂਦੀਆਂ, ਸੋਖ ਲੈਂਦੀਆਂ ਤੇ ਸਾਡੇ ਵਾਯੂਮੰਡਲ ਦੇ ਵਿੱਚ ਹੀ ਰੋਕ ਕੇ ਰੱਖਦੀਆਂ ਉਹਨਾਂ ਨੂੰ, ਜਿਹਦੇ ਕਰਕੇ ਸਾਡੇ ਵਾਯੂਮੰਡਲ ਦਾ ਤਾਪਮਾਨ ਵੱਧ ਰਿਹਾ ਦਿਨ ਪ੍ਰਤੀ ਦਿਨ। ਤਾਂ ਅਜਿਹੀ ਗੈਸਾਂ ਨੂੰ ਆਪਾਂ ਗ੍ਰੀਨ ਹਾਊਸ ਗੈਸਾਂ ਬੋਲਦੇ ਆ, ਠੀਕ ਹੈ। ਜਿੰਨਾ ਜ਼ਿਆਦਾ ਪ੍ਰਦੂਸ਼ਣ ਆਪਾਂ ਕਰਦੇ ਆ, ਪ੍ਰਦੂਸ਼ਣ ਦੇ ਵਿੱਚ ਜਿੰਨੀ ਕੁ ਵੀ ਗੈਸਾਂ ਹੁੰਦੀਆਂ ਉਹ ਸਾਰੀ ਦੀ ਸਾਰੀ ਗ੍ਰੀਨ ਹਾਊਸ ਗੈਸਾਂ ਹੀ ਹੁੰਦੀਆਂ, ਠੀਕ ਹੈ ਨਾ। ਤਾਂ ਜਿਸ ਕਰਕੇ ਹੀ ਆਪਾਂ ਕਹਿੰਦੇ ਕਿ ਜੇ ਪ੍ਰਦੂਸ਼ਣ ਵਧ ਰਿਹਾ ਤਾਂ ਗਲੋਬਲ ਵਾਰਮਿੰਗ ਵੀ ਵਧ ਰਹੀ ਹੈ। ਤਾਂ ਉਹੀ ਕਾਰਨ ਹੈ, ਪ੍ਰਦੂਸ਼ਣ 'ਚ ਜਿਹੜੀ ਗੈਸਾਂ ਹੁੰਦੀਆਂ ਉਹ ਗਲੋਬਲ ਵਾਰਮਿੰਗ ਵਾਸਤੇ ਜ਼ਿੰਮੇਵਾਰ ਹੁੰਦੀ ਹੈ। ਤਾਂ ਸਭ ਤੋਂ ਜ਼ਿਆਦਾ ਜਿਹੜੀ ਗ੍ਰੀਨ ਹਾਊਸ ਗੈਸ ਹੈ, ਪ੍ਰਮੁੱਖ ਗ੍ਰੀਨ ਹਾਊਸ ਗੈਸ ਹੈ, ਗੈਸ ਪੁੱਛਿਆ ਇਹਨਾਂ ਨੇ, ਤਾਂ ਉਹ ਹੈਗੀ ਹੈ ਜੀ CO2। ਕਿਹੜੀ ਹੈ? CO2, ਕਾਰਬਨ ਡਾਈਆਕਸਾਈਡ। ਸੁਪਰ ਇੰਪੋਰਟੈਂਟ ਹੈ। ਹਾਲਾਂਕਿ ਹੋਰ ਵੀ ਗ੍ਰੀਨ ਹਾਊਸ ਗੈਸਾਂ ਹੈਗੀਆਂ, ਬਟ ਇਹਨਾਂ ਨੇ ਪ੍ਰਮੁੱਖ ਪੁੱਛਿਆ, ਮੇਨ ਪੁੱਛਿਆ, ਠੀਕ ਹੈ। ਤਾਂ ਮੇਨ ਕਾਰਬਨ ਡਾਈਆਕਸਾਈਡ ਗੈਸ ਹੈ। ਜੇ ਤੁਹਾਨੂੰ ਕਿੰਨੀ ਵੀ ਗੈਸਾਂ ਆਪਸ਼ਨ ਦੇ ਵਿੱਚ ਦੇਈ ਹੋਣ ਤੇ ਕਿਹਾ ਹੋਵੇ ਕਿ ਮੇਨ ਗੈਸ ਕਿਹੜੀ ਹੈ, ਮੇਨ ਗੈਸ ਜਿਹੜੀ ਗ੍ਰੀਨ ਹਾਊਸ ਵਾਸਤੇ ਜ਼ਿੰਮੇਵਾਰ ਹੈ, ਮੇਨ ਮੁੱਖ, ਤਾਂ ਉਹ ਕਾਰਬਨ ਡਾਈਆਕਸਾਈਡ ਹੈ। ਹਾਲਾਂਕਿ ਕਾਰਬਨ ਡਾਈਆਕਸਾਈਡ ਤੋਂ ਵੀ ਜ਼ਿਆਦਾ ਖਤਰਨਾਕ ਮੀਥੇਨ ਹੈ। ਕਾਰਬਨ ਡਾਈਆਕਸਾਈਡ ਤੋਂ ਵੀ ਜ਼ਿਆਦਾ ਖਤਰਨਾਕ ਕਿਹੜੀ ਗ੍ਰੀਨ ਹਾਊਸ ਗੈਸ ਹੈ? ਮੀਥੇਨ। ਉਹ ਕੁਐਸਚਨ ਤੇ ਡਿਪੈਂਡ ਕਰਦਾ ਹੈ, ਕੁਐਸਚਨ ਨੂੰ ਕਿਸ ਹਿਸਾਬ ਤੇ ਪੁੱਛਦੇ ਆ, ਠੀਕ ਹੈ ਜੀ। ਅੱਗੇ ਪੜਾਂਗੇ ਅੱਗਾ ਆਪੇ, ਚਲੋ ਮਤਲਬ ਅੱਗੇ ਆਪਾਂ ਪੜਾਂਗੇ ਉਹਨੂੰ, ਹਨਾ। ਗ੍ਰੀਨ ਹਾਊਸ ਗੈਸਾਂ 'ਚ ਅੱਛਾ ਇਹ ਦੇਖੋ ਬਈ, ਇਹ ਗ੍ਰੀਨ ਹਾਊਸ ਗੈਸਾਂ ਦਾ ਕੰਟਰੀਬਿਊਸ਼ਨ ਹੈ ਇੱਕ ਤਰ੍ਹਾਂ ਨਾਲ, ਠੀਕ ਹੈ। ਵਾਟਰ ਵੇਪਰ ਸਭ ਤੋਂ ਜ਼ਿਆਦਾ ਹੈ ਗ੍ਰੀਨ ਹਾਊਸ ਦੇ ਵਿੱਚ। ਸਭ ਤੋਂ ਜ਼ਿਆਦਾ ਕੰਟਰੀਬਿਊਸ਼ਨ ਕਿਹਨਾਂ ਦਾ ਹੈ? ਵਾਟਰ ਵੇਪਰਾਂ ਦਾ। ਵਾਟਰ ਵੇਪਰ ਵੀ ਹੀਟ ਨੂੰ ਟਰੈਪ ਕਰ ਲੈਂਦੇ ਆ, ਰੋਕ ਲੈਂਦੇ ਆ, ਠੀਕ ਹੈ। ਸਭ ਤੋਂ ਜ਼ਿਆਦਾ ਕੰਟਰੀਬਿਊਸ਼ਨ ਇਹਨਾਂ ਦਾ ਹੈ। ਉਸ ਤੋਂ ਬਾਅਦ ਕਾਰਬਨ ਡਾਈਆਕਸਾਈਡ ਦਾ ਹੈ ਜੀ, ਠੀਕ ਹੈ। ਤੀਜੇ ਨੰਬਰ ਤੇ ਮੀਥੇਨ ਦਾ ਹੈ। ਬਟ ਮੀਥੇਨ ਇਹਨਾਂ ਸਾਰਿਆਂ ਤੋਂ ਖਤਰਨਾਕ ਹੈ। ਇਹਦੀ ਹੀਟ ਨੂੰ ਸੋਖਣ ਦੀ ਕੈਪੈਸਿਟੀ ਜ਼ਿਆਦਾ ਹੈ, ਸਮਝਿਓ ਨਾ ਗੱਲ ਨੂੰ। ਇਹ ਜ਼ਿਆਦਾ ਮਿਲਣਗੇ ਤੁਹਾਨੂੰ ਐਟਮੋਸਫੇਅਰ ਦੇ ਵਿੱਚ, ਇਹ ਵੀ ਜ਼ਿਆਦਾ ਮਿਲਣਗੇ, ਇਹ ਉਸ ਤੋਂ ਘੱਟ ਮਿਲੇਗੀ, ਇਹ ਉਸ ਤੋਂ ਵੀ ਘੱਟ ਮਿਲੇਗੀ, ਬਟ ਜਿਹੜੀ ਪਾਵਰ ਹੈ, ਜਿਹੜੀ ਤਰ੍ਹਾਂ ਦੀ ਕੈਪੈਸਿਟੀ ਹੈ ਹਨਾ ਹੋਲਡ ਕਰਨ ਦੀ, ਉਹ ਇਹਦੀ ਜ਼ਿਆਦਾ ਹੈ। ਸਭ ਤੋਂ ਖਤਰਨਾਕ ਇਹ ਹੈ, ਠੀਕ ਹੈ। ਗੈਸਾਂ ਦੇ ਵਿੱਚ ਸਭ ਤੋਂ ਖਤਰਨਾਕ ਇਹ ਹੈ, ਪਰ ਸਭ ਤੋਂ ਪ੍ਰਮੁੱਖ ਕਿਹੜੀ ਹੈ? ਇਹ ਹੈਗੀ ਹੈ। ਵਾਟਰ ਵੇਪਰ ਕੋਈ ਗੈਸ ਨਹੀਂ ਹੈਗੀ। ਵਾਟਰ ਵੇਪਰ ਤਾਂ ਜਸਟ ਵੇਪਰ ਹੈਗੇ ਆ ਜਿਹੜੇ ਐਟਮੋਸਫੇਅਰ ਦੇ ਵਿੱਚ ਹੈ, ਪਾਣੀ ਦੇ ਵਾਸਪ, ਠੀਕ ਹੈ। ਓਜ਼ੋਨ ਵੀ ਗ੍ਰੀਨ ਹਾਊਸ ਗੈਸ ਹੈ, ਬਟ ਓਜ਼ੋਨ ਤੁਹਾਨੂੰ ਪਤਾ ਹੈ ਓਜ਼ੋਨ ਆਪਣੇ ਵਾਯੂਮੰਡਲ ਤੋਂ ਉੱਪਰ ਹੈਗੀ ਹੈ। ਜਿਹੜੀ ਸਟ੍ਰੈਟੋਸਫੇਅਰ ਹੈ, ਸਮਤਾਪ ਮੰਡਲ, ਕਿੱਥੇ ਹੈ ਓਜ਼ੋਨ? ਓਜ਼ੋਨ ਹੈਗੀ ਹੈ ਜੀ ਸਮਤਾਪ ਮੰਡਲ ਦੇ ਵਿੱਚ। ਇਹ ਡਾਇਰੈਕਟ ਆ ਜਾਂਦਾ ਹੈ ਕੁਐਸਚਨ, ਓਜ਼ੋਨ ਕਿੱਥੇ ਮਿਲਦੀ ਹੈ? ਸਮਤਾਪ ਮੰਡਲ ਦੇ ਵਿੱਚ ਓਜ਼ੋਨ ਦੀ ਪਰਤ ਮਿਲਦੀ ਹੈ। ਉੱਥੇ ਹੈ ਤਾਂ ਆਪਣੇ ਵਾਸਤੇ ਗੁੱਡ, ਬੜੀਆ, ਬਟ ਆਪਾਂ ਰਹਿੰਦੇ ਆ ਸ਼ੋਭ ਮੰਡਲ ਦੇ ਵਿੱਚ। ਕਿੱਥੇ ਰਹਿੰਦੇ ਆਪਾਂ? ਸ਼ੋਭ ਮੰਡਲ ਟ੍ਰੋਪੋਸਫੇਅਰ ਦੇ ਵਿੱਚ। ਕਿੱਥੇ ਰਹਿੰਦੇ ਆਪਾਂ? ਟ੍ਰੋਪੋਸਫੇਅਰ ਦੇ ਵਿੱਚ ਰਹਿੰਦੇ ਆਪਾਂ ਬਈ, ਟ੍ਰੋਪੋਸਫੇਅਰ, ਜਿਹਨੂੰ ਆਪਾਂ ਹਿੰਦੀ 'ਚ ਸ਼ੋਭ ਮੰਡਲ ਬੋਲਦੇ ਆ, ਪੰਜਾਬੀ 'ਚ ਵੀ ਸ਼ੋਭ ਮੈਂ ਲਿਖਦਾ ਇੱਥੇ, ਸ਼ੋਭ ਮੰਡਲ। ਜੇ ਇੱਥੇ ਮਿਲਦੀ ਹੈ ਓਜ਼ੋਨ ਫਿਰ ਬੈਡ ਹੈ ਜੀ ਆਪਣੇ ਵਾਸਤੇ, ਫਿਰ ਬੁਰੀ ਹੈ, ਠੀਕ ਹੈ। ਜਿੱਥੇ ਆਪਾਂ ਰਹਿੰਦੇ ਆ ਜੇ ਇੱਥੇ ਸਾਨੂੰ ਓਜ਼ੋਨ ਮਿਲਦੀ ਹੈ ਉਹ ਹਾਨੀਕਾਰਕ ਹੈ। ਕਿਉਂਕਿ ਉਹ ਇੱਥੇ ਵੀ ਸੂਰਜ ਦੀ ਰੋਸ਼ਨੀ ਜਾਂ ਹੀਟ ਹੈ ਉਹਨੂੰ ਅਬਜ਼ੋਰਬ ਕਰੇਗੀ, ਟੈਂਪਰੇਚਰ ਵਧੇਗਾ, ਇੱਥੇ ਗਰਮੀ ਵਧੇਗੀ, ਗਲੋਬਲ ਵਾਰਮਿੰਗ ਵਧੇਗੀ, ਠੀਕ ਹੈ। ਜੇ ਉਹ ਮਿਲਦੀ ਹੈ ਸਟ੍ਰੈਟੋਸਫੇਅਰ ਦੇ ਵਿੱਚ ਘੱਟੋ ਘੱਟ 30 ਕਿਲੋਮੀਟਰ ਉੱਪਰ, ਠੀਕ ਹੈ, 25-30 ਕਿਲੋਮੀਟਰ ਉੱਪਰ, ਫਿਰ ਵਧੀਆ ਹੈ, ਫਿਰ ਕੋਈ ਇਸ਼ੂ ਨਹੀਂ ਹੈਗਾ, ਠੀਕ ਹੈ। ਫਿਰ ਉਹ ਵਧੀਆ, ਫਿਰ ਸੂਰਜ ਦੀ ਹੀਟ ਨੂੰ ਉੱਪਰੋਂ ਰੋਕ ਲੇਗੀ, ਉਹ ਧਰਤੀ ਤੇ ਨਹੀਂ ਆਉਣ ਦੇਣਾ ਉਹਨੇ। ਯੂਵੀ ਰੇਡੀਏਸ਼ਨ ਤੁਹਾਨੂੰ ਪਤਾ ਨਾ, ਸੂਰਜ ਦੀ ਜਿਹੜੀ ਪਰਾਬੈਂਗਣੀ ਕਿਰਨਾਂ ਹੁੰਦੀਆਂ, ਯੂਵੀ ਰੇਜ਼ ਜਿਹਨੂੰ ਆਪਾਂ ਬੋਲਦੇ ਹਾਂ ਪਰਾਬੈਂਗਣੀ ਕਿਰਨਾਂ, ਜਿਹਦੇ ਕਰਕੇ ਸਾਨੂੰ ਸਕਿਨ ਕੈਂਸਰ ਹੋ ਜਾਂਦਾ ਹੈ, ਉਹਨਾਂ ਨੂੰ ਓਜ਼ੋਨ ਪਰਤ ਸੋਖ ਲੈਂਦੀ ਹੈ, ਠੀਕ ਹੈ। ਤਾਂ ਜੇ ਉਹ ਸਮਤਾਪ ਮੰਡਲ ਦੇ ਵਿੱਚ ਹੈ ਤਾਂ ਵਧੀਆ ਹੈ। ਜੇ ਟ੍ਰੋਪੋਸਫੇਅਰ ਜਿੱਥੇ ਆਪਾਂ ਰਹਿੰਦੇ ਆ ਸ਼ੋਭ ਮੰਡਲ, ਫਿਰ ਉਹ ਗਲਤ ਹੈ, ਓਕੇ। ਚਲੋ ਫਿਰ ਨੈਕਸਟ ਆਓ, ਇੱਥੇ ਵੀ ਕੁਝ ਲਿਖਿਆ ਹੋਇਆ, ਪੜ੍ਹ ਲਓ ਇਹ ਵੀ ਬਈ। ਗ੍ਰੀਨ ਹਾਊਸ ਗੈਸਾਂ ਨੂੰ ਤਾਪ ਟ੍ਰੈਪਿੰਗ ਗੈਸਾਂ ਵਜੋਂ ਜਾਣਿਆ ਜਾਂਦਾ ਹੈ। ਹੀਟ, ਤਾਪ ਮਤਲਬ ਹੀਟ, ਟ੍ਰੈਪ ਮਤਲਬ ਰੋਕ ਲੈਣਾ, ਟ੍ਰੈਪ ਆਪਣੇ ਜਾਲ 'ਚ ਫਸਾ ਲੈਣਾ। ਤਾਪ ਟ੍ਰੈਪਿੰਗ ਗੈਸਾਂ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਹ ਗਰਮੀ ਨੂੰ ਰੋਕ ਕੇ ਵਾਯੂਮੰਡਲ ਦੇ ਤਾਪਮਾਨ ਨੂੰ ਵਧਾਉਂਦੀਆਂ ਹਨ। ਇਹ ਗਰਮੀ ਨੂੰ ਰੋਕ ਲੈਂਦੀਆਂ, ਵਾਯੂਮੰਡਲ ਦਾ ਤਾਪਮਾਨ ਵਧਾਉਂਦੀਆਂ। ਕੁਝ ਪ੍ਰਮੁੱਖ ਗ੍ਰੀਨ ਹਾਊਸ ਗੈਸਾਂ ਦੇਖ ਲਓ ਬਈ, CO2 ਕਾਰਬਨ ਡਾਈਆਕਸਾਈਡ, ਮੀਥੇਨ ਹੋ ਗਈ ਜੀ, ਨਾਈਟਰਸ ਆਕਸਾਈਡ ਹੋ ਗਈ, ਕਲੋਰੋਫਲੋਰੋਕਾਰਬਨ, ਠੀਕ ਹੈ,
ਤੇ ਜਲ ਵਾਸ਼ਪ ਯਾਨੀ ਵਾਟਰ ਵੇਪਰ ਤੇ ਓਜ਼ੋਨ। ਸੁਪਰ ਇੰਪੋਰਟੈਂਟ ਹੈ, ਇਹ ਗ੍ਰੀਨ ਹਾਊਸ ਗੈਸਾਂ ਹੈਗੀਆਂ। ਤੁਹਾਨੂੰ ਕੁਐਸਚਨ ਗ੍ਰੀਨ ਹਾਊਸ ਗੈਸਾਂ ਦੇ ਬਹੁਤ ਆਉਂਦੇ ਆ, ਮੈਂ ਅੱਗੇ ਵੀ ਐਡ ਕਰੇ ਆ, ਆਪਾਂ ਦੇਖਦੇ ਹਾਂ ਗ੍ਰੀਨ ਹਾਊਸ ਗੈਸਾਂ ਵਾਲੇ ਕੁਐਸਚਨਾਂ ਨੂੰ। ਚਲੋ ਅੱਗੇ ਦੇਖੋ ਜੀ, ਗ੍ਰੀਨ ਹਾਊਸ ਪ੍ਰਭਾਵ ਵਾਯੂਮੰਡਲ ਵਿੱਚ ਕਿਸ ਗੈਸ ਦੇ ਉੱਚ ਪੱਧਰ ਕਾਰਨ ਹੁੰਦਾ ਹੈ? ਠੀਕ ਹੈ, ਕਿਹੜੀ ਗੈਸ ਦਾ ਉੱਚ ਪੱਧਰ ਹੋ ਜਾਂਦਾ ਹੈ ਜਿਹਦੇ ਕਰਕੇ ਗ੍ਰੀਨ ਹਾਊਸ ਗੈਸ ਹੁੰਦਾ ਹੈ, ਗ੍ਰੀਨ ਹਾਊਸ ਪ੍ਰਭਾਵ ਹੁੰਦਾ ਹੈ ਨਾ। ਤਾਂ ਆਪਸ਼ਨ ਦੇਖ ਲਓ, ਤਾਂ ਕਿਹੜੀ ਗੈਸ ਪੁੱਛੀ ਉਹਨੇ ਜ਼ਿਆਦਾ ਹੋ ਜਾਂਦੀ ਹੈ, ਤਾਂ ਆਪਾਂ ਕਰਾਂਗੇ ਜੀ CO2 ਨੂੰ, ਕਾਰਬਨ ਡਾਈਆਕਸਾਈਡ, CO2। ਠੀਕ ਹੈ, ਚਲੋ ਉਸ ਤੋਂ ਬਾਅਦ ਹੇਠ ਲਿਖਿਆਂ ਵਿੱਚੋਂ ਕਿਹੜੀ ਗ੍ਰੀਨ ਹਾਊਸ ਗੈਸ ਨਹੀਂ ਹੈ? ਹਾਈਡਰੋਜਨ। ਹਾਈਡਰੋਜਨ ਬਾਰੇ ਤਾਂ ਆਪਾਂ ਨੇ ਪੜ੍ਹਿਆ ਨਹੀਂ ਕਿ ਹਾਈਡਰੋਜਨ ਕੋਈ ਗ੍ਰੀਨ ਹਾਊਸ ਗੈਸ ਹੈ, ਤਾਂ ਇਹਦਾ ਮਤਲਬ ਇਹੀ ਹੋ ਗਿਆ ਫਿਰ ਇਹ ਗ੍ਰੀਨ ਹਾਊਸ ਗੈਸ ਨਹੀਂ ਹੈ ਬਈ। ਕਾਰਬਨ ਡਾਈਆਕਸਾਈਡ ਹੈਗੀ ਹੈ, ਨਾਈਟ੍ਰੋਸ ਆਕਸਾਈਡ ਵੀ ਹੈ, ਕਲੋਰੋਫਲੋਰੋਕਾਰਬਨ ਵੀ ਹੈ, ਠੀਕ ਹੈ, ਪਰ ਹਾਈਡਰੋਜਨ ਗ੍ਰੀਨ ਹਾਊਸ ਗੈਸ ਨਹੀਂ ਹੈ। ਹਾਈਡਰੋਜਨ ਸਭ ਤੋਂ ਹਲਕੀ ਗੈਸ ਹੈ, ਲਾਈਟੈਸਟ, ਸਭ ਤੋਂ ਹਲਕੀ, ਠੀਕ ਹੈ। ਉਸ ਤੋਂ ਬਾਅਦ ਹੀਲੀਅਮ ਆਉਂਦਾ ਹੈ। ਚਲੋ ਨੈਕਸਟ ਆਓ, ਬਾਇਓਗੈਸ ਦਾ ਮੁੱਖ ਤੱਤ ਕੀ ਹੈ? ਬਾਇਓਗੈਸ ਬਈ, ਬਾਇਓਗੈਸ, ਠੀਕ ਹੈ, ਜਿਹੜੀ ਗੋਬਰ ਗੈਸ ਤੋਂ ਬਣਦੀ ਹੈ ਜਾਂ ਦਲਦਲੀ ਵਿੱਚ ਕੁਦਰਤੀ ਬਣ ਜਾਂਦੀ ਹੈ, ਬਾਇਓ ਵੇਸਟ ਤੋਂ ਆਪਾਂ ਬਣਾ ਦਿੰਦੇ ਹਾਂ, ਹਨਾ। ਗੋਬਰ ਗੈਸ ਪਲਾਂਟ ਤੁਸੀਂ ਦੇਖੇ ਹੋਣੇ, ਉੱਥੇ ਜਿਹੜੀ ਗੈਸ ਬਣਦੀ ਹੈ ਬਾਇਓਗੈਸ, ਉਹਦੇ ਚ ਮੇਨ ਕੰਟੈਂਟ ਕੀ ਹੈ, ਮੁੱਖ ਤੱਤ ਕੀ ਹੈ? ਤਾਂ ਉਹਦੇ ਚ ਹੁੰਦੀ ਹੈ ਮੇਨਲੀ CH4। ਹੁਣ CH4 ਕੀ ਚੀਜ਼ ਹੈ? ਇਹ ਮੀਥੇਨ। CH4 ਬਹੁਤ ਵਾਰ ਪੁੱਛਿਆ ਜਾਂਦਾ ਹੈ, ਮੀਥੇਨ, ਠੀਕ ਹੈ। ਇਸ ਤੋਂ ਇਲਾਵਾ ਬਿਊਟੇਨ ਹੁੰਦਾ ਹੈ, ਪ੍ਰੋਪੇਨ ਹੁੰਦੀ ਹੈ ਜੀ, ਬਹੁਤ ਕੁਝ ਹੁੰਦਾ ਹੈ, ਕਾਰਬਨ ਡਾਈਆਕਸਾਈਡ ਹੁੰਦੀ ਹੈ, ਪਰ ਸਭ ਤੋਂ ਜ਼ਿਆਦਾ ਕਿਹੜੀ ਹੁੰਦੀ ਹੈ? ਮੀਥੇਨ ਹੁੰਦੀ ਹੈ, ਠੀਕ ਹੈ। ਅੱਛਾ, ਇੱਕ ਹੁੰਦੀ ਹੈ ਨੈਚੁਰਲ ਗੈਸ, ਕੁਦਰਤੀ ਗੈਸ, ਨੈਚੁਰਲ ਗੈਸ, ਇਹ ਵੀ ਧਰਤੀ ਚੋਂ ਨਿਕਲਦੀ ਹੈ, ਕੁਦਰਤੀ ਨੈਚੁਰਲ ਗੈਸ। ਇਹਦੇ ਵਿੱਚ ਵੀ ਕੀ ਹੁੰਦਾ ਹੈ ਬਈ? ਨੈਚੁਰਲ ਗੈਸ ਦੇ ਵਿੱਚ ਵੀ ਮੀਥੇਨ ਹੀ ਹੁੰਦਾ ਹੈ। ਨੈਚੁਰਲ ਗੈਸ ਯਾਦ ਰੱਖਣਾ ਹੈ, ਬਹੁਤ ਇੰਪੋਰਟੈਂਟ ਹੈ। ਨੈਚੁਰਲ ਗੈਸ ਇਹ ਲਿਖ ਲਿਓ, ਕਿਉਂਕਿ ਇਹ ਮੈਂ ਕੁਐਸਚਨ ਐਡ ਕਰਨਾ ਭੁੱਲ ਗਿਆ, ਠੀਕ ਹੈ। ਨੈਚੁਰਲ ਗੈਸ ਦੇ ਵਿੱਚ ਵੀ ਮੀਥੇਨ ਹੀ ਹੁੰਦਾ ਹੈ, CH4। ਤੇ ਨੈਚੁਰਲ ਗੈਸ ਨੂੰ ਜਦੋਂ ਆਪਾਂ ਕੰਪਰੈਸ ਕਰ ਲੈਂਦੇ ਆ, ਕੰਪਰੈਸ ਮਤਲਬ ਉਹਨੂੰ ਸੰਪੀੜਿਤ ਕਰ ਲੈਂਦੇ ਆ, ਹਨਾ, ਕੰਪਰੈਸ, ਠੀਕ ਹੈ, ਤਾਂ ਕੰਪਰੈਸ ਕਰ ਲੈਂਦੇ ਆ ਤਾਂ ਉਹ ਬਣ ਜਾਂਦੀ ਹੈ ਜੀ CNG, ਕੰਪਰੈਸਡ ਨੈਚੁਰਲ ਗੈਸ। CNG ਤੁਸੀਂ ਸੁਣਿਆ ਹੋਣਾ, CNG ਆਪਾਂ ਆਪਣੀ ਕਾਰ ਵਗੈਰਾ 'ਚ ਯੂਜ਼ ਕਰਦੇ ਆ, ਜਾਂ 3 ਵੀਲਰ ਵਗੈਰਾ ਵਾਲੇ ਯੂਜ਼ ਕਰਦੇ ਆ, ਜਿਹੜੇ ਆਪਣੇ ਆਟੋਮੋਬਾਈਲ ਵਾਹਨ ਆ ਰਹੇ ਆ ਅੱਜ ਕੱਲ੍ਹ, ਉਹ ਸਾਰੇ CNG ਆ ਰਹੇ ਆ, ਵਹੀਕਲਾਂ ਦੇ ਵਿੱਚ CNG ਗੈਸ ਹੁੰਦੀ ਹੈ। CNG ਕੀ ਚੀਜ਼ ਹੈ? ਕੰਪਰੈਸਡ ਨੈਚੁਰਲ ਗੈਸ। ਇਹਦੇ 'ਚ ਮੀਥੇਨ ਹੀ ਹੁੰਦੀ ਹੈ ਮੇਨਲੀ ਤਾਂ, ਓਕੇ, ਇਹ ਨੋਟ ਕਰ ਲਿਓ ਬਈ ਗੱਲਾਂ। ਚਲੋ ਅੱਗੇ ਆਓ, ਥਰਮਲ ਪਾਵਰ ਸਟੇਸ਼ਨਾਂ ਦਾ ਮੁੱਖ ਗੈਸੀ ਪ੍ਰਦੂਸ਼ਕ ਦੱਸਣਾ ਵੀ ਕਿਆ ਚੀਜ਼ ਹੈ। ਥਰਮਲ ਪਾਵਰ ਸਟੇਸ਼ਨ, ਥਰਮਲ ਪਾਵਰ ਪਲਾਂਟ ਹੁੰਦੇ ਆ ਜਿੱਥੇ ਕੋਲੇ ਤੋਂ ਬਿਜਲੀ ਬਣਦੀ ਹੈ, ਜਿਵੇਂ ਆਪਣੇ ਪੰਜਾਬ 'ਚ ਹੋ ਗਿਆ, ਰਾਜਪੁਰਾ ਹੋ ਗਿਆ, ਬਠਿੰਡਾ ਹੋ ਗਿਆ, ਇਦਾਂ ਕਰਕੇ, ਹੈ ਨਾ। ਕਾਫੀ ਹੈਗੇ ਆ ਥਰਮਲ ਪਾਵਰ ਪਲਾਂਟ। ਤਾਂ ਪੰਜਾਬ ਜਾਂ ਕੋਈ ਵੀ ਥਰਮਲ ਪਾਵਰ ਪਲਾਂਟ ਹੈ, ਕੁੱਲ ਮਿਲਾ ਕੇ ਗੱਲ ਇਹ ਹੈ, ਤਾਂ ਉਹਦੇ 'ਚ ਧੂੰਆਂ ਨਿਕਲਦਾ ਹੀ ਨਿਕਲਦਾ, ਕਿਉਂਕਿ ਉੱਥੇ ਕੋਲਾ ਹੈ ਜਿਹੜਾ ਉਹ ਬਲਦਾ ਹੈ, ਠੀਕ ਹੈ, ਧੂੰਆਂ ਨਿਕਲਦਾ। ਤਾਂ ਜਿਹੜੇ ਵੀ ਗੈਸਾਂ ਨਿਕਲਦੀਆਂ, ਸਭ ਤੋਂ ਜ਼ਿਆਦਾ ਪ੍ਰਦੂਸ਼ਣ ਵਾਲੀ ਕਿਹੜੀ ਗੈਸ ਉੱਥੋਂ ਨਿਕਲਦੀ ਹੈ? ਤਾਂ ਉਹ ਨਿਕਲਦੀ ਹੈ ਸਲਫਰ ਡਾਈਆਕਸਾਈਡ। ਸਲਫਰ ਡਾਈਆਕਸਾਈਡ, SO2, SO2 ਏਦਾਂ ਲਿਖ ਲਿਓ, ਠੀਕ ਹੈ, SO2 ਸਲਫਰ ਡਾਈਆਕਸਾਈਡ, ਸਲਫਰ ਡਾਈਆਕਸਾਈਡ, ਜਿਵੇਂ CO2 ਕਾਰਬਨ ਡਾਈਆਕਸਾਈਡ ਹੋ ਗਿਆ, SO2 ਸਲਫਰ ਡਾਈਆਕਸਾਈਡ ਹੋ ਗਿਆ, ਠੀਕ ਹੈ, ਸਮਝਿਓ ਗੱਲ ਨੂੰ। ਤੇ ਇਹ ਸਲਫਰ ਡਾਈਆਕਸਾਈਡ ਹੈ ਜਿਹੜੀ, ਇਹ ਤੇਜ਼ਾਬੀ ਮੀਂਹ ਵਾਸਤੇ ਵੀ ਜ਼ਿੰਮੇਵਾਰ ਹੈ, ਐਸਿਡਿਕ ਰੇਨ ਵਾਸਤੇ, ਐਸਿਡ ਰੇਨ ਵਾਸਤੇ ਤੇਜ਼ਾਬੀ ਬਾਰਿਸ਼ ਹੁੰਦੀ ਹੈ, ਕਿਉਂਕਿ ਇਹ ਜਿਹੜਾ ਸਲਫਰ ਡਾਈਆਕਸਾਈਡ ਹੈ ਉੱਪਰ ਜਾ ਕੇ ਬੱਦਲਾਂ ਦੇ ਵਿੱਚ ਮਿਕਸ ਹੋ ਜਾਂਦਾ ਹੈ, ਵਾਟਰ ਵੇਪਰਾਂ 'ਚ ਮਿਕਸ ਹੋ ਜਾਂਦਾ ਹੈ। ਫਿਰ ਜਦੋਂ ਬਾਰਿਸ਼ ਹੁੰਦੀ ਹੈ ਤਾਂ ਇਹ ਪਾਣੀ ਦੇ ਰਾਹੀਂ ਧਰਤੀ ਤੇ ਆਉਂਦਾ ਹੈ ਦੁਬਾਰੇ, ਠੀਕ ਹੈ, ਤਾਂ ਉਹ ਤੇਜ਼ਾਬੀ ਬਾਰਿਸ਼ ਹੁੰਦੀ ਹੈ, ਤੇਜ਼ਾਬ ਬਣ ਜਾਂਦਾ ਉੱਪਰ, ਉਹ ਤੇਜ਼ਾਬੀ ਬਾਰਿਸ਼ ਹੁੰਦੀ ਹੈ। ਨੈਕਸਟ ਆਓ ਜੀ, ਕਾਰਬਨ ਮੋਨੋਆਕਸਾਈਡ ਇੱਕ ਜਲਣਸ਼ੀਲ ਗੈਸ ਹੈ, ਇਹਨਾਂ ਵਿੱਚੋਂ ਵੀ ਕਿਹੜਾ ਇੱਕ ਜਲਣਸ਼ੀਲ ਹੈ, ਇਹ ਦੱਸਣਾ ਜੀ। ਦੇਖੋ, ਕਾਰਬਨ ਮੋਨੋਆਕਸਾਈਡ ਬਾਰੇ ਕਿਹਾ ਕਿ ਇਹ ਤਾਂ ਇੱਕ ਜਲਣਸ਼ੀਲ ਗੈਸ ਹੈਗੀ ਹੈ, ਜਲਣਸ਼ੀਲ ਗੈਸ ਹੈ। ਇਸ ਤੋਂ ਇਲਾਵਾ ਇਹਨਾਂ ਵਿੱਚੋਂ ਹੋਰ ਕਿਹੜੀ ਜਲਣਸ਼ੀਲ ਗੈਸ ਹੈ? ਤਾਂ ਮੈਂ ਤੁਹਾਨੂੰ ਪਹਿਲਾਂ ਵੀ ਇਸੇ ਕਲਾਸ ਦੇ ਵਿੱਚ 2-3 ਵਾਰ ਕਹਿ ਚੁੱਕਿਆ ਕਿ ਜਿਹੜੀ ਹਾਈਡਰੋਜਨ ਹੈ ਉਹ ਜਵਲਨਸ਼ੀਲ ਗੈਸ ਹੈ। ਇਹਦਾ ਫਿਰ ਆਨਸਰ ਕੀ ਆ ਜਾਏਗਾ? ਹਾਈਡਰੋਜਨ ਇਹਦਾ ਆਨਸਰ ਆ ਜਾਏਗਾ। ਚਲੋ ਫਿਰ ਅੱਗੇ ਆਓ, ਠੀਕ ਹੈ, ਓਕੇ। ਬਾਕੀ ਵੀਡੀਓ ਨੂੰ ਲਾਈਕ ਕਰ ਦਿਓ ਬਾਈ, ਠੀਕ ਹੈ। ਹਾਂਜੀ, ਰੇਡੀਓਥੈਰੇਪੀ ਲਈ ਕਿਹੜੀ ਨੋਬਲ ਗੈਸ ਵਰਤੀ ਜਾਂਦੀ ਹੈ? ਰੇਡੀਓਥੈਰੇਪੀ, ਰੇਡੀਓਥੈਰੇਪੀ, ਤਾਂ ਰੇਡੀਓਥੈਰੇਪੀ ਹੋ ਗਿਆ, ਕੈਂਸਰ ਦਾ ਇਲਾਜ ਹੋ ਗਿਆ, ਇਹਦੇ ਵਾਸਤੇ ਆਪਾਂ ਗੈਸ ਵਰਤਦੇ ਹਾਂ ਰੈਡੋਨ ਗੈਸ। ਕਿਹੜੀ ਗੈਸ ਵਰਤਦੇ ਹਾਂ? ਰੈਡੋਨ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ, ਰੈਡੋਨ। ਚਲੋ ਫਿਰ ਰੈਡੋਨ ਬਾਰੇ ਕੁਝ ਦੇਖਦੇ ਹਾਂ, ਪੁਆਇੰਟ 2-4।
ਰਡੋਨ ਦਾ ਐਟੋਮਿਕ ਨੰਬਰ ਕਿੰਨਾ ਹੁੰਦਾ ਹੈ, ਪਰਮਾਣੂ ਸੰਖਿਆ ਕਿਹਦੀ ਹੈ ਰਡੋਨ ਦੀ ਕਿੰਨੀ ਹੈ 86। ਰਡੋਨ ਦੀ ਪਰਮਾਣੂ ਸੰਖਿਆ 86। ਰਡੋਨ ਕਿਹਨੇ ਡਿਸਕਵਰ ਕਰੀ ਸੀਗੀ 1898 ਦੇ ਵਿੱਚ ਮੈਰੀ ਕਿਊਰੀ ਤੇ ਪੈਰੀ ਕਿਊਰੀ ਨੇ ਕਰੀ ਸੀਗੀ ਜੀ। ਠੀਕ ਹੈ, ਰਡੋਨ ਇੱਕ ਰੇਡੀਓ ਐਕਟਿਵ ਐਲੀਮੈਂਟ ਹੈ, ਇਹ ਜ਼ਰੂਰ ਯਾਦ ਰੱਖਿਓ, ਇੱਕ ਰੇਡੀਓ ਐਕਟਿਵ ਤੱਤ ਹੈਗਾ, ਕਈ ਵਾਰ ਆ ਜਾਂਦਾ ਹੈ ਕੁਐਸਚਨ, ਬਟ ਜਿਹੜਾ ਸਭ ਤੋਂ ਮੇਨ ਕੁਐਸਚਨ ਹੈ ਦੋ ਹੈਗੇ ਆ ਜੀ। ਕੈਂਸਰ ਦੇ ਇਲਾਜ ਵਾਸਤੇ ਕਿਹੜੀ ਗੈਸ ਵਰਤੀ ਜਾਂਦੀ ਹੈ, ਕੈਂਸਰ ਦੇ ਇਲਾਜ ਵਾਸਤੇ ਵਰਤੀ ਜਾਂਦੀ ਹੈ ਰਡੋਨ ਗੈਸ। ਕੈਂਸਰ ਦੇ ਇਲਾਜ ਵਾਸਤੇ ਕਿਹੜੀ ਗੈਸ ਵਰਤੀ ਜਾਂਦੀ ਹੈ ਰਡੋਨ। ਤੇ ਇੱਕ ਹੋਰ ਇੰਪੋਰਟੈਂਟ ਕੁਐਸਚਨ ਹੈ, ਕਿਹੜੀ ਗੈਸ ਹੈ ਜਿਹੜੀ ਮਿੱਟੀ ਦੁਆਰਾ ਕੁਦਰਤੀ ਤੌਰ ਤੇ ਨਿਕਲਦੀ ਹੈ, ਮਿੱਟੀ ਦੇ ਵਿੱਚੋਂ ਕੁਦਰਤੀ ਇਹ ਗੈਸ ਨਿਕਲਦੀ ਹੈ, ਉਹ ਹੈਗੀ ਰਡੋਨ। ਦੋਨੇ ਮੋਸਟ ਇੰਪੋਰਟੈਂਟ ਲਾਈਨਾਂ ਇਹ। ਠੀਕ ਹੈ, ਰੇਡੀਓ ਥੈਰੇਪੀ ਦੇ ਰੂਪ ਦੇ ਵਿੱਚ ਕੈਂਸਰ ਰੋਗ ਦੇ ਇਲਾਜ ਦੇ ਲਈ ਆਪਾਂ ਕਿਹੜੀ ਗੈਸ ਵਰਤਦੇ ਹਾਂ ਰਡੋਨ, ਤੇ ਮਿੱਟੀ ਦੁਆਰਾ ਕੁਦਰਤੀ ਕਿਹੜੀ ਗੈਸ ਨਿਕਲਦੀ ਹੈ ਰਡੋਨ। ਓਕੇ ਬਈ, ਚਲੋ ਅਗਲੇ ਕੁਐਸਚਨ ਤੇ ਆਓ। ਰਸੋਈ ਗੈਸ ਕਿਸ ਦਾ ਮਿਸ਼ਰਣ ਹੈ, ਕਰ ਤਾਂ ਚੁੱਕੇ ਆਪਾਂ। ਰਸੋਈ ਗੈਸ ਐਲਪੀਜੀ ਹੁੰਦੀ ਹੈ, ਪਤਾ ਨਾ ਸਾਰਿਆਂ ਨੂੰ। ਰਸੋਈ ਗੈਸ ਮਤਲਬ ਐਲਪੀਜੀ ਦੀ ਗੱਲ ਹੈ, ਲਿਕੁਇਫਾਈਡ ਪੈਟਰੋਲੀਅਮ ਗੈਸ। ਬਿਊਟੇਨ ਤੇ ਪ੍ਰੋਪੇਨ ਹੁੰਦੇ ਆ ਕਿੱਥੇ, ਆਪਸ਼ਨ ਦੇ ਵਿੱਚ ਇਹ ਹੈਗੇ ਆ ਬਿਊਟੇਨ ਤੇ ਪ੍ਰੋਪੇਨ। ਬਟ ਸਮੱਸਿਆ ਕੀ ਹੈ, ਸਮੈਲ ਨਹੀਂ ਹੈਗੀ ਇਹਨਾਂ ਦੀ। ਫਿਰ ਸਮੈਲ ਵਾਸਤੇ ਕੀ ਪਾਉਂਦੇ ਆਪਾਂ, ਮਰ ਕੈਪਟਨ। ਚਲੋ ਅੱਗੇ ਆਓ, ਚਲੋ ਅੱਗੇ ਆਓ। ਹਾਂਜੀ, ਅੱਜ ਕੱਲ ਪੀਲੇ ਲੈਂਪ, ਇਹ ਅੱਜ ਕੱਲ ਤਾਂ ਨਹੀਂ ਰਹੇ ਪੀਲੇ ਲੈਂਪ, ਹੁਣ ਤਾਂ ਇਹਨਾਂ ਦੀ ਵੀ ਥਾਂ ਇਹਨੇ ਲੈ ਲਈ, ਐਲਈਡੀ ਲਾਈਟਾਂ ਆ ਗਈਆਂ ਹੁਣ ਤਾਂ ਸੜਕਾਂ ਦੇ ਕਿਨਾਰੇ ਵੀ। ਠੀਕ ਹੈ, ਬਟ ਤੁਸੀਂ ਪਹਿਲਾਂ ਦੇਖੇ ਹੋਣੇ ਪੀਲੇ ਲੈਂਪ ਲੱਗੇ ਹੁੰਦੇ ਸੀਗੇ। ਤਾਂ ਪੀਲੇ ਲੈਂਪ ਵਰਤੇ ਜਾਂਦੇ ਸੀ, ਇਹਨਾਂ ਲੈਂਪਾਂ ਵਿੱਚ ਕਿਹੜੀ ਗੈਸ ਵਰਤੀ ਜਾਂਦੀ ਸੀ ਬਈ, ਇਹਨਾਂ ਦੇ ਵਿੱਚ ਵਰਤੀ ਜਾਂਦੀ ਸੀਗੀ ਸੋਡੀਅਮ। ਕਿੱਥੇ ਹੈ ਸੋਡੀਅਮ, ਇਹ ਹੈਗਾ। ਓਕੇ, ਚਲੋ ਹੁਣ ਤਾਂ ਇਹ ਬਦਲ ਗਏ ਲੈਂਪ ਵੀ, ਹੁਣ ਐਲਈਡੀਆਂ ਲੱਗ ਗਈ ਇਹਨਾਂ ਦੀ ਥਾਂ ਤੇ, ਘੱਟ ਬਿਜਲੀ ਕੰਜ਼ਿਊਮ ਕਰਦੀਆਂ। ਹਾਂਜੀ, ਬਨਸਪਤੀ ਘੀ ਦੇ ਨਿਰਮਾਣ ਵਿੱਚ ਕਿਹੜੀ ਗੈਸ ਵਰਤੀ ਜਾਂਦੀ ਹੈ, ਬਨਸਪਤੀ ਘੀ ਦੇ ਨਿਰਮਾਣ ਦੇ ਵਿੱਚ। ਠੀਕ ਹੈ, ਕਈ ਵਾਰ ਇਹਨੂੰ ਇਦਾਂ ਲਿਖ ਦਿੰਦੇ ਆ ਕਿ ਹਾਂ ਜਿਹੜਾ ਬਨਸਪਤੀ ਤੇਲ ਹੁੰਦਾ ਹੈ ਉਹਨੂੰ, ਤੇਲ ਨੂੰ ਆਪਾਂ ਨੇ ਠੋਸ ਕਰਨਾ ਹੈ, ਸੋਲੀਡੀਫਾਈ ਕਰਨਾ ਹੈ ਉਹਨੂੰ, ਹੈ ਨਾ, ਕਿਉਂਕਿ ਤੇਲ ਦੇ ਟਰਾਂਸਪੋਰਟ 'ਚ ਸਮੱਸਿਆ ਆਉਂਦੀ ਹੈ, ਸੋਲਿਡ ਚੀਜ਼ ਨੂੰ ਆਪਾਂ ਟਰਾਂਸਪੋਰਟ ਈਜ਼ੀਲੀ ਕਰ ਸਕਦੇ ਹਾਂ, ਹੈ ਨਾ। ਤਾਂ ਬਨਸਪਤੀ ਘੀ ਦੇ ਨਿਰਮਾਣ ਦੇ ਵਿੱਚ ਆਪਾਂ ਵਰਤਦੇ ਹਾਂ ਹਾਈਡਰੋਜਨ, ਇਹ ਹੈਗੀ ਹੈ ਹਾਈਡਰੋਜਨ ਗੈਸ। ਠੀਕ ਹੈ, ਕਿਹੜੀ ਵਰਤਦੇ ਹਾਂ ਜੀ, ਹਾਈਡਰੋਜਨ ਵਰਤਦੇ ਹਾਂ। ਚਲੋ ਨੈਕਸਟ ਆਓ। ਹਾਂਜੀ, ਗੁਬਾਰਿਆਂ ਵਿੱਚ ਹੀਲੀਅਮ ਗੈਸ ਭਰੀ ਜਾਂਦੀ ਹੈ, ਕਿਉਂ ਭਰੀ ਜਾਂਦੀ ਹੈ ਬਈ, ਚਾਰ ਕਾਰਨ ਦੱਸੇ ਹੋਏ ਆ, ਦੱਸਣਾ ਵੀ ਇਹਨਾਂ ਵਿੱਚ। ਇਹਦਾ ਐਟੋਮਿਕ ਨੰਬਰ 2 ਹੈ, ਕੁਝ ਵੀ ਹੋਵੇ ਐਟੋਮਿਕ ਨੰਬਰ 2 ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਟ ਇਜ਼ ਲਾਈਟਰ ਦੈਨ 에ਅਰ, ਹਵਾ ਤੋਂ ਹਲਕੀ ਹੈ। ਹਾਂਜੀ ਬਿਲਕੁਲ, ਇਸੇ ਕਰਕੇ ਤਾਂ ਭਰਦੇ ਆ ਫਿਰ, ਕਿਉਂਕਿ ਈਜ਼ੀਲੀ ਫਿਰ ਇਹ ਉੜ ਜਾਂਦੀ ਹੈ। ਤੁਸੀਂ ਦੇਖਿਆ ਹੋਣਾ ਬਚਪਨ ਦੇ ਵਿੱਚ ਗੁਬਾਰੇ ਵੇਚਣ ਵਾਲੇ ਪਿੰਡਾਂ ਦੇ ਵਿੱਚ ਆਉਂਦੇ ਸੀਗੇ, ਹੁਣ ਤਾਂ ਨਹੀਂ ਆਉਂਦੇ, ਹੈ ਨਾ। ਉਹ ਗੁਬਾਰੇ ਦੇ ਵਿੱਚ ਹਵਾ ਭਰ ਕੇ ਵੇਚਦੇ ਸੀਗੇ, ਸਿਲੰਡਰ ਉਹਨਾਂ ਕੋਲ ਇੱਕ ਹੁੰਦਾ ਸੀਗਾ, ਉਹਨੂੰ ਫੜ ਕੇ ਰੱਖਦੇ ਸੀ ਤਾਂ ਸਾਡੇ ਕੋਲ ਰਹਿੰਦਾ ਸੀਗਾ, ਛੱਡਤਾ ਤਾਂ ਉੱਪਰ ਗਿਆ। ਠੀਕ ਹੈ, ਤਾਂ ਉਹ ਇਸੇ ਕਰਕੇ ਉੜ ਜਾਂਦਾ ਸੀਗਾ ਕਿਉਂਕਿ ਉਹਦੇ 'ਚ ਹੀਲੀਅਮ ਗੈਸ ਭਰਦੇ ਸੀਗੇ, ਉਹ ਹਵਾ ਤੋਂ ਹਲਕੀ ਹੈ, ਆਟੋਮੈਟਿਕਲੀ ਉੱਪਰ ਉੜ ਜਾਏਗਾ। ਠੀਕ ਹੈ, ਤਾਂ ਲਾਈਟਰ ਦੈਨ 에ਅਰ। ਓਕੇ, ਸਭ ਤੋਂ ਹਲਕੀ ਗੈਸ ਹਾਈਡਰੋਜਨ ਹੁੰਦੀ ਹੈ, ਪਰ ਗੱਲ ਉਹੀ ਹੈ, ਹਾਈਡਰੋਜਨ ਆਪਾਂ ਨਹੀਂ ਯੂਜ਼ ਕਰ ਸਕਦੇ ਕਿਉਂਕਿ ਉਹ ਜਵਲਨਸ਼ੀਲ ਹੁੰਦੀ ਹੈ। ਤਾਂ ਹਾਈਡਰੋਜਨ ਤੋਂ ਬਾਅਦ ਹਲਕੀ ਕਿਹੜੀ ਹੈ, ਦੂਜੇ ਨੰਬਰ ਤੇ ਹੀਲੀਅਮ। ਹੀਲੀਅਮ ਯੂਜ਼ ਕਰਦੇ ਆ, ਕਿਉਂ ਕਰਦੇ ਆ, ਕਿਉਂਕਿ ਇਹ ਨੋਬਲ ਗੈਸ ਹੈ, ਕਿਰਿਆ ਨਹੀਂ ਕਰਦੀ ਕਿਸੇ ਵੀ ਨਾਲ। ਚਲੋ ਨੈਕਸਟ ਆਓ ਜੀ। ਹਾਂਜੀ, ਹੇਠ ਲਿਖੀ ਗੈਸਾਂ ਵਿੱਚੋਂ ਕਿਸ ਦਾ ਸਭ ਤੋਂ ਵੱਧ ਕਲੋਰੋਫਿਕ ਮੁੱਲ ਹੈਗਾ ਜੀ, ਕਲੋਰੋਫਿਕ ਮੁੱਲ ਜਿਹੜਾ ਹੈਗਾ ਉਹ ਸਭ ਤੋਂ ਵੱਧ ਹੈ। ਚਲੋ ਕਲੋਰੋਫਿਕ ਵੈਲਿਊ ਪਹਿਲਾਂ ਤੁਸੀਂ ਪੜ੍ਹ ਲਓ ਹੈ ਕੀ ਚੀਜ਼ ਹੈ। ਕਲੋਰੋਫਿਕ ਮੁੱਲ ਜਾਂ ਕਲੋਰੋਫਿਕ ਵੈਲਿਊ ਕੀ ਚੀਜ਼ ਹੈ ਜੀ, 1 ਕਿਲੋਗ੍ਰਾਮ ਇੰਧਨ, ਤੁਸੀਂ ਕੋਈ ਵੀ ਫਿਊਲ ਲਿਆ, 1 ਕਿਲੋ ਫਿਊਲ ਲਿਆ, ਠੀਕ ਹੈ, ਉਹਦੇ ਸੰਪੂਰਨ ਬਾਲਣ ਦੌਰਾਨ, ਮਤਲਬ ਉਹਨੂੰ ਪੂਰੀ ਤਰ੍ਹਾਂ ਤੁਸੀਂ ਬਾਲਤਾ, 1 ਕਿਲੋ ਫਿਊਲ ਹੈ ਉਹਨੂੰ ਪੂਰੀ ਤਰ੍ਹਾਂ ਬਾਲਤਾ, ਉਸ ਦੌਰਾਨ ਜਾਰੀ ਕੀਤੀ ਗਈ ਤਾਪ ਊਰਜਾ ਦੀ ਮਾਤਰਾ, 1 ਕਿਲੋ ਫਿਊਲ ਨੂੰ ਤੁਸੀਂ ਬਰਨ ਕਰਤੇ, ਜਿਹੜੀ ਤੁਹਾਨੂੰ ਊਰਜਾ ਮਿਲੀ ਹੈ, ਠੀਕ ਹੈ, ਉਹ ਉਹਦੀ ਕਲੋਰੋਫਿਕ ਵੈਲਿਊ ਹੈ। ਹੁਣ ਜੇ ਮੈਂ ਗੱਲ ਕਰਾਂ, ਇੱਕ ਸਾਈਡ ਤੁਹਾਡੇ ਕੋਲ ਪਾਥੀਆਂ ਹੈਗੀਆਂ ਜੀ, ਠੀਕ ਹੈ, ਇੱਕ ਸਾਈਡ ਤੁਹਾਡੇ ਕੋਲ ਕੋਲਾ ਹੈ, 1 ਕਿਲੋ ਹੈ ਦੋਨਾਂ ਨੂੰ ਤੁਸੀਂ ਅੱਗ ਲਗਾਓਗੇ ਤਾਂ ਜ਼ਿਆਦਾ ਊਰਜਾ ਕਿਹਦੇ ਤੋਂ ਮਿਲੇਗੀ, ਨੋਰਮਲ ਜੀ ਗੱਲ ਹੈ, ਕੋਲੇ ਤੋਂ ਮਿਲੇਗੀ। ਠੀਕ ਹੈ, ਕੋਲੇ ਦੇ ਕੰਪੈਰੀਜ਼ਨ ਦੇ ਵਿੱਚ ਜੇ ਮੈਂ ਕੁਝ ਹੋਰ ਰੱਖਾਂ, ਮੰਨ ਲਓ ਗੈਸ ਰੱਖਦਾ ਮੈਂ, ਤਾਂ ਗੈਸ ਤੋਂ ਮਿਲੇਗੀ। ਠੀਕ ਹੈ, ਤਾਂ ਹਰ ਇੱਕ ਦੀ ਕਲੋਰੋਫਿਕ ਵੈਲਿਊ ਅਲੱਗ ਹੈ। ਠੀਕ ਹੈ, ਤਾਂ ਇਹਨਾਂ ਚਾਰਾਂ ਦੇ ਵਿੱਚੋਂ ਦੱਸਣਾ ਹੈ ਵੀ ਕਲੋਰੋਫਿਕ ਵੈਲਿਊ ਸਭ ਤੋਂ ਜ਼ਿਆਦਾ ਕਿਹਦੀ ਹੈ। ਤਾਂ ਇਹਨਾਂ ਦੇ ਵਿੱਚੋਂ ਬਈ ਸਭ ਤੋਂ ਜ਼ਿਆਦਾ ਕਲੋਰੋਫਿਕ ਵੈਲਿਊ ਹੈਗੀ ਹੈ ਕੋਲ ਗੈਸ ਦੀ। ਕਿਹਦੀ ਹੈ, ਕੋਲ ਗੈਸ ਦੀ ਕਲੋਰੋਫਿਕ ਵੈਲਿਊ ਸਭ ਤੋਂ ਜ਼ਿਆਦਾ ਹੈ ਇਹਨਾਂ ਚਾਰ ਆਪਸ਼ਨਾਂ ਦੇ ਵਿੱਚ। ਵੈਸੇ ਸਭ ਤੋਂ ਜ਼ਿਆਦਾ, ਜੇ ਤੁਹਾਨੂੰ ਕਦੇ ਇਦਾਂ ਆ ਜਾਏ ਕੁਐਸਚਨ ਕਿ ਕਲੋਰੋਫਿਕ ਵੈਲਿਊ ਸਭ ਤੋਂ ਜ਼ਿਆਦਾ ਕਿਹਦੀ ਹੈ ਤੇ ਆਪਸ਼ਨ ਦੇ ਵਿੱਚ ਤੁਹਾਨੂੰ ਨਹੀਂ ਪਤਾ ਲੱਗ ਰਿਹਾ, ਆਪਸ਼ਨ ਦੇ ਵਿੱਚ ਲੱਭੋ ਹਾਈਡਰੋਜਨ ਕਿਤੇ ਲਿਖਿਆ ਹੋਇਆ ਹੈ, ਕਿਉਂਕਿ ਹਾਈਡਰੋਜਨ ਦੀ ਸਭ ਤੋਂ ਜ਼ਿਆਦਾ ਹੈ। ਠੀਕ ਹੈ, ਹਾਈਡਰੋਜਨ, ਬਟ ਆਪਾਂ ਨੇ ਅਕੋਰਡਿੰਗ ਟੂ ਆਪਸ਼ਨ ਚੱਲਣਾ ਹੈ ਤਾਂ ਇੱਥੇ ਕੋਲ ਗੈਸ ਆਏਗਾ। ਠੀਕ ਹੈ, ਸਭ ਤੋਂ ਵੱਧ ਸਾਰਿਆਂ ਦੇ ਵਿੱਚੋਂ ਸਭ ਤੋਂ ਵੱਧ ਹਾਈਡਰੋਜਨ ਦੀ ਹੈ। ਤੇ ਇੱਕ ਗੱਲ ਹੋਰ ਹੈ, ਹਾਈਡਰੋਜਨ ਦੇ ਬਲਣ ਦਾ ਪ੍ਰਦੂਸ਼ਣ ਵੀ ਨਹੀਂ ਹੁੰਦਾ। ਠੀਕ ਹੈ, ਪੋਲਿਊਸ਼ਨ ਨਹੀਂ ਹੁੰਦਾ ਉਹਦਾ। ਫਿਊਚਰ ਹਾਈਡਰੋਜਨ ਨੂੰ ਆਪਾਂ ਫਿਊਚਰ ਫਿਊਲ ਇਸੇ ਕਰਕੇ ਤਾਂ ਬੋਲਦੇ ਹਾਂ, ਜਿਹਨੂੰ ਨਹੀਂ ਪਤਾ ਲਿਖ ਲਿਓ ਬਾਈ, ਹਾਈਡਰੋਜਨ ਨੂੰ ਆਪਾਂ ਫਿਊਚਰ ਫਿਊਲ ਬੋਲਦੇ ਹਾਂ
ਕਿਉਂ ਭਵਿੱਖ ਦਾ ਇੰਧਨ ਕਿਉਂ ਕਹਿ ਰਹੇ ਹਾਂ ਉਹਨੂੰ? ਕਿਉਂਕਿ ਅੱਗੇ ਆਪਾਂ ਸੋਚ ਰਹੇ ਹਾਂ ਕਿ ਸਾਰਾ ਕੁਝ ਆਪਾਂ ਹਾਈਡਰੋਜਨ ਤੇ ਹੀ ਚਲਾਵਾਂਗੇ, ਸਸਤਾ ਪਏਗਾ। ਦੂਜੀ ਗੱਲ, ਪ੍ਰਦੂਸ਼ਣ ਨਹੀਂ ਕੋਈ ਵੀ ਹੈਗਾ, ਠੀਕ ਹੈ। ਹਾਂਜੀ, ਹੇਠ ਲਿਖਿਆਂ ਵਿੱਚੋਂ ਕਿਹੜੀ ਮੋਨੋ ਐਟੋਮਿਕ ਗੈਸ ਹੈ? ਹੁਣ ਇਹ ਮੋਨੋ ਐਟੋਮਿਕ ਕੀ ਆ ਗਿਆ ਬਈ? ਮੋਨੋ ਐਟੋਮਿਕ ਕੁਛ ਨਹੀਂ, ਨੋਬਲ ਗੈਸ ਮੋਨੋ ਐਟੋਮਿਕ ਗੈਸ ਹੈ। ਨੋਬਲ ਗੈਸ ਇਨਰਟ ਗੈਸ ਯਾਨੀ ਕਿ, ਹਨਾ, ਤਾਂ ਦੇਖੋ ਕਿਹੜੀ ਇਹਦੇ ਚ ਨੋਬਲ ਗੈਸ ਹੈ? ਆਕਸੀਜਨ ਨੋਬਲ ਗੈਸ ਹੈਗੀ ਹੈ? ਨਹੀਂ ਹੈ। ਨਿਓਨ ਹੈਗੀ ਹੈ। ਤਾਂ ਰਾਈਟ ਆਂਸਰ ਕੀ ਹੋ ਗਿਆ? ਨਿਓਨ ਹੋ ਗਿਆ। ਸਮਝੋ ਮੋਨੋ ਐਟੋਮਿਕ ਵੈਸੇ ਹੈ ਕਿਆ ਚੀਜ਼ ਹੈ, ਤੁਹਾਨੂੰ ਪੁੱਛਦੇ ਤਾਂ ਨਹੀਂ, ਬਟ ਇਹ ਲਾਈਨ ਤੁਸੀਂ ਯਾਦ ਰੱਖ ਸਕਦੇ ਹੋ। ਮੋਨੋ ਐਟੋਮਿਕ ਗੈਸ ਇੱਕ ਅਜਿਹੀ ਗੈਸ ਹੈ ਜਿਸ ਵਿੱਚ ਪਰਮਾਣੂ ਜਿਹੜੇ ਹੁੰਦੇ ਆ ਉਹਦੇ ਐਟਮ ਇੱਕ ਦੂਜੇ ਨਾਲ ਬੱਝੇ ਨਹੀਂ ਹੁੰਦੇ, ਮਤਲਬ ਜੁੜੇ ਨਹੀਂ ਹੁੰਦੇ ਇੱਕ ਦੂਜੇ ਨਾਲ, ਠੀਕ ਹੈ। ਉਹ ਮੋਨੋ ਐਟੋਮਿਕ ਗੈਸਾਂ ਹੁੰਦੀਆਂ ਨੇ, ਠੀਕ ਹੈ, ਜਿਹਦੇ ਐਟਮ ਇੱਕ ਦੂਜੇ ਨਾਲ ਬੰਧੇ ਨਹੀਂ ਹੁੰਦੇ, ਬੱਝੇ ਨਹੀਂ ਹੁੰਦੇ। ਤਾਂ ਜਿੰਨੀ ਵੀ ਸਾਰੀਆਂ ਨੇਕ ਗੈਸਾਂ, ਨੇਕ ਨਹੀਂ ਇੱਥੇ ਨੋਬਲ ਆਏਗਾ, ਸਾਰੀਆਂ ਨੋਬਲ ਗੈਸਾਂ ਲਿਖ ਲਿਓ ਬਈ, ਜਿਨ੍ਹਾਂ ਕੋਲ PDF ਹੈ PDF 'ਚ ਵੀ ਸ਼ਾਇਦ ਨੇਕ ਹੀ ਲਿਖਿਆ ਆਏਗਾ, ਇਹਨੂੰ ਕਰੈਕਟ ਕਰ ਲਿਓ ਭਾਈ। ਨੋਬਲ, ਠੀਕ ਹੈ। ਸਾਰੀਆਂ ਨੋਬਲ ਗੈਸਾਂ ਜਿਵੇਂ ਹੀਲੀਅਮ ਹੋ ਗਈ, 6 ਹੈ, ਮੈਂ ਦੁਬਾਰੇ ਦੱਸ ਰਿਹਾ, ਹੀਲੀਅਮ, ਨਿਓਨ, ਆਰਗਨ, ਕ੍ਰਿਪਟੋਨ, ਜ਼ੀਨੋਨ ਤੇ ਰੇਡੋਨ, ਜਿਹੜੀ ਮਿੱਟੀ ਰਾਹੀਂ ਆਪਣੇ ਆਪ ਪੈਦਾ ਹੁੰਦੀ ਹੈ, ਸਾਰੀ ਮੋਨੋਐਟੋਮਿਕ ਹੈਗੀ ਹੈ। ਤਾਂ ਹੁਣ ਇਹੋ ਜਿਹਾ ਕੁਐਸਚਨ ਵੀ ਆਏ ਕਿ ਕਿਹੜੀ ਮੋਨੋਐਟੋਮਿਕ ਗੈਸ ਹੈ, ਬਸ ਲੱਭਣਾ ਕੀ ਹੈ? ਆਪਸ਼ਨ 'ਚ ਨੋਬਲ ਗੈਸ ਲੱਭਣੀ ਹੈ। ਨੋਬਲ ਗੈਸ ਦੀ ਖੋਜ ਕਿਹਨੇ ਕਰੀ ਹੈ? ਵਿਲੀਅਮ ਰਾਮਸੇ। ਚਲੋ ਅੱਗੇ, ਘਰੇਲੂ ਫ੍ਰਿਜ ਵਿੱਚ ਆਮ ਤੌਰ ਤੇ ਕਿਹੜਾ ਰੈਫਰੀਜਰੈਂਟ ਵਰਤਿਆ ਜਾਂਦਾ ਹੈ? ਆਪਾਂ ਗੈਸ ਵਰਤਦੇ ਆ ਨਾ, ਜਿਹੜੀ ਕੂਲੈਂਟ ਹੁੰਦੀ ਹੈ, ਮਤਲਬ ਕੂਲ ਕਰਨ ਦੇ ਵਿੱਚ ਕੰਮ ਕਰਦੀ ਹੈ, ਤਾਂ ਅੱਜ ਕੱਲ੍ਹ ਵਰਤੇ ਜਾਂਦਾ ਜੀ ਫਰੀਓਨ, ਠੀਕ ਹੈ। ਫਰੀਓਨ, ਪਹਿਲਾਂ CFC ਵਰਤੀ ਜਾਂਦੀ ਸੀ ਕਿ ਕਲੋਰੋਫਲੋਰੋਕਾਰਬਨ ਬੈਨ ਹੋ ਗਈ, ਇਹਦੇ ਕਈ ਸਾਰੇ ਵੇਰੀਐਂਟ ਸੀਗੇ, ਸਾਰੇ ਬੈਨ ਨੇ। ਕਿਉਂ? ਕਿਉਂਕਿ ਬਈ ਗਲੋਬਲ ਵਾਰਮਿੰਗ ਵਾਸਤੇ ਜ਼ਿੰਮੇਵਾਰ ਹੈ, ਗਲੋਬਲ ਵਾਰਮਿੰਗ ਵਾਸਤੇ ਵੀ ਜ਼ਿੰਮੇਵਾਰ ਹੈ। ਨਾਲੇ ਗਲੋਬਲ ਵਾਰਮਿੰਗ ਤਾਂ ਛੱਡੋ ਪਰੇ, ਸਭ ਤੋਂ ਮੇਨ ਗੱਲ ਇਹਦੇ ਬਾਰੇ, ਓਜ਼ੋਨ ਪਰਤ ਨੂੰ ਨੁਕਸਾਨ ਕਰਦੀ ਹੈ ਬਈ, ਓਜ਼ੋਨ ਪਰਤ ਨੂੰ ਡੈਮੇਜ ਕਰਤਾ ਇਹਨੇ, ਓਜ਼ੋਨ ਪਰਤ ਦੇ ਵਿੱਚ ਹੋਲ ਕਰਤੇ ਇਹਨੇ CFC ਨੇ, ਇਸ ਕਰਕੇ ਬੈਨ ਕਰੀ ਗਈ ਹੈ। AC ਹੋ ਗਏ ਚਾਹੇ ਫ੍ਰਿਜ ਹੋ ਗਏ ਤੁਹਾਡੇ, ਰੈਫ੍ਰਿਜਰੇਟਰ ਹੋ ਗਏ, ਠੀਕ ਹੈ। ਹੁਣ ਆਪਾਂ ਵਰਤਦੇ ਹਾਂ ਫਰੀਓਨ, ਠੀਕ ਹੈ, ਵੀ ਨਹੀਂ ਹੈਗੀ, ਠੀਕ ਹੈ। ਤੇ ਫਰੀਓਨ ਦੀ ਮਤਲਬ ਫਰੀਓਨ ਦੇ ਵੀ ਬਹੁਤ ਸਾਰੇ ਵੇਰੀਐਂਟ ਹੈ, ਜਾਂ ਫਰੀਓਨ ਜਿਹਦਾ ਵੇਰੀਐਂਟ ਹੈ ਸਭ ਤੋਂ ਉੱਪਰ ਹੈਗਾ ਇਹਦੇ ਵਿੱਚ ਟੈਟਰਾ, ਦੇਖੋ ਇਹਨੂੰ ਇਦਾਂ ਪੜ੍ਹ ਸਕਦੇ ਆਪਾਂ, ਟੈਟਰਾ ਫਲੋਰੋਈਥੇਨ, ਟੈਟਰਾ ਫਲੋਰੋਈਥੇਨ, ਠੀਕ ਹੈ। ਤੇ ਇਹਨੂੰ ਆਪਾਂ R134A ਵੀ ਬੋਲਦੇ ਹਾਂ, ਠੀਕ ਹੈ। R134A, ਇਹ ਹੈਗੇ ਆ ਹਾਈਡਰੋਫਲੋਰੋਕਾਰਬਨ, ਇਹ ਰੈਫ੍ਰਿਜਰੈਂਟ ਇੱਕ ਤਰ੍ਹਾਂ ਦੇ, ਥੋੜਾ ਜਿਹਾ ਇਕੋ ਫ੍ਰੈਂਡਲੀ ਹੈਗਾ ਆ, ਇਕੋ ਫ੍ਰੈਂਡਲੀ ਹੈ R134A। ਕੁਛ ਨਹੀਂ, ਕਈ ਵਾਰ ਪਤਾ ਕੀ ਹੈ, ਕਈ ਵਾਰ ਅਜਿਹਾ ਕੁਐਸਚਨ ਦੇਖਿਆ ਗਿਆ ਕਿ ਇਹਨਾਂ ਚਾਰਾਂ ਦੇ ਵਿੱਚੋਂ ਅੱਜ ਕੱਲ੍ਹ ਰੈਫ੍ਰਿਜਰੈਂਟ ਦੇ ਵਿੱਚ ਕੀ ਚੀਜ਼ ਯੂਜ਼ ਹੋ ਰਹੀ ਹੈ, ਤਾਂ ਫਰੀਓਨ ਆਪਸ਼ਨ ਦੇ ਵਿੱਚ ਨਹੀਂ ਹੁੰਦਾ। ਫਰੀਓਨ ਦੀ ਥਾਂ ਤੇ ਕਈ ਵਾਰ ਆਪਸ਼ਨ ਦੇ ਵਿੱਚ R134A ਆ ਜਾਂਦਾ ਹੈ, ਠੀਕ ਹੈ। ਇਹ ਕੁਐਸਚਨ ਲੇਟੈਸਟ ਹੈ, ਇਹ ਕੁਐਸਚਨ ਮਤਲਬ ਲੇਟੈਸਟ ਹੈ, ਨਵਾਂ ਹੀ ਦੇਖਿਆ ਗਿਆ, ਤਾਂ ਇਹ ਜ਼ਰੂਰ ਯਾਦ ਰੱਖ ਲਿਓ, ਠੀਕ ਹੈ। ਚਲੋ ਨੈਕਸਟ ਦੇਖੋ ਬਈ, ਲਾਫਿੰਗ ਗੈਸ ਦਾ ਰਸਾਇਣਿਕ ਨਾਮ? ਲਾਫਿੰਗ ਗੈਸ, ਹਾਸੇ ਵਾਲੀ ਗੈਸ, ਇਹਦਾ ਰਸਾਇਣਿਕ ਨਾਮ ਹੈਗਾ ਜੀ ਨਾਈਟਰਸ ਆਕਸਾਈਡ। ਕਿੱਥੇ ਹੈ ਨਾਈਟਰਸ ਆਕਸਾਈਡ? ਇਹ ਹੈਗਾ ਜੀ ਨਾਈਟਰਸ ਆਕਸਾਈਡ। ਇਹਦਾ ਨਾਈਟਰਸ ਆਕਸਾਈਡ ਦਾ ਫਾਰਮੂਲਾ ਵੀ ਯਾਦ ਰੱਖਿਓ, N2O, ਨਾਈਟਰਸ ਆਕਸਾਈਡ N2O। ਮੂਵੀਜ਼ ਦੇਖਦੇ ਆ ਆਪਾਂ ਨਾ ਕਿ ਕੋਈ ਗੈਸ ਸੰਘਾਈ ਆ, ਉਹ ਹੱਸਦੇ ਹੀ ਰਹਿੰਦੇ ਆ, ਅਜਿਹਾ ਕੁਝ ਨਹੀਂ ਹੁੰਦਾ, ਠੀਕ ਹੈ। ਬਸ ਇਹਦਾ ਨਾਂ ਹੀ ਲਾਫਿੰਗ ਗੈਸ ਹੈ, ਅਜਿਹਾ ਕੁਝ ਨਹੀਂ ਕਿ ਇਹਨੂੰ ਸੂੰਘ ਕੇ ਹੱਸਦੇ ਹੀ ਰਹਿੰਦੇ ਆ ਵੀ ਸਮੈਲ ਕਰਕੇ, ਠੀਕ ਹੈ। ਈਵਨ ਇਹ ਤਾਂ ਐਨਸਥੀਸੀਆ ਦੇ ਵਿੱਚ ਵਰਤੀ ਜਾਂਦੀ ਹੈ, ਥੋੜਾ ਸੁੰਨ ਵਗੈਰਾ ਕਰਨ ਦੇ ਵਿੱਚ ਵੀ ਵਰਤੀ ਜਾਂਦੀ ਹੈ ਗੈਸ, ਠੀਕ ਹੈ। ਡੈਂਟਲ ਸਰਜਰੀ, ਡੈਂਟਿਸਟ ਵਰਤਦੇ ਆ ਇਹਨੂੰ ਜਦੋਂ ਸਰਜਰੀ ਕਰਦੇ ਆ, ਨਾਈਟਰਸ ਆਕਸਾਈਡ ਨੂੰ, ਲਾਫਿੰਗ ਗੈਸ ਨੂੰ, ਠੀਕ ਹੈ। ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਗ੍ਰੀਨ ਹਾਊਸ ਗੈਸ ਨਹੀਂ ਹੈ? ਲਿਓ ਜੀ ਦੱਸੋ। ਨਾਈਟ੍ਰੋਜਨ, ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ ਜਾਂ ਕਲੋਰੋਫਲੋਰੋਕਾਰਬਨਸ, ਕਿਹੜੀ ਗ੍ਰੀਨ ਹਾਊਸ ਗੈਸ ਨਹੀਂ ਹੈ? ਤਾਂ ਕਾਰਬਨ ਡਾਈਆਕਸਾਈਡ ਤਾਂ ਸਭ ਤੋਂ ਮੇਨ ਹੈ, ਇਹ ਤਾਂ ਹੈ ਹੀ ਹੈ। ਕਾਰਬਨ ਮੋਨੋਆਕਸਾਈਡ ਵੀ ਜ਼ਹਿਰੀਲੀ ਗੈਸ ਆ, ਵਾਹਨਾਂ ਦੇ ਧੂਏ ਚੋਂ ਨਿਕਲਦੀ ਹੈ, ਇਹ ਵੀ ਹੈਗੀ ਹੈ। ਧੂਏ ਚੋਂ ਜਿਹੜੀ ਨਿਕਲਦੀ ਹੈ ਉਹ ਤਾਂ ਸਾਰੀਆਂ ਹੈਗੀਆਂ ਜੀ। ਕਲੋਰੋਫਲੋਰੋਕਾਰਬਨ ਵੀ ਹੈਗੀ ਆ, ਨਾਈਟ੍ਰੋਜਨ ਨਹੀਂ ਹੈਗੀ, ਨਾਈਟ੍ਰੋਜਨ ਨਹੀਂ ਹੈ। ਨਾਈਟ੍ਰੋਜਨ ਨੂੰ ਆਪਾਂ ਫੂਡ ਪੈਕਟ 'ਚ ਵਰਤਦੇ ਹਾਂ ਬਈ, ਇਹ ਜਿਹੜੇ ਤੁਸੀਂ ਲੈਂਦੇ ਹੋ ਨਾ ਚਿਪਸ ਚੁਪਸ ਦੇ ਪੈਕਟ, ਲੇਜ਼, ਕੁਰਕਰੇ, ਕਹਿੰਦੇ ਹੋ ਯਾਰ ਕੁਰਕਰੇ ਤਾਂ 4 ਕੁਰਕਰੇ ਦੇ ਇਹਨਾਂ ਨੇ, ਸਾਰੀ ਤਾਂ ਹਵਾ ਪਾ ਕੇ ਦੇਤੀ, ਹਵਾ ਨਹੀਂ ਹੁੰਦੀ, ਨਾਈਟ੍ਰੋਜਨ ਹੁੰਦੀ ਹੈ, ਠੀਕ ਹੈ। ਚਲੋ ਹਾਂਜੀ, ਤਾਂ ਐਕਵਾਲੰਗਸ ਵਿੱਚ ਗੋਤਾਖੋਰ ਸਾਹ ਲੈਣ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਗੈਸ ਆਕਸੀਜਨ ਨਾਲ ਮਿਲਾਈ ਜਾਂਦੀ ਹੈ? ਤਾਂ ਇਹ ਜਿਹੜੇ ਮਤਲਬ ਐਕਵਾਲੰਗਸ ਹੁੰਦੇ ਆ, ਜਿਹੜੇ ਗੋਤਾਖੋਰ ਹੈਗੇ ਆ ਜੀ, ਸਮੁੰਦਰ ਦੇ ਵਿੱਚ ਜਾਂਦੇ ਆ, ਉਹ ਕਰਦੇ ਆ, ਡਾਈਵ ਵਗੈਰਾ ਕਰਦੇ ਆ, ਹਨਾ, ਸ਼ੌਂਕ ਹੁੰਦਾ ਕਈਆਂ ਨੂੰ, ਜਾਂ ਕੁਝ ਹੋਰ ਵੀ ਕਾਰਨ ਹੁੰਦੇ ਆ, ਬਹੁਤ ਜਿਹੇ ਕਾਰਨ ਹੁੰਦੇ ਆ ਸਮੁੰਦਰ ਦੇ ਵਿੱਚ ਜਾਣ ਦੇ, ਰਿਸਰਚਰਸ ਵਗੈਰਾ। ਤਾਂ 2 ਸਿਲੰਡਰ ਦੇਖ ਲਓ,
ਇਹ 2 ਸਿਲੰਡਰ ਹੈਗੇ ਨਾਲ। ਤਾਂ ਨੋਰਮਲ ਜੀ ਗੱਲ ਹੈ, ਇੱਕ ਤਾਂ ਆਕਸੀਜਨ ਚਾਹੀਦੀ ਆਪਾਂ ਨੂੰ ਬਈ, ਸਾਹ ਵੀ ਤਾਂ ਲੈਣਾ ਹੈ, ਬਟ ਆਪਾਂ ਪਿਓਰ ਆਕਸੀਜਨ ਵੀ ਨਹੀਂ ਲੈ ਸਕਦੇ, ਨਾਲ ਕੁਝ ਮਿਕਸ ਵੀ ਕਰਨਾ ਹੁੰਦਾ ਆਪਾਂ ਨੇ, ਠੀਕ ਹੈ ਨਾ। ਤਾਂ ਨਾਲ ਹੁੰਦਾ ਜੀ ਹੀਲੀਅਮ, ਠੀਕ ਹੈ। ਤੇ ਯਾਦ ਰੱਖਣਾ ਇਹ ਜਿਹੜੇ 2 ਸਿਲੰਡਰ ਹੈ, ਇੱਕ ਦੇ ਵਿੱਚ ਹੀਲੀਅਮ ਹੈ, ਇੱਕ ਦੇ ਵਿੱਚ ਆਕਸੀਜਨ, ਠੀਕ ਹੈ। ਸੇਮ ਇਹਦੇ ਨਾਲ ਮਿਲਦਾ ਜੁਲਦਾ ਕੁਐਸਚਨ ਇੱਕ ਹੋਰ ਦੇਖੋ, ਇਹ ਲੈ, ਸੀਮਿਤ ਸਾਹ ਲੈਣ ਤੋਂ ਪੀੜਿਤ ਮਰੀਜ਼, ਮਤਲਬ ਜਿਨ੍ਹਾਂ ਨੂੰ ਸਾਹ ਨਹੀਂ ਆ ਰਿਹਾ, ਸਾਹ ਦੀ ਕੋਈ ਪ੍ਰੋਬਲਮ ਹੈ, ਤਾਂ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਸਾਹ ਦਿਆ ਜਾਂਦਾ ਹੈ ਨਾ, ਆਕਸੀਜਨ ਗੈਸ ਚੜਾਈ ਜਾਂਦੀ ਹੈ, ਪਤਾ ਹੈ ਨਾ, ਮਰੀਜ਼ਾਂ ਨੂੰ ਆਕਸੀਜਨ ਦੇਈ ਜਾਂਦੀ ਹੈ। ਤਾਂ ਗੱਲ ਉਹੀ ਹੈ, ਕੱਲੀ ਆਕਸੀਜਨ ਨਹੀਂ ਮਿਲਦੀ ਬਈ, ਨਾਲ ਹੀਲੀਅਮ ਵੀ ਮਿਲੇਗੀ। ਕਿੱਥੇ ਹੈ ਹੀਲੀਅਮ, ਠੀਕ ਹੈ, ਓਕੇ। ਚਲੋ ਫਿਰ ਅਗਲੇ ਕੁਐਸਚਨ ਤੇ ਆਓ। ਹਾਂਜੀ, ਜਦੋਂ ਬੇਕਿੰਗ ਸੋਡੇ ਤੇ ਨਿੰਬੂ ਦਾ ਰਸ ਸੁੱਟਿਆ ਜਾਂਦਾ ਹੈ ਤਾਂ ਤੇਜ਼ ਪ੍ਰਭਾਵ ਪੈਦਾ ਹੁੰਦਾ ਹੈ, ਠੀਕ ਹੈ, ਕਿਉਂਕਿ ਡੈਸ ਗੈਸ ਦਾ ਵਿਕਾਸ ਹੋਇਆ ਹੈ। ਤਾਂ ਇਹ ਕੁਐਸਚਨ ਮੈਂ ਤੁਹਾਨੂੰ, ਜਿਹੜੇ ਆਪਾਂ ਮਿਕਸ ਜੀਕੇ ਦੇ ਕੁਐਸਚਨ ਕਰਦੇ ਆ ਹਨਾ, TCS ਦੇ ਕੁਐਸਚਨ, ਉੱਥੇ ਵੀ ਮੈਂ ਤੁਹਾਨੂੰ ਕਰਾ ਚੁੱਕਿਆ 1-2 ਵਾਰੇ ਕੁਐਸਚਨ। ਦੱਸੋ ਬਈ, ਕਿਸੇ ਦਾ ਗਲਤ ਨਹੀਂ ਹੋਣਾ ਚਾਹੀਦਾ, ਠੀਕ ਹੈ। ਆਗੇ ਸਾਰਿਆਂ ਦਾ ਕਾਰਬਨ ਡਾਈਆਕਸਾਈਡ, ਠੀਕ ਹੈ, ਕਾਰਬਨ ਡਾਈਆਕਸਾਈਡ ਸਹੀ ਆਂਸਰ ਹੈ। ਚਲੋ ਅੱਗੇ, ਡਰਾਈ ਆਈਸ ਕੀ ਹੈ ਜੀ, ਸੁੱਕੀ ਬਰਫ਼, ਸੁੱਕੀ ਬਰਫ਼। ਤਾਂ ਇਹਦੇ ਨਾਂ ਦੇ ਵਿੱਚ ਬਰਫ਼ ਹੈ, ਪਰ ਇਹ ਬਰਫ਼ ਨਹੀਂ ਹੈਗੀ, ਬਰਫ਼ ਵਰਗੀ ਦਿਖਦੀ ਹੈ, ਬਰਫ਼ ਨਹੀਂ ਹੈਗੀ, ਠੀਕ ਹੈ। ਜਦੋਂ ਆਪਾਂ ਕਾਰਬਨ ਡਾਈਆਕਸਾਈਡ ਜਿਹੜੀ ਆਪਣੀ ਗੈਸ ਹੁੰਦੀ ਹੈ CO2, ਇਸ ਗੈਸ ਨੂੰ ਸੋਲਿਡ ਕਰ ਦਿੰਦੇ ਆ, ਕੀ ਕਰ ਦਿੰਦੇ ਆ, ਸੋਲਿਡ, ਠੋਸ ਅਵਸਥਾ ਦੇ ਵਿੱਚ ਬਦਲ ਦਿੰਦੇ ਆ ਆਪਾਂ ਗੈਸ ਨੂੰ। CO2 ਗੈਸ ਨੂੰ ਆਪਾਂ ਨੇ ਕਿਹੜੀ ਅਵਸਥਾ 'ਚ ਬਦਲਤਾ, ਸੋਲਿਡ ਅਵਸਥਾ 'ਚ ਬਦਲਤਾ, ਸੋਲਿਡ ਹੋ ਗਈ, ਠੋਸ ਹੋ ਗਈ। ਇਹਦੀ ਫਿਰ ਸ਼ੇਪ, ਮਤਲਬ ਇਹਦੇ ਜਿਹੜਾ ਲੁੱਕ ਹੈ, ਇਹਦੀ ਲੁੱਕ ਕਿਹੋ ਜਿਹੀ ਆ ਜਾਂਦੀ ਹੈ, ਜਿਵੇਂ ਬਰਫ਼ ਹੁੰਦੀ ਹੈ, ਬਰਫ਼ ਵਰਗੀ ਦਿਖਦੀ ਹੈ ਇਹ, ਪਰ ਇਹ ਬਰਫ਼ ਹੁੰਦੀ ਨਹੀਂ, ਸਮਝਿਓ ਨਾ ਗੱਲ ਨੂੰ। ਇਹਨੂੰ ਆਪਾਂ ਬੋਲਦੇ ਹਾਂ ਡਰਾਈ ਆਈਸ। ਕੀ ਬੋਲਦੇ ਹਾਂ, ਡਰਾਈ ਆਈਸ, ਠੀਕ ਹੈ। ਤਾਂ ਫਿਰ ਇਹਦਾ ਆਨਸਰ ਕੀ ਹੋਇਆ, ਸੋਲਿਡ ਕਾਰਬਨ ਡਾਈਆਕਸਾਈਡ। ਕੀ ਹੈ, ਸੋਲਿਡ ਕਾਰਬਨ ਡਾਈਆਕਸਾਈਡ, ਓਕੇ, ਯਾਦ ਰੱਖਣਾ ਬਈ, ਇੰਪੋਰਟੈਂਟ ਹੈ। ਨੈਕਸਟ ਆਓ ਜੀ, ਬਨਸਪਤੀ ਤੇਲ ਨੂੰ ਸੈਚੂਰੇਟਡ ਫੈਟ, ਇਹ ਅੰਗਰੇਜ਼ੀ ਚ ਪੜ੍ਹ ਲਿਓ, ਸੰਤ੍ਰਿਪਤ ਪੰਜਾਬੀ, ਹਿੰਦੀ ਦਾ ਸ਼ਬਦ ਹੈ, ਆਪਾਂ ਪੰਜਾਬੀ ਚ ਪੜਾਂਗੇ, ਸੈਚੂਰੇਟਡ ਯਾਦ ਰੱਖਾਂਗੇ। ਬਨਸਪਤੀ ਤੇਲ ਨੂੰ ਸੈਚੂਰੇਟਡ ਫੈਟ ਯਾਨੀ ਕੀ ਬਣਾਉਣਾ ਹੈ, ਕੁੱਲ ਮਿਲਾ ਕੇ ਗੱਲ ਇਹ ਹੈ, ਬਨਸਪਤੀ ਤੇਲ, ਡਾਲਡਾ, ਜੋ ਵੀ ਤੁਸੀਂ ਕਹਿਣਾ ਹੈ, ਤੇਲ ਨੂੰ, ਬਨਸਪਤੀ ਤੇਲ ਨੂੰ ਕੀ ਬਣਾਉਣ ਦੇ ਵਿੱਚ, ਬਨਸਪਤੀ ਕੀ ਬਣਾਉਣ ਦੇ ਵਿੱਚ ਕਿਹੜੀ ਗੈਸ ਵਰਤੀ ਜਾਂਦੀ ਹੈ। ਆਪਾਂ ਪਿੱਛੇ ਜੇ ਕੁਐਸਚਨ ਕਰਿਆ ਨਾ, ਹਾਈਡਰੋਜਨ ਉਹਦਾ ਆਨਸਰ ਸੀਗਾ। ਹੁਣ ਹਾਈਡਰੋਜਨ ਕਿਹੜਾ ਇੱਥੇ, ਇਹ ਹੈਗੀ ਹੈ ਹਾਈਡਰੋਜਨ, H2, ਹਾਈਡਰੋਜਨ ਗੈਸ ਵਰਤੀ ਜਾਂਦੀ ਹੈ ਭਾਈ। ਚਲੋ ਨੈਕਸਟ ਆਓ। ਹਾਂਜੀ, ਉਹ ਗੈਸ ਜੋ ਆਮ ਤੌਰ ਤੇ ਕੋਲੇ ਦੀ ਖਾਨਾਂ ਵਿੱਚ ਧਮਾਕਿਆਂ ਦਾ ਕਾਰਨ ਬਣਦੀ ਹੈ। ਤਾਂ ਕੋਇਲੇ ਦੀ ਖਦਾਨ ਹੋ ਗਈ ਜਾਂ ਕੋਈ ਵੀ ਖਦਾਨ ਹੋ ਗਈ, ਜਦੋਂ ਆਪਾਂ ਧਰਤੀ ਦੇ ਵਿੱਚ ਅੰਦਰ ਜਾਂਦੇ ਹਾਂ, ਉੱਥੇ ਘੁਟਨ ਵਗੈਰਾ ਮਹਿਸੂਸ ਹੋਣੀ ਸਟਾਰਟ ਹੋ ਜਾਂਦੀ ਹੈ, ਕਿਉਂਕਿ ਇੱਕ ਤਾਂ ਆਕਸੀਜਨ ਦੀ ਕਮੀ ਹੁੰਦੀ ਹੈ, ਦੂਜਾ ਉੱਥੇ ਕੁਦਰਤੀ ਮਿਥੇਨ ਗੈਸ ਹੈ ਜਿਹੜੀ ਉਹ ਪਾਈ ਜਾਂਦੀ ਹੈ, ਠੀਕ ਹੈ ਨਾ। ਮਿਥੇਨ ਗੈਸ ਹੁੰਦੀ ਹੈ, ਤਾਂ ਮਿਥੇਨ ਗੈਸ ਹੀ ਧਮਾਕਿਆਂ ਦਾ ਕਾਰਨ ਬਣਦੀ ਹੈ, ਠੀਕ ਹੈ। CH4, ਕਿਉਂਕਿ ਇੱਕ ਤਾਂ ਇਹ ਵੀ ਜਵਲਨਸ਼ੀਲ ਗੈਸ ਹੈ, ਮਿਥੇਨ ਵੀ ਤਾਂ ਜਵਲਨਸ਼ੀਲ ਗੈਸ ਹੈ, ਇਹ ਵੀ ਤਾਂ ਆਪਾਂ ਜਿਹੜੇ ਮਤਲਬ ਗੋਬਰ ਗੈਸ ਵਗੈਰਾ ਹੈਗੀ ਆ ਉਹਦੇ ਵਿੱਚ ਵੀ ਹੁੰਦੀ ਹੈ, ਠੀਕ ਹੈ। CNG ਦੇ ਵਿੱਚ ਵੀ ਮਿਥੇਨ ਹੀ ਹੁੰਦੀ ਹੈ, ਤਾਂ ਇਹ ਬਾਲਣ ਦੇ ਰੂਪ ਦੇ ਵਿੱਚ ਵੀ ਤਾਂ ਇਸਤੇਮਾਲ ਹੁੰਦੀ ਹੈ, ਠੀਕ ਹੈ। ਤਾਂ ਇਹੀ ਧਮਾਕਿਆਂ ਦਾ ਕਾਰਨ ਬਣਦੀ ਹੈ ਮਿਥੇਨ। ਈਵਨ ਖਦਾਨਾਂ ਦੇ ਵਿੱਚ ਦਮ ਘੁੱਟਣ ਕਰਕੇ ਮਜ਼ਦੂਰਾਂ ਦੀ ਡੈਥ ਵੀ ਹੋ ਜਾਂਦੀ ਹੈ, ਤਾਂ ਉਹਨਾਂ ਦੇ ਡੈਥ ਦਾ ਕਾਰਨ ਵੀ ਮਿਥੇਨ ਹੀ ਹੈਗਾ। ਜੇ ਤੁਹਾਨੂੰ ਪੁੱਛਦੇ ਆ ਕਿ ਖਦਾਨ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਦਮ ਘੁੱਟਣ ਕਰਕੇ ਮੌਤ ਹੋ ਗਈ, ਕੀ ਕਾਰਨ ਹੈ ਉਹਦਾ, ਮਿਥੇਨ ਗੈਸ, ਠੀਕ ਹੈ। ਜਾਂ ਤੁਸੀਂ ਸੁਣਿਆ ਹੋਣਾ, ਇਹੋ ਜਿਹੀ ਨਿਊਜ਼ ਵੀ ਆਉਂਦੀ ਰਹਿੰਦੀ ਹੈ ਕਿ ਜਿਹੜੇ ਸੀਵਰੇਜ ਹੈਗੀ ਹੈ, ਸੀਵਰੇਜ ਦੀ ਸਫਾਈ ਕਰਨ ਵਾਲੇ ਜਿਹੜੇ ਸਫਾਈ ਕਰਮਚਾਰੀ ਆ, ਜਦੋਂ ਉਹ ਸੀਵਰੇਜ ਦੇ ਵਿੱਚ ਉਤਰਦੇ ਆ ਜਾਂ ਸੈਪਟਿਕ ਟੈਂਕ ਵਗੈਰਾ ਦੇ ਵਿੱਚ ਉਤਰਦੇ ਆ, ਹਨਾ, ਉਹ ਦਮ ਘੁੱਟਣ ਕਰਕੇ ਉਹਨਾਂ ਦੀ ਡੈਥ ਹੋ ਜਾਂਦੀ ਹੈ। ਉਹਦਾ ਕਾਰਨ ਕੀ ਹੈ, ਉਹਦਾ ਕਾਰਨ ਵੀ ਮਿਥੇਨ ਗੈਸ ਹੁੰਦੀ ਹੈ, ਠੀਕ ਹੈ। ਚਲੋ ਨੈਕਸਟ ਆਓ। ਹਾਂਜੀ, ਕਿਹੜੀ ਅਕਿਰਿਆਸ਼ੀਲ ਗੈਸਾਂ ਮਿਸ਼ਰਣ ਬਣਾ ਸਕਦੀਆਂ ਹਨ। ਤਾਂ ਅਕਿਰਿਆਸ਼ੀਲ ਗੈਸਾਂ ਮਤਲਬ ਨੋਬਲ ਗੈਸ, ਇਨਰਟ ਗੈਸ ਦੀ ਗੱਲ ਹੋ ਰਹੀ ਹੈ। ਕਿਹੜੀ ਨੋਬਲ ਗੈਸ ਹੈ ਜਿਹੜੀ ਕੰਪਾਊਂਡ, ਜਿਹੜੀ ਮਿਸ਼ਰਣ ਬਣਾ ਸਕਦੀ ਹੈ। ਤਾਂ ਉਹਦਾ ਆਨਸਰ ਆਏਗਾ ਜੀ ਜ਼ੀਨੋਨ। ਉਹਦਾ ਆਨਸਰ ਕੀ ਆਏਗਾ, ਜ਼ੀਨੋਨ ਗੈਸ, ਓਕੇ, ਯਾਦ ਰੱਖਣਾ, ਇੰਪੋਰਟੈਂਟ ਕੁਐਸਚਨ ਹੈ, ਵਧੀਆ ਹੈ। ਹਾਂਜੀ, ਇਹ ਕੁਐਸਚਨ ਕਰੋ, ਓਕੇ। ਹਾਂਜੀ, ਕੀ ਕੁਐਸਚਨ ਹੈ, ਪਾਈਰਾਈਟਸ ਧਾਤੂ ਜਲਾਉਣ ਤੋਂ ਕਿਹੜੀ ਗੈਸ ਨਿਕਲਦੀ ਹੈ। ਤਾਂ ਜਦੋਂ ਆਪਾਂ ਪਾਈਰਾਈਟਸ ਔਰ ਨੂੰ ਜਲਾਉਂਦੇ ਆ, ਔਰ ਮਤਲਬ ਕੱਚੀ ਧਾਤੂ ਹੁੰਦੀ ਹੈ ਜਿਹੜੀ ਧਰਤੀ ਤੋਂ ਨਿਕਲਦੀ ਹੈ, ਅਯਸਕ ਬੋਲਦੇ ਆ ਆਪਾਂ ਇਹਨੂੰ, ਅਯਸਕ, ਕੱਚੀ ਧਾਤੂ। ਜਦੋਂ ਇਸ ਪਾਈਰਾਈਟਸ ਨੂੰ ਆਪਾਂ ਜਲਾਉਂਦੇ ਆ ਤਾਂ ਕਿਹੜੀ ਗੈਸ ਨਿਕਲਦੀ ਹੈ। ਤਾਂ ਇਸ ਦੇ ਜਲਾਉਣ ਤੇ ਨਿਕਲਦੀ ਹੈ ਬਈ ਆਪਣੀ ਸਲਫਰ ਡਾਈਆਕਸਾਈਡ ਗੈਸ, SO2, ਜਿਹੜੀ ਤੇਜ਼ਾਬੀ ਬਾਰਿਸ਼ ਵਾਸਤੇ ਜ਼ਿੰਮੇਵਾਰ ਹੈ, ਠੀਕ ਹੈ, SO2। ਚਲੋ ਬਹੁਤ ਕੁਐਸਚਨ ਪਏ ਆ ਹਾਲੇ ਤਾਂ ਬਈ, ਚਲੋ ਅੱਗੇ ਆਓ ਫਟਾਫਟ।
ਇਹਨਾਂ ਵਿੱਚੋਂ ਕਿਹੜਾ ਗ੍ਰੀਨ ਹਾਊਸ ਪ੍ਰਭਾਵ ਵਿੱਚ ਵੱਡੇ ਪੱਧਰ ਤੇ ਯੋਗਦਾਨ ਪਾਉਂਦਾ ਹੈ? ਤਾਂ ਜਿਹੜਾ ਗ੍ਰੀਨ ਹਾਊਸ ਇਫੈਕਟ ਹੈ, ਗ੍ਰੀਨ ਹਾਊਸ ਪ੍ਰਭਾਵ ਹੈ, ਉਹਦੇ 'ਚ ਵੱਡੇ ਪੱਧਰ ਤੇ ਯੋਗਦਾਨ ਕਿਹਦਾ ਹੈ? ਕਰੋ ਕੁਐਸਚਨ ਨੂੰ, ਮੈਂ ਦੇਖਣਾ ਚਾਹਾਂਗਾ ਤੁਹਾਡੇ ਕਮੈਂਟ, ਹੈ ਨਾ। ਕਲਾਸ ਤਾਂ ਬੇਸ਼ੱਕ ਰਿਕਾਰਡਡ ਹੈ, ਬਟ ਜਦੋਂ ਸਟ੍ਰੀਮ ਹੋਏਗੀ ਤਾਂ ਮੈਂ ਜ਼ਰੂਰ ਦੇਖੂੰਗਾ ਤੁਹਾਡੇ ਕਮੈਂਟ, ਕਿਉਂਕਿ ਮੈਨੂੰ ਪਤਾ ਤੁਹਾਡਾ ਆਨਸਰ ਆ ਰਿਹਾ ਹੋਣਾ ਜ਼ਿਆਦਾਤਰ ਬੱਚਿਆਂ ਦਾ CO2, ਹੈ ਨਾ, ਕਾਰਬਨ ਡਾਈਆਕਸਾਈਡ। ਜੀ ਨਹੀਂ, ਇਹਨੇ ਗੈਸ ਨਹੀਂ ਪੁੱਛਿਆ, ਇਹਨੇ ਪੁੱਛਿਆ ਜਿਹੜਾ ਗ੍ਰੀਨ ਹਾਊਸ ਇਫੈਕਟ ਹੈ। ਗ੍ਰੀਨ ਹਾਊਸ ਇਫੈਕਟ ਕੀ ਹੈ? ਸੂਰਜ ਦੀ ਹੀਟ ਨੂੰ ਟਰੈਪ ਕਰ ਰਹੇ ਹੈ ਧਰਤੀ ਦੇ ਐਟਮੋਸਫੇਅਰ ਦੇ ਵਿੱਚ ਵੱਖ-ਵੱਖ ਚੀਜ਼ਾਂ। ਤਾਂ ਉਹ ਜਿਹੜਾ ਗ੍ਰੀਨ ਹਾਊਸ ਇਫੈਕਟ ਹੈ ਉਹਦੇ 'ਚ ਸਭ ਤੋਂ ਜ਼ਿਆਦਾ ਯੋਗਦਾਨ, ਸਭ ਤੋਂ ਵੱਡੇ ਪੱਧਰ ਤੇ ਯੋਗਦਾਨ ਕਿਹਦਾ ਹੈ? ਵਾਟਰ ਵੇਪਰ ਦਾ ਹੈ। ਵਾਟਰ ਵੇਪਰ ਪਿੱਛੇ ਜੇ ਆਪਾਂ ਨੇ ਪੜਿਆ ਨਹੀਂ ਸੀਗਾ, ਵਾਟਰ ਵੇਪਰ ਹੈ। ਜੇ ਗੈਸਾਂ ਦੀ ਗੱਲ ਕਰਦੇ ਆ ਫਿਰ ਕਾਰਬਨ ਡਾਈਆਕਸਾਈਡ ਆਊਗਾ, ਵਾਟਰ ਵੇਪਰ ਇਹਦਾ ਆਨਸਰ ਹੈ। ਠੀਕ ਹੈ, ਧਿਆਨ ਨਾਲ ਉਹ ਪਿਛਲੇ ਕੁਐਸਚਨ ਨੂੰ ਇੱਕ ਵਾਰ ਦੁਬਾਰੇ ਜਾ ਕੇ ਦੇਖਿਓ, ਉੱਥੇ ਮੈਂ ਦੱਸਿਆ ਵੀ ਹੈ ਕਿ ਕਿੰਨਾ ਕੁ % ਇਹਨਾਂ ਦਾ ਯੋਗਦਾਨ ਹੈ। ਠੀਕ ਹੈ, ਚਲੋ ਨੈਕਸਟ ਆਓ। ਪਾਣੀ ਗੈਸ, ਵਾਟਰ ਗੈਸ ਕਿਹਦਾ ਮਿਸ਼ਰਣ ਹੈ ਬਈ? ਪਾਣੀ ਗੈਸ ਵਾਟਰ ਗੈਸ ਕਿਸ ਦਾ ਮਿਸ਼ਰਣ ਹੈ? ਤਾਂ ਪਾਣੀ ਗੈਸ ਬਣ ਜਾਂਦੀ ਹੈ, ਇਹ ਮਿਸ਼ਰਣ ਹੁੰਦੀ ਹੈ ਜੀ ਕਾਰਬਨ ਮੋਨੋਆਕਸਾਈਡ ਤੇ ਹਾਈਡਰੋਜਨ ਦਾ। ਕਿੱਥੇ ਹੈ ਕਾਰਬਨ ਮੋਨੋਆਕਸਾਈਡ ਤੇ ਹਾਈਡਰੋਜਨ? ਕਾਰਬਨ ਮੋਨੋਆਕਸਾਈਡ ਐਂਡ ਹਾਈਡਰੋਜਨ ਦਾ ਮਿਸ਼ਰਣ ਹੁੰਦਾ ਹੈ ਵਾਟਰ ਗੈਸ। ਠੀਕ ਹੈ, ਚਲੋ ਫਿਰ ਅਗਲੇ ਕੁਐਸਚਨ ਤੇ ਆਓ। ਅਮੋਨੀਆ ਦੀ ਵਿਸ਼ੇਸ਼ਤਾ ਦੱਸੋ। ਤਾਂ ਅਮੋਨੀਆ ਦੀ ਵਿਸ਼ੇਸ਼ਤਾ, ਇਹ ਪਾਣੀ ਵਿੱਚ ਘੁਲਣਸ਼ੀਲ ਨਹੀਂ ਹੈ, ਇਹ ਗੰਧ ਰਹਿਤ ਗੈਸ ਹੈ। ਜੀ ਨਹੀਂ, ਪੀਲੀ ਗੈਸ ਵੀ ਨਹੀਂ ਹੈਗੀ। ਹਾਂ, ਇਹ ਕੀ ਕਰਦੀ ਹੈ? ਇਹ ਲਾਲ ਲਿਟਮਸ ਨੂੰ ਨੀਲਾ ਕਰ ਦਿੰਦੀ ਹੈ। ਇਹ ਯਾਦ ਰੱਖ ਲਿਓ, ਲਾਲ ਲਿਟਮਸ ਨੂੰ ਨੀਲਾ ਕਰ ਦਿੰਦੀ ਹੈ। ਲਿਟਮਸ ਕੀ ਹੁੰਦਾ ਹੈ? ਲਿਟਮਸ ਹੁੰਦਾ ਹੈ ਬਈ, ਲਿਟਮਸ ਇੱਕ ਤਰ੍ਹਾਂ ਦਾ ਲਿਟਮਸ ਪੇਪਰ ਤੁਸੀਂ ਸਾਇੰਸ ਲੈਬ 'ਚ ਦੇਖਿਆ ਵੀ ਹੋਣਾ, ਜਿਹਦੇ ਰਾਹੀਂ ਆਪਾਂ pH, ਕਿਸੇ ਵੀ ਚੀਜ਼ ਦਾ pH ਪਤਾ ਕਰਦੇ ਹਾਂ। pH ਕੀ ਹੁੰਦਾ ਹੈ? ਹੁਣ ਕਈ ਬੱਚਿਆਂ ਨੂੰ pH ਬਾਰੇ ਵੀ ਨਹੀਂ ਪਤਾ ਹੋਣਾ। pH ਦੇ ਵਿੱਚ ਬਈ 0 ਤੋਂ ਲੈ ਕੇ 14 ਤੱਕ ਦੀ ਰੀਡਿੰਗ ਹੁੰਦੀ ਹੈ। 0 ਤੋਂ 7 ਤੱਕ ਜਿਹਦੀ ਰੀਡਿੰਗ ਹੁੰਦੀ ਹੈ ਉਹ ਤੇਜ਼ਾਬੀ ਚੀਜ਼ਾਂ ਹੁੰਦੀਆਂ। 7 ਤੋਂ 14 ਤੱਕ ਜਿਹਦੀ ਰੀਡਿੰਗ ਹੁੰਦੀ ਹੈ ਉਹ ਖਾਰੀ ਚੀਜ਼ਾਂ ਹੁੰਦੀਆਂ, ਬੇਸ, ਐਸਿਡ ਐਂਡ ਬੇਸ। ਯਾਦ ਆ ਗਿਆ। 7 ਤੇ ਨਿਊਟਰਲ ਹੁੰਦਾ ਹੈ ਨਾ। ਤਾਂ 7 ਤੋਂ ਥੱਲੇ 0 ਤੱਕ ਇਹ ਰੈੱਡ ਕਲਰ ਹੁੰਦਾ ਹੈ, ਇੱਥੇ ਨੀਲਾ ਯਾਨੀ ਬੈਂਗਣੀ ਕਲਰ ਹੋ ਜਾਂਦਾ ਹੈ। ਤਾਂ ਬਸ ਉਹੀ ਹੈ ਲਿਟਮਸ। ਪਤਾ ਲੱਗਿਆ ਹੁਣ ਲਿਟਮਸ ਪੇਪਰ ਬਾਰੇ? ਠੀਕ ਹੈ, ਲਿਟਮਸ ਦਾ ਇਸਤੇਮਾਲ ਆਪਾਂ ਕਰਦੇ ਹਾਂ, ਲਿਟਮਸ ਸੋਲਿਊਸ਼ਨ ਦਾ ਵੀ ਇਸਤੇਮਾਲ ਕਰ ਸਕਦੇ ਹਾਂ ਆਪਾਂ, ਲਿਟਮਸ ਪੇਪਰ ਦਾ ਵੀ ਇਸਤੇਮਾਲ ਕਰ ਸਕਦੇ ਹਾਂ। ਠੀਕ ਹੈ, ਤਾਂ ਲਿਟਮਸ ਦਾ ਰੰਗ ਲਾਲ ਤੋਂ ਨੀਲਾ ਕਰ ਦਿੰਦਾ ਹੈ ਕੌਣ? ਅਮੋਨੀਆ। ਠੀਕ ਹੈ, ਯਾਦ ਰੱਖਣਾ ਹੈ ਬਈ। ਚਲੋ ਨੈਕਸਟ। ਹਾਂਜੀ, ਧਰਤੀ ਦਾ ਵਾਯੂਮੰਡਲ ਹੈ ਜਿਹੜਾ ਗੈਸਾਂ ਦਾ ਇੱਕ ਗਿਲਾਫ ਹੈ, ਐਨਵਲਪ ਹੈ, ਗੁਬਾਰ ਹੈ। ਕਈ ਵਰਡ ਯੂਜ਼ ਹੁੰਦੇ ਆ, ਗੁਬਾਰ, ਗਿਲਾਫ, ਐਨਵਲਪ, ਹਨਾ, ਜੋ ਡੈਸ਼ ਉਚਾਈ ਤੱਕ ਫੈਲਿਆ ਹੋਇਆ ਹੈ। ਕਿੰਨੀ ਉਚਾਈ ਤੱਕ ਫੈਲਿਆ ਹੋਇਆ? ਵੈਸੇ ਤਾਂ ਆਪਣਾ ਜਿਹੜਾ ਐਟਮੋਸਫੇਅਰ ਹੈ, ਜੇ ਕਦੇ ਵੀ ਪੁੱਛਣਗੇ ਧਰਤੀ ਦਾ ਐਟਮੋਸਫੇਅਰ, ਗੈਸਾਂ ਦੀ ਗੱਲ ਨਹੀਂ ਹੋ ਰਹੀ, ਸਿਰਫ ਐਟਮੋਸਫੇਅਰ ਵਾਯੂਮੰਡਲ ਦੀ ਗੱਲ ਹੈ, ਫਿਰ ਤਾਂ ਬਾਈ ਤੁਹਾਨੂੰ 1600 ਵੀ ਆਪਸ਼ਨ 'ਚ ਮਿਲ ਸਕਦਾ ਹੈ, 1600 ਕਿਲੋਮੀਟਰ। ਠੀਕ ਹੈ, ਬਟ ਇਹਨਾਂ ਨੇ ਗੈਸਾਂ ਦਾ ਗਿਲਾਫ ਪੁੱਛਿਆ, ਤਾਂ ਗੈਸਾਂ ਜ਼ਿਆਦਾ ਤੋਂ ਜ਼ਿਆਦਾ ਆਪਾਂ 200 ਤੱਕ ਕਰਾਂਗੇ ਬਸ। ਠੀਕ ਹੈ, 200। ਠੀਕ ਹੈ, ਤੇ ਇਹਦੇ ਵਿੱਚੋਂ ਵੀ ਨਾ ਜ਼ਿਆਦਾਤਰ ਤਾਂ 50-60 ਕਿਲੋਮੀਟਰ ਤੱਕ ਹੀ ਨਿਬੜ ਜਾਂਦੀ ਹੈ, ਬਹੁਤ ਜ਼ਿਆਦਾ। ਠੀਕ ਹੈ, ਜਿਹਦਾ ਵਜਨ ਜ਼ਿਆਦਾ, ਜਿਹੜੀ ਭਾਰੀ ਗੈਸਾਂ ਉਹ ਥੱਲੇ ਹੀ ਹੁੰਦੀਆਂ, ਉੱਪਰ ਜਾਈ ਜਾਵਾਂਗੇ ਬਈ ਜਿੱਦਾਂ ਜਿੱਦਾਂ ਉਦਾਂ ਗੈਸਾਂ ਹਲਕੀ ਹੁੰਦੀਆਂ ਜਾਂਦੀਆਂ। ਠੀਕ ਹੈ, ਹਾਂਜੀ। ਐਰੋਸੋਲ ਕੀ ਚੀਜ਼ ਹੈ? ਐਰੋਸੋਲ, ਹਾਂਜੀ, ਐਰੋਸੋਲ ਕੀ ਚੀਜ਼ ਹੈ? ਦੇਖੋ, ਐਰੋਸੋਲ ਹਵਾ ਦੇ ਵਿੱਚ ਜਾਂ ਤਾਂ ਸੋਲਿਡ ਦੇ ਕਣ ਜਾਂ ਫਿਰ ਲਿਕਵਿਡ ਦੇ ਕਣ ਜਦੋਂ ਤੈਰਦੇ ਰਹਿੰਦੇ ਆ, ਆਪਾਂ ਐਡ ਕਰ ਦਿੰਦੇ ਆ ਕਿਸੇ ਵੀ ਤਰੀਕੇ ਨਾਲ, ਤਾਂ ਜਾਂ ਫਿਰ ਆਪਾਂ ਹਵਾ ਵੀ ਨਹੀਂ, ਆਪਾਂ ਗੈਸ ਦੇ ਵਿੱਚ ਬੋਲਾਂਗੇ। ਗੈਸ ਦੇ ਵਿੱਚ ਜਦੋਂ ਆਪਾਂ ਕਿਸੇ ਸੋਲਿਡ ਕਣਾਂ ਨੂੰ ਜਾਂ ਫਿਰ ਕਿਸੇ ਲਿਕਵਿਡ ਕਣਾਂ ਨੂੰ ਐਡ ਕਰ ਦਿੰਦੇ ਆ ਤਾਂ ਉਹ ਹੋ ਜਾਂਦਾ ਐਰੋਸੋਲ। ਤਾਂ ਹੁਣ ਆਪਾਂ ਆਪਸ਼ਨ ਪੜ੍ਹ ਲੈਂਦੇ ਆ। ਹਵਾ ਵਿੱਚ ਮੌਜੂਦ ਠੋਸ ਕਣ, ਹਵਾ ਵਿੱਚ ਮੁਅੱਤਲ, ਮੁਅੱਤਲ ਮਤਲਬ ਸਸਪੈਂਡਡ, ਇੱਧਰ ਉੱਧਰ ਘੁੰਮ ਰਹੇ ਹੈ। ਠੀਕ ਹੈ, ਹਾਂ ਬਿਲਕੁਲ ਸਹੀ ਹੈ। ਹਵਾ ਵਿੱਚ ਮੌਜੂਦ ਪ੍ਰਦੂਸ਼ਿਤ ਗੈਸ ਨਹੀਂ, ਹਵਾ ਵਿੱਚ ਮੌਜੂਦ ਜੀਵਾਣੂ ਨਹੀਂ ਬਈ, ਇਹੀ ਆਪਸ਼ਨ ਸਹੀ ਹੈ। ਠੋਸ ਕਣ, ਠੋਸ ਦੇ ਨਾਲ ਨਾਲ ਲਿਕਵਿਡ ਵੀ ਹੋ ਸਕਦੇ ਆ। ਕਈ ਵਾਰ ਹਵਾ ਵਿੱਚ ਮੁਅੱਤਲ ਲਿਕਵਿਡ ਕਣ ਹੁੰਦਾ ਤਾਂ ਵੀ ਆਪਸ਼ਨ ਸਹੀ ਸੀਗਾ। ਦੋਨੇ ਐਰੋਸੋਲ ਹੀ ਹੁੰਦੀਆਂ। ਠੀਕ ਹੈ, ਦੋਨੇ ਐਰੋਸੋਲ ਹੀ ਹੁੰਦੀਆਂ। ਓਕੇ, ਦੇ ਆਰ ਫਾਈਨਲੀ ਡਿਵਾਈਡਡ ਸੋਲਿਡ ਔਰ ਲਿਕਵਿਡ। ਦੇਖੋ, ਬਹੁਤ ਹੀ ਛੋਟੇ ਸੋਲਿਡ ਅਤੇ ਲਿਕਵਿਡ ਪਾਰਟੀਕਲ ਵਿਚ ਆਰ ਸਮਾਲ ਇਨਫ ਟੂ ਰਿਮੇਨ ਸਸਪੈਂਡਡ ਇਨ ਦਾ 에ਅਰ, ਹਵਾ ਦੇ ਵਿੱਚ ਰਹਿੰਦੀ ਆ। ਠੀਕ ਹੈ, ਸਸਪੈਂਡਡ ਮਤਲਬ ਘੁੰਮ ਰਹੇ ਆ ਇੱਧਰ ਉੱਧਰ। ਠੀਕ ਹੈ, ਬਸ ਇਹ ਯਾਦ ਰੱਖਣਾ ਹੈ। ਜੇ ਤਾਂ ਉਹ ਸੋਲਿਡ ਹੈ ਫਿਰ ਤਾਂ ਉਹਨੂੰ ਆਪਾਂ ਡਸਟ ਵੀ ਬੋਲ ਸਕਦੇ ਹਾਂ, ਫਿਊਮ ਵੀ ਬੋਲ ਸਕਦੇ ਹਾਂ, ਸਮੋਕ ਵੀ ਬੋਲ ਸਕਦੇ ਹਾਂ। ਧੂਆਂ, ਡਸਟ, ਇਹ ਸਾਰੇ ਠੋਸ ਕਣ ਹੁੰਦੇ ਆ। ਦੇਖਿਆ ਨਾ, ਡਸਟ ਦੇ ਵਿੱਚ ਠੋਸ ਕਣ ਹੁੰਦੇ ਆ। ਬਟ ਜੇ ਉਹ ਲਿਕਵਿਡ ਦੇ ਕਣ ਹੈਗੇ ਆ ਫਿਰ ਉਹਨੂੰ ਆਪਾਂ
ਧੁੰਦ ਬੋਲ ਸਕਦੇ ਆ, ਫੋਗ ਜਾਂ ਮਿਸਟ ਬੋਲ ਸਕਦੇ ਆ। ਇਹ ਕਣਾਂ ਦੇ ਸਾਈਜ਼ ਦੇ ਉੱਤੇ ਡਿਪੈਂਡ ਕਰਦਾ ਹੈ, ਠੀਕ ਹੈ। ਕਰਾਂਗੇ ਕਦੀ ਫਿਰ। ਡਸਟ ਦੇ ਕਣ ਥੋੜੇ ਜ਼ਿਆਦਾ ਵੱਡੇ ਹੁੰਦੇ ਆ, ਫਿਊਮ ਦੇ ਘੱਟ ਹੁੰਦੇ ਆ, ਸਮੋਕ ਦੇ ਉਸ ਤੋਂ ਵੀ ਘੱਟ ਹੁੰਦੇ ਆ। ਤੁਸੀਂ ਸਮੋਕ ਦੇ ਵਿੱਚ ਕਣਾਂ ਨੂੰ ਦੇਖ ਨਹੀਂ ਸਕਦੇ, ਡਸਟ ਦੇ ਕਣ ਤੁਹਾਨੂੰ ਦਿਖ ਜਾਂਦੇ ਆ ਵੀ ਹਾਂ ਸੋਲਿਡ ਪਾਰਟੀਕਲ ਪਏ ਆ। ਡਸਟ ਦੇ ਕਣ ਦਿਖਦੇ ਆ ਕਿਉਂਕਿ ਸਾਈਜ਼ ਵੱਡਾ ਹੁੰਦਾ ਹੈ, ਸਮੋਕ ਦੇ ਬਿਲਕੁਲ ਘੱਟ ਹੁੰਦਾ ਹੈ, ਠੀਕ ਹੈ। ਇਦਾਂ ਹੀ ਮਿਸਟ ਹੁੰਦੀ, ਫੋਗ ਹੁੰਦੀ ਹੈ। ਤਾਂ ਜੇ ਗੈਸ ਦੇ ਵਿੱਚ, ਜੇ ਹਵਾ ਦੇ ਵਿੱਚ ਲਿਕੁਇਡ ਦੇ ਕਣ ਹੈਗੇ ਆ ਤਾਂ ਉਹ ਫੋਗ ਜਾਂ ਮਿਸਟ ਹੋ ਗਿਆ। ਜੇ ਬਈ ਸੋਲਿਡ ਕਣ ਹੈਗੇ ਆ ਤਾਂ ਉਹ ਡਸਟ, ਫਿਊਮ ਜਾਂ ਸਮੋਕ ਹੋ ਗਈ। ਕੁੱਲ ਮਿਲਾ ਕੇ ਹੁੰਦੇ ਦੋਨੋਂ ਐਰੋਸੋਲ ਹੀ ਹੈ। ਨੈਕਸਟ ਆਓ ਜੀ, ਗੈਸ ਦੀ ਲਾਟ ਦੇ ਸਭ ਤੋਂ ਗਰਮ ਹਿੱਸੇ ਨੂੰ ਕੀ ਕਹਿੰਦੇ ਆ? ਤਾਂ ਜਿਹੜਾ ਸਭ ਤੋਂ ਗਰਮ ਹਿੱਸਾ ਹੁੰਦਾ ਹੈ ਉਹਨੂੰ ਆਪਾਂ ਬੋਲਦੇ ਆ, ਗੈਸ ਦੀ ਲਾਟ ਦੇ, ਉਹਨੂੰ ਆਪਾਂ ਬੋਲਦੇ ਆ ਨੌਨ ਲਿਊਮੀਨਸ ਜ਼ੋਨ, ਨੌਨ ਲਿਊਮੀਨਸ, ਗੈਰ ਚਮਕਦਾਰ ਏਰੀਆ, ਠੀਕ ਹੈ। ਗੈਰ ਚਮਕਦਾਰ ਏਰੀਆ ਉਹੀ ਹੈ ਨਾ, ਯਸ। ਦਾ ਨੌਨ ਲਿਊਮੀਨਸ ਜ਼ੋਨ ਫਲੇਮ ਇਜ਼ ਬਲੂ। ਇਹਦਾ ਨੌਨ ਲਿਊਮੀਨਸ ਜ਼ੋਨ ਦਾ ਰੰਗ ਜਿਹੜਾ ਨੀਲਾ ਹੁੰਦਾ ਬਈ, ਠੀਕ ਹੈ। ਸਭ ਤੋਂ ਬਾਹਰ ਵਾਲਾ ਜ਼ੋਨ ਹੁੰਦਾ ਹੈ ਦਾ ਆਊਟਰ ਮੋਸਟ ਜ਼ੋਨ ਆਫ ਦਾ ਹਾਈਐਸਟ ਟੈਂਪਰੇਚਰ ਇਨ ਦਾ ਫਲੇਮ ਐਂਡ ਇਟ ਇਜ਼ ਦਾ ਹੋਟੈਸਟ ਪਾਰਟ ਆਫ ਦਾ ਫਲੇਮ। ਸਭ ਤੋਂ ਗਰਮ ਹਿੱਸਾ ਇਹੀ ਹੁੰਦਾ ਨੌਨ ਲੂਮੀਨਸ ਜ਼ੋਨ, ਠੀਕ ਹੈ। ਸਭ ਤੋਂ ਬਾਹਰ ਵਾਲਾ ਇਹੀ ਹੁੰਦਾ ਹੈ ਤੇ ਸਭ ਤੋਂ ਗਰਮ ਵੀ ਇਹੀ ਹੁੰਦਾ ਹੈ, ਠੀਕ ਹੈ। ਰੰਗ ਇਹਦਾ ਬਲੂ ਹੁੰਦਾ ਹੈ। ਚਲੋ ਅੱਗੇ ਆਓ, ਨੈਕਸਟ ਆਓ ਜੀ, ਪਾਈਪਡ ਨੈਚੁਰਲ ਗੈਸ PNG ਇਹ ਕਿਸ ਲਈ ਵਰਤੀ ਜਾਂਦੀ ਹੈ? ਤੁਸੀਂ ਕਹੋਗੇ ਹੁਣ ਤੱਕ ਤਾਂ CNG ਸੁਣਿਆ ਸੀਗਾ ਜੀ। ਨਹੀਂ, PNG ਵੀ ਬਹੁਤ ਕਾਮਨ ਹੈ, ਬਹੁਤ ਬੱਚੇ ਨੇ ਸੁਣਿਆ ਵੀ ਹੋਣਾ ਜੀ, ਕੋਈ ਗੱਲ ਨਹੀਂ, ਠੀਕ ਹੈ ਨਾ। ਸਾਰਿਆਂ ਵਾਸਤੇ ਨਵਾਂ ਨਹੀਂ ਹੁੰਦਾ ਸਭ ਕੁਝ। PNG ਕੁਛ ਨਹੀਂ, ਪਾਈਪਡ ਨੈਚੁਰਲ ਗੈਸ। ਜਦੋਂ ਆਪਾਂ ਉਹੀ ਨੈਚੁਰਲ ਗੈਸ ਕੁਦਰਤੀ ਗੈਸ ਨੂੰ ਜਿਹਦੇ ਚ ਮੀਥੇਨ ਮੇਨਲੀ ਹੁੰਦੀ ਹੈ, ਠੀਕ ਹੈ, ਇਸੇ ਨੂੰ ਪਾਈਪ ਦੇ ਥਰੂ ਤੁਹਾਡੇ ਘਰ ਤੱਕ ਪਹੁੰਚਾ ਦਿੰਦੇ ਆ, ਉਹ ਹੋ ਜਾਂਦੀ ਹੈ ਪਾਈਪਡ ਨੈਚੁਰਲ ਗੈਸ। ਤਾਂ ਉਹ ਘਰ ਤੱਕ ਪਹੁੰਚਾ ਕੇ ਤੁਸੀਂ ਕੀ ਕਰੋਗੇ? ਮਾਈਨਿੰਗ, ਵੈਲਡਿੰਗ, ਐਨਸਥੀਸੀਆ ਕੁਝ ਨਹੀਂ ਕਰਨਾ, ਆਪਾਂ ਨੇ ਕੁਕਿੰਗ ਕਰਨੀ ਹੁੰਦੀ ਹੈ ਘਰਾਂ ਦੇ ਵਿੱਚ, ਮੇਨ ਇਹ ਹੈ, ਠੀਕ ਹੈ। ਤੇ ਬਹੁਤ ਸ਼ਹਿਰਾਂ ਦੇ ਵਿੱਚ PNG ਪਹੁੰਚ ਵੀ ਚੁੱਕੀ ਹੈ, ਪਾਈਪ ਵਿਚ ਰਹੇ ਆ ਹੌਲੀ ਹੌਲੀ। ਜਿਵੇਂ ਜਿਵੇਂ ਆਪਾਂ ਤਰੱਕੀ ਕਰਾਂਗੇ ਬਈ ਪਹੁੰਚੂਗੀ ਘਰ ਘਰ ਤੱਕ। ਜਿਵੇਂ ਟੁੱਟੀ ਅੱਜ ਪਾਣੀ ਪਹੁੰਚਿਆ ਹੋਇਆ, ਬਿਜਲੀ ਪਹੁੰਚਿਆ ਹੋਇਆ, ਆਉਣ ਵਾਲੇ ਟਾਈਮ ਦੇ ਵਿੱਚ PNG ਦੇ ਥਰੂ ਆਪਾਂ ਮਤਲਬ PNG ਵੀ ਪਹੁੰਚੇਗੀ। ਓਕੇ, ਚਲੋ CNG ਕੀ ਹੁੰਦਾ? ਉਹੀ ਨੈਚੁਰਲ ਗੈਸ ਕੰਪਰੈਸ ਕਰਕੇ ਸਿਲੰਡਰ 'ਚ ਪਾਦੀ, ਤੁਹਾਡੀ ਗੱਡੀਆਂ ਦੇ ਵਿੱਚ ਹੈਗੀ ਹੈ, ਉਹ CNG ਹੈ। ਹਾਂਜੀ, ਲਾਫਿੰਗ ਗੈਸ ਦਾ ਫਾਰਮੂਲਾ ਮੈਂ ਲਾਫਿੰਗ ਗੈਸ ਤੁਹਾਨੂੰ ਦੱਸ ਚੁੱਕਿਆ ਵੀ ਨਾਈਟ੍ਰਸ ਆਕਸਾਈਡ, ਉਹਦਾ ਫਾਰਮੂਲਾ N2O। ਕਿੱਥੇ N2O? ਇਹ ਹੈਗਾ ਧਿਆਨ ਨਾਲ, NO2 ਵੀ ਹੁੰਦਾ ਆਪਸ਼ਨ ਦੇ ਵਿੱਚ, N2O ਹੈਗਾ ਜੀ, N2O ਨਾਈਟ੍ਰਸ ਆਕਸਾਈਡ। ਇਸ ਗੈਸ ਨੂੰ ਆਪਾਂ ਐਨਸਥੀਸੀਆ ਵਿੱਚ ਵੀ ਵਰਤਦੇ ਹਾਂ, ਠੀਕ ਹੈ। ਗੈਰ ਪ੍ਰਤੀਕਿਰਿਆਸ਼ੀਲ ਗੈਸ ਦਾ ਨਾਮ ਦੱਸੋ, ਅਨਰੀਐਕਟਿਵ ਗੈਸ। ਕੁੱਲ ਮਿਲਾ ਕੇ ਇਹ ਉਹੀ ਪੁੱਛ ਰਹੇ ਆ ਜੀ, ਠੀਕ ਹੈ। ਕਿਹੜੀ? ਜਿਹੜੀ ਕਿਸੇ ਦੇ ਨਾਲ ਕਿਰਿਆ ਨਹੀਂ ਕਰਦੀ ਗੈਸ, ਠੀਕ ਹੈ ਨਾ। ਤਾਂ ਦੇਖ ਲਓ, ਕਾਰਬਨ ਡਾਈਆਕਸਾਈਡ ਕਰਦੀ ਹੈ, ਹਾਈਡਰੋਜਨ ਤਾਂ ਬਹੁਤ ਕਰਦੀ ਹੈ, ਨਾਈਟ੍ਰੋਜਨ ਨਹੀਂ ਕਰਦੀ। ਨਾਈਟ੍ਰੋਜਨ ਨਹੀਂ, ਆਕਸੀਜਨ ਵੀ ਕਰਦੀ ਹੈ, ਠੀਕ ਹੈ, ਨਾਈਟ੍ਰੋਜਨ ਨਹੀਂ ਕਰਦੀ। ਇਹਨਾਂ ਨੇ ਨੋਬਲ ਨਹੀਂ ਪੁੱਛਿਆ ਸੀਗਾ, ਨੋਬਲ ਤੋਂ ਅਲੱਗ ਜਿਹੜੀ ਹੋਰ ਗੈਸਾਂ ਸੀਗੀ ਉਹਨਾਂ ਦੇ ਵਿੱਚੋਂ ਪੁੱਛ ਲਿਆ ਕਿ ਕਿਹੜੀ ਪ੍ਰਤੀਕਿਰਿਆ ਨਹੀਂ ਕਰਦੀ। ਨਾਈਟ੍ਰੋਜਨ ਨਹੀਂ ਕਰਦੀ। ਫੂਡ ਪੈਕਟ ਦੇ ਵਿੱਚ ਹੁੰਦੀ ਹੈ, ਪਤਾ ਨਾ ਸਭ ਨੂੰ, ਫੂਡ ਪੈਕਟ ਯਾਦ ਰੱਖ ਲਿਓ ਵੀ, ਫੂਡ ਪੈਕਟ। ਚਲੋ ਨੈਕਸਟ ਆਓ, ਗੈਸਾਂ ਦੇ ਹੇਠਲੇ ਸਮੂਹ ਵਿੱਚੋਂ ਕਿਹੜਾ ਇੱਕ ਗ੍ਰੀਨ ਹਾਊਸ ਪ੍ਰਭਾਵ ਵਿੱਚ ਯੋਗਦਾਨ ਪਾਉਂਦਾ ਹੈ? ਕਿਹੜੀ ਦੋ ਗੈਸਾਂ ਹੈਗੀਆਂ ਜੀ ਜਿਹੜੀ ਗ੍ਰੀਨ ਹਾਊਸ ਇਫੈਕਟ ਦੇ ਵਿੱਚ ਯੋਗਦਾਨ ਪਾਉਂਦੀਆਂ? ਪੜ੍ਹੋ ਆਪਸ਼ਨ ਧਿਆਨ ਦੇ ਨਾਲ। ਕਾਰਬਨ ਡਾਈਆਕਸਾਈਡ ਐਂਡ ਮੀਥੇਨ, ਅਮੋਨੀਆ ਐਂਡ ਓਜ਼ੋਨ, ਕਾਰਬਨ ਮੋਨੋਆਕਸਾਈਡ ਐਂਡ ਸਲਫਰ ਡਾਈਆਕਸਾਈਡ। ਪਹਿਲਾ ਹੀ ਆਪਸ਼ਨ ਸਹੀ ਹੈ ਵੈਸੇ ਤਾਂ, ਕਾਰਬਨ ਡਾਈਆਕਸਾਈਡ ਤੇ ਮੀਥੇਨ, ਇਹ ਸਭ ਤੋਂ ਜ਼ਿਆਦਾ ਤਾਂ ਇਹੀ ਹੈ। ਇਹ ਸਭ ਤੋਂ ਪ੍ਰਮੁੱਖ ਹੈ, ਇਹ ਸਭ ਤੋਂ ਖਤਰਨਾਕ ਗ੍ਰੀਨ ਹਾਊਸ ਗੈਸ ਹੈ। ਇਹ ਸਭ ਤੋਂ ਪ੍ਰਮੁੱਖ ਹੈ, ਸਭ ਤੋਂ ਜ਼ਿਆਦਾ ਮਿਲਦੀ ਹੈ, ਮਤਲਬ ਸਭ ਤੋਂ ਮੇਨ ਹੈ, ਪਰ ਇਹ ਸਭ ਤੋਂ ਖਤਰਨਾਕ ਹੈ, ਠੀਕ ਹੈ। ਨੈਕਸਟ, ਇੱਕ ਉਦਯੋਗਿਕ ਖੇਤਰ ਵਿੱਚ ਤੇਜ਼ਾਬੀ ਵਰਖਾ ਕਿਸ ਗੈਸ ਕਾਰਨ ਹੁੰਦੀ ਹੈ? ਐਸਿਡ ਰੇਨ ਕਿਸੇ ਇੰਡਸਟਰੀਅਲ ਏਰੀਆ ਦੇ ਵਿੱਚ, ਕਿਉਂਕਿ ਉੱਥੇ ਸਲਫਰ ਡਾਈਆਕਸਾਈਡ ਬਹੁਤ ਜ਼ਿਆਦਾ ਪੈਦਾ ਹੁੰਦਾ ਹੈ, ਉਹੀ ਕਾਰਨ ਹੁੰਦਾ ਹੈ SO2 ਸਲਫਰ ਡਾਈਆਕਸਾਈਡ। ਇਹ ਤੇਜ਼ਾਬੀ ਬਾਰਿਸ਼ ਵਾਸਤੇ ਜ਼ਿੰਮੇਵਾਰ ਹੁੰਦਾ ਹੈ ਭਾਈ। ਚਲੋ ਫਿਰ ਅੱਗੇ ਆਓ, ਲਿਓ, ਬੀਕਨ ਲਾਈਟ ਦੇ ਤੌਰ ਤੇ ਵਰਤੀ ਜਾਣ ਵਾਲੀ ਇਨਰਟ ਗੈਸ ਕਿਹੜੀ ਹੈ? ਇਹ ਬੀਕਨ ਲਾਈਟ ਕਿਹੜੀ ਹੁੰਦੀ ਹੈ? ਬੀਕਨ ਲਾਈਟ ਇੱਕ ਤਰ੍ਹਾਂ ਦੀ ਵਾਰਨਿੰਗ ਦੀ ਲਾਈਟਾਂ, ਜਿਵੇਂ ਪੁਲਿਸ ਵਾਲੇ ਵਰਤਦੇ ਆ ਬੀਕਨ ਲਾਈਟਾਂ ਨੂੰ, ਹਨਾ, ਵਾਰਨਿੰਗ ਦੀ ਲਾਈਟਾਂ ਜਾਂ ਕੋਈ ਸਿਗਨਲ ਵਗੈਰਾ ਦੇਣਾ, ਤਾਂ ਉਹ ਬੀਕਨ ਲਾਈਟਾਂ ਹੁੰਦੀਆਂ, ਠੀਕ ਹੈ। ਉਹ ਕਿਹੜੀ ਹੁੰਦੀਆਂ? ਬੀਕਨ ਲਾਈਟਾਂ। ਤੇ ਫੋਟੋ ਵੀ ਨਹੀਂ ਮੈਂ ਐਡ ਕਰੀ, ਹਨਾ, ਕੋਈ ਗੱਲ ਨਹੀਂ, ਇਸ ਨੂੰ ਲਿਖ ਕੇ ਸਰਚ ਕਰਿਓ ਬੀਕਨ ਲਾਈਟ ਨੂੰ। ਯੈਲੋ ਜੀ, ਰੈੱਡ ਜੀ, ਪੁਲਿਸ ਵਾਲੇ ਜ਼ਿਆਦਾਤਰ ਵਰਤਦੇ ਆ, ਠੀਕ ਹੈ। ਉਹਨਾਂ ਦੇ ਵਿੱਚ ਕਿਹੜੀ ਇਨਰਟ ਗੈਸ ਵਰਤੀ ਜਾਂਦੀ ਹੈ? ਇਨਰਟ ਗੈਸ ਹੋਈ ਹੋਗੀ ਨੋਬਲ ਗੈਸ। ਕਿਹੜੀ ਵਰਤੀ ਜਾਂਦੀ ਹੈ? ਤਾਂ ਇੱਥੇ ਇਹ ਨੋਬਲ ਗੈਸ
ਕਿਹੜੀ ਵਰਤਣਗੇ? ਇਹ ਵਰਤਦੇ ਆ ਨਿਓਨ। ਕਿਹੜੀ ਵਰਤਦੇ ਆ? ਨਿਓਨ। ਤੇ ਨਿਓਨ ਗੈਸ ਜਿਹੜੀ ਹੈਗੀ ਹੈ ਬਈ, ਨਿਓਨ ਗੈਸ ਸਾਈਨ ਕਈ ਵਾਰ ਆ ਜਾਂਦਾ ਹੈ ਕਿ ਸਿਗਨਲ ਦੇਣ ਦੇ ਵਿੱਚ ਜਾਂ ਸਾਈਨ ਦੇਣ ਦੇ ਵਿੱਚ, ਸਾਈਨ ਵਾਲੇ ਜਿਹੜੇ ਬੋਰਡ ਹੁੰਦੇ ਆ, ਇਲੂਮੀਨੇਟਡ ਸਾਈਨ ਹੁੰਦੇ ਆ ਜਿਹੜੇ ਅੰਧੇਰੇ ਦੇ ਵਿੱਚ ਵੀ ਚਮਕਦੇ ਆ, ਠੀਕ ਹੈ ਨਾ, ਬਿਨਾਂ ਲਾਈਟਾਂ ਤੋਂ, ਸੜਕ ਦੇ ਕਿਨਾਰੇ ਲੱਗੇ ਹੁੰਦੇ ਆ, ਉੱਥੇ ਕਿਹੜੀ ਗੈਸ ਵਰਤੀ ਜਾਂਦੀ ਹੈ? ਨਿਓਨ ਹੀ ਵਰਤੀ ਜਾਂਦੀ ਹੈ ਬਈ। ਕਿਹੜੀ ਗੈਸ ਵਰਤੀ ਜਾਂਦੀ ਹੈ? ਨਿਓਨ ਗੈਸ। ਚਲੋ ਨੈਕਸਟ ਆਓ। ਬਨਸਪਤੀ ਦੇ ਸੜਨ ਕਾਰਨ ਦਲਦਲੀ ਥਾਵਾਂ ਤੇ ਪੈਦਾ ਹੋਣ ਵਾਲੀ ਗੈਸ ਕਿਹੜੀ ਹੈ? ਦਲਦਲੀ ਥਾਵਾਂ, ਮਾਰਸ਼ੀ ਏਰੀਆ ਦੇ ਵਿੱਚ ਕਿਹੜੀ ਗੈਸ ਹੁੰਦੀ ਹੈ? ਤੁਹਾਨੂੰ ਆਪਾਂ ਮਾਰਸ਼ ਗੈਸ ਵੀ ਬੋਲ ਦਿੰਦੇ ਆ, ਬਾਇਓ ਗੈਸ ਬੋਲ ਦਿੰਦੇ ਆ, ਨੈਚੁਰਲ ਗੈਸ ਬੋਲ ਦਿੰਦੇ ਆ ਬਈ। ਉਹਦੇ ਚ ਮੇਨ ਹੁੰਦਾ ਕੀ ਹੈ? ਤੁਹਾਡੀ ਬਾਇਓ ਗੈਸ ਹੋ ਗਈ, ਗੋਬਰ ਗੈਸ ਹੋ ਗਈ, ਸਾਰਿਆਂ ਦੇ ਵਿੱਚ ਹੁੰਦਾ ਕੀ ਹੈ? ਮੀਥੇਨ ਹੁੰਦਾ, CH4। ਮੀਥੇਨ ਯਾਨੀ CH4। ਚਲੋ ਅੱਗੇ ਆਓ। ਹਾਂਜੀ, ਖੇਤਾਂ ਤੋਂ ਪੈਦਾ ਹੋਣ ਵਾਲੀ ਮੀਥੇਨ ਤੋਂ ਇਲਾਵਾ ਇੱਕ ਮਹੱਤਵਪੂਰਨ ਗ੍ਰੀਨ ਹਾਊਸ ਗੈਸ ਕਿਹੜੀ ਹੈ? ਤਾਂ ਖੇਤਾਂ ਦੇ ਵਿੱਚੋਂ ਇੱਕ ਤਾਂ ਮੀਥੇਨ ਪੈਦਾ ਹੁੰਦੀ ਹੈ, ਚਲੋ ਜੀ ਠੀਕ ਹੈ, ਜੋ ਵੀ ਖੇਤਾਂ ਦੀ ਰਹਿੰਦ ਖੂੰਹਦ ਹੁੰਦੀ ਹੈ, ਜੋ ਵੀ ਹੈ। ਉਸ ਤੋਂ ਇਲਾਵਾ ਇੱਕ ਹੋਰ ਗੈਸ ਪੈਦਾ ਹੁੰਦੀ ਹੈ ਤੇ ਉਹ ਵੀ ਗ੍ਰੀਨ ਹਾਊਸ ਗੈਸ ਹੈ, ਤਾਂ ਉਹ ਹੈਗੀ ਹੈ ਨਾਈਟਰਸ ਆਕਸਾਈਡ। ਨਾਈਟਰਸ ਆਕਸਾਈਡ ਇੱਥੇ ਰਾਈਟ ਆਨਸਰ ਆਏਗਾ। ਚਲੋ ਅੱਗੇ ਆਓ। ਬੰਦ ਕਮਰੇ ਦੇ ਵਿੱਚ ਕੋਲਾ ਜਾਂ ਕੋਕ ਸਾੜਨ ਨਾਲ ਦਮ ਘੁੱਟਣ ਅਤੇ ਮੌਤ ਦਾ ਕਾਰਨ ਬਣਨ ਵਾਲੀ ਗੈਸ। ਬੰਦ ਕਮਰੇ ਦੇ ਵਿੱਚ ਕੋਲਾ ਸਾੜਤਾ, ਠੀਕ ਹੈ, ਕੋਇਲਾ ਬਰਨ ਕਰਤਾ ਆਪਾਂ ਨੇ, ਤਾਂ ਇੱਕ ਤਰ੍ਹਾਂ ਦਾ ਇਹ ਫੋਜ਼ਲ ਫਿਊਲ ਹੋ ਗਿਆ, ਜਿਵੇਂ ਪੈਟਰੋਲ ਵਗੈਰਾ ਹੋ ਗਏ, ਉਹ ਇੱਕ ਤਰ੍ਹਾਂ ਦਾ ਕੋਇਲਾ ਵੀ ਫੋਜ਼ਲ ਫਿਊਲ ਹੈ, ਠੀਕ ਹੈ ਜੀ। ਤਾਂ ਜਦੋਂ ਇਹ ਬਲੇਗਾ ਤਾਂ ਕਾਰਬਨ ਮੋਨੋਆਕਸਾਈਡ ਗੈਸ ਪੈਦਾ ਹੋਏਗੀ, ਠੀਕ ਹੈ। ਵਹੀਕਲਾਂ ਦੇ ਵਿੱਚ ਵੀ ਉਹੀ ਹੁੰਦੀ ਹੈ, ਕੋਲੇ ਦੇ ਵਿੱਚੋਂ ਵੀ ਇਹੀ ਨਿਕਲੇਗੀ, ਤੇ ਕਾਰਬਨ ਮੋਨੋਆਕਸਾਈਡ ਜ਼ਹਿਰੀਲੀ ਗੈਸ ਹੈ। ਮੈਂ ਤੁਹਾਨੂੰ ਦੱਸਿਆ ਜ਼ਹਿਰੀਲੀ ਕਿਉਂ ਹੈ ਉਹ ਗੈਸ, ਠੀਕ ਹੈ, ਕਿਉਂਕਿ ਉਹ ਜਦੋਂ ਕਾਰਬਨ ਮੋਨੋਆਕਸਾਈਡ ਸਾਡੇ ਸਾਹ ਦੇ ਰਾਹੀਂ ਸਾਡੇ ਅੰਦਰ ਜਾਏਗੀ ਤਾਂ ਸਾਡਾ ਜਿਹੜਾ ਹੀਮੋਗਲੋਬਿਨ ਹੈ ਬਲੱਡ ਦੇ ਵਿੱਚ, ਜਿਹਦਾ ਕੰਮ ਹੁੰਦਾ ਹੈ ਕਿ ਉਹ ਆਕਸੀਜਨ ਨੂੰ ਸਾਡੇ ਸਰੀਰ ਦੇ ਹਰ ਇੱਕ ਸੈੱਲ ਤੱਕ ਪਹੁੰਚਾਵੇ, ਉਹਨੂੰ ਪਤਾ ਨਹੀਂ ਲੱਗਦਾ ਵੀ ਕਿਹੜੀ ਆਕਸੀਜਨ ਹੈ, ਕਿਹੜੀ ਕਾਰਬਨ ਮੋਨੋਆਕਸਾਈਡ ਹੈ, ਉਹ ਚੱਕ ਕੇ ਕਾਰਬਨ ਮੋਨੋਆਕਸਾਈਡ ਪਹੁੰਚਾ ਦਿੰਦਾ ਹੈ। ਆਕਸੀਜਨ ਸਾਡੇ ਸੈੱਲਾਂ ਨੂੰ ਨਹੀਂ ਮਿਲਦੀ, ਦਮ ਘੁੱਟਣ ਲੱਗ ਜਾਂਦਾ ਹੈ ਜੀ, ਆਕਸੀਜਨ ਦੀ ਕਮੀ ਹੋ ਜਾਂਦੀ ਹੈ, ਡੈਥ ਵੀ ਹੋ ਜਾਂਦੀ ਹੈ। ਇਹ ਹੈਗਾ ਕਾਰਬਨ ਮੋਨੋਆਕਸਾਈਡ, ਕਾਰਬਨ ਮੋਨੋਆਕਸਾਈਡ CO। ਅੰਡਰਸਟੈਂਡ। ਇਹ ਬੰਦ ਕਮਰੇ ਵਿੱਚ ਕੋਲਾ ਸਾੜਨ, ਇਹ ਯਾਦ ਰੱਖਣਾ ਹੈ, ਕੋਲਾ ਸਾੜਨਾ, ਅੰਗੀਠੀ ਜਲਾਣੀ ਹੈ ਜੀ, ਅੰਗੀਠੀ ਦੇ ਵਿੱਚ ਵੀ ਕੋਲਾ ਯੂਜ਼ ਕਰਦੇ ਹਾਂ, ਤਾਂ ਕਰਕੇ ਜੇ ਤੁਹਾਨੂੰ ਅਜਿਹਾ ਆ ਜੇ ਕਿ ਸੀਵਰੇਜ ਟੈਂਕ ਦੀ ਸਫਾਈ ਕਰਨ ਸਫਾਈ ਕਰਮਚਾਰੀ ਉਤਰੇ ਆ, ਉੱਥੇ ਦਮ ਘੁੱਟ ਗਿਆ, ਖਦਾਨਾਂ ਦੇ ਵਿੱਚ ਕੰਮ ਕਰਨ ਗਏ ਕਰਮਚਾਰੀਆਂ ਦਾ ਦਮ ਘੁੱਟ ਗਿਆ, ਫਿਰ ਮੀਥੇਨ ਆਏਗਾ। ਉੱਥੇ ਕੋਈ ਅੱਗ ਲਾ ਕੇ ਕੁਝ ਧੂਆਂ ਨਹੀਂ ਪੈਦਾ ਕਰਿਆ, ਠੀਕ ਹੈ, ਉੱਥੇ ਆਲਰੇਡੀ ਗੈਸ ਸੀਗੀ ਪਹਿਲਾਂ ਹੀ। ਕੂਆਂ ਖੋਦਦੇ ਹੋਏ ਜੀ, ਕੂਆਂ ਖੋਦਣ ਵਾਲੇ ਜਿਹੜੇ ਦਿਹਾੜੀਦਾਰ ਸੀਗੇ ਮਜ਼ਦੂਰ, ਉਹ ਥੱਲੇ ਗਏ ਆ ਜ਼ਮੀਨ ਦੇ ਵਿੱਚ, ਉੱਥੇ ਉਹਨਾਂ ਦਾ ਦਮ ਘੁੱਟ ਗਿਆ, ਕਿਸੇ ਖੱਡੇ ਦੇ ਵਿੱਚ ਗਏ ਆ, ਬੋਰਵੈਲ ਦੇ ਵਿੱਚ ਗਏ ਆ, ਦਮ ਘੁੱਟ ਗਿਆ, ਉਹ ਦਮ ਘੁੱਟਿਆ ਉਹਨਾਂ ਦਾ, ਉੱਥੇ ਕੋਈ ਅੱਗ ਥੋੜੀ ਬਾਲੀ ਹੈ ਉਹਨਾਂ ਨੇ, ਇੱਥੇ ਅੱਗ ਬਾਲੀ ਹੈ, ਸਮਝਿਓ, ਦੋਹਾਂ 'ਚ ਫਰਕ ਹੈ, ਧਿਆਨ ਨਾਲ। ਚਲੋ ਹਾਂਜੀ, ਪਾਣੀ ਵਿੱਚ ਘੁਲਣ ਵਾਲੀ ਗੈਸ ਜੋ ਇਸ ਨੂੰ ਖਾਰਾ ਬਣਾ ਦਿੰਦੀ ਹੈ, ਖਾਰਾ ਮਤਲਬ ਬੇਸਿਕ ਇਹਨੂੰ ਬਣਾ ਦਿੰਦੀ ਹੈ, ਠੀਕ ਹੈ, ਤਾਂ ਉਹ ਹੈਗੀ ਹੈ ਜੀ ਅਮੋਨੀਆ। ਦੇਖੋ ਪਾਣੀ ਜਿਹੜਾ ਹੁੰਦਾ, ਪਾਣੀ ਨਿਊਟਰਲ ਹੁੰਦਾ, ਨਾ ਉਹ ਖਾਰਾ ਹੁੰਦਾ, ਨਾ ਉਹ ਤੇਜ਼ਾਬੀ ਹੁੰਦਾ, ਠੀਕ ਹੈ, ਮਤਲਬ ਨਾ ਉਹ ਐਸਿਡ ਹੁੰਦਾ, ਐਸਿਡਿਕ ਹੁੰਦਾ ਉਹ, ਨਾ ਹੀ ਉਹ ਬੇਸਿਕ ਹੁੰਦਾ, ਬੇਸ, ਠੀਕ ਹੈ। ਜੋ ਚੀਜ਼ਾਂ ਐਸਿਡ ਹੁੰਦੀਆਂ ਉਹਨਾਂ ਦਾ pH 0 ਤੋਂ 7 ਦੇ ਵਿਚਕਾਰ ਹੁੰਦਾ, ਬੇਸ ਵਾਲਿਆਂ ਦਾ 7 ਤੋਂ 14 ਦੇ ਵਿਚਕਾਰ ਹੁੰਦਾ, ਬਟ ਪਾਣੀ ਤਾਂ 7 ਹੈ ਬਈ, ਤਾਂ ਇਹ ਨਿਊਟਰਲ ਹੈ, ਗ੍ਰੀਨ ਰੰਗ ਇਹਦਾ ਹੁੰਦਾ ਹੈ। ਐਸਿਡ ਵਾਲੇ ਰੈੱਡ ਹੁੰਦੇ ਚਲੇ ਜਾਂਦੇ ਆ, ਇਹ ਬਲੂ ਹੁੰਦੇ ਚਲੇ ਜਾਂਦੇ ਆ। ਤਾਂ ਪਾਣੀ ਵਿੱਚ ਜੇ ਆਪਾਂ ਅਮੋਨੀਆ ਨੂੰ ਘੋਲ ਦਿੰਦੇ ਆ ਤਾਂ ਇਹ ਇਸ ਨੂੰ ਖਾਰਾ ਬਣਾ ਦਿੰਦਾ ਬਈ, ਅਮੋਨੀਆ, ਠੀਕ ਹੈ। ਤੇ ਪਾਣੀ ਦੇ ਵਿੱਚ ਜੇ ਕਾਰਬਨ ਡਾਈਆਕਸਾਈਡ ਘੁਲਦੀ ਹੈ ਤਾਂ ਉਹ ਇਸ ਨੂੰ ਐਸਿਡਿਕ ਬਣਾ ਦਿੰਦੀ ਹੈ, ਠੀਕ ਹੈ। ਪਾਣੀ ਨੂੰ ਬੇਸਿਕ ਖਾਰਾ ਬਣਾਉਂਦੇ ਹੈ ਅਮੋਨੀਆ, ਠੀਕ ਹੈ, ਤੇ ਪਾਣੀ ਨੂੰ ਤੇਜ਼ਾਬੀ ਬਣਾਉਂਦੀ ਹੈ ਕਾਰਬਨ ਡਾਈਆਕਸਾਈਡ। ਦੋਨੇ ਯਾਦ ਰੱਖਣੇ, ਜੇ ਇਹ ਪੁੱਛਿਆ ਗਿਆ ਤਾਂ ਇਹ ਵੀ ਪੁੱਛਿਆ ਜਾ ਸਕਦਾ, ਓਕੇ, ਯਾਦ ਰੱਖਣਾ ਭਾਈ। ਚਲੋ ਨੈਕਸਟ ਆਓ। ਉਸ ਪਦਾਰਥ ਦਾ ਨਾਮ ਕੀ ਹੈ ਜੋ ਲੈਕਮੀਰਲ ਗ੍ਰੰਥੀਆਂ ਨੂੰ ਪਰੇਸ਼ਾਨ ਕਰਦਾ ਹੈ? ਲੈਕਮੀਰਲ ਗ੍ਰੰਥੀਆਂ ਕਿਹੜੀ ਹੁੰਦੀਆਂ? ਲੈਕਮੀਰਲ ਗ੍ਰੰਥੀਆਂ ਕੋਈ ਦੱਸੇਗਾ ਕਮੈਂਟ ਕਰਕੇ, ਠੀਕ ਹੈ। ਲੈਕਮੀਰਲ ਗ੍ਰੰਥੀਆਂ ਸਰਚ ਕਰਿਓ ਵੀ, ਬਾਇਓ ਦਾ ਬਹੁਤ ਮਤਲਬ ਆਪਣੇ ਸਰੀਰ ਦਾ ਇੱਕ ਮੇਨ ਅੰਗ ਹੈ, ਆਪਣੇ ਸਰੀਰ ਦੀ ਮੇਨ ਗ੍ਰੰਥੀ ਹੈ, ਇਹਨੂੰ ਪਰੇਸ਼ਾਨ ਕਰਦੀ ਹੈ ਜੀ ਟੀਅਰ ਗੈਸ। ਕਿਹੜੀ ਕਰਦੀ ਹੈ? ਟੀਅਰ ਗੈਸ। ਟੀਅਰ ਗੈਸ ਬਾਰੇ ਆਪਾਂ ਪੜ੍ਹ ਚੁੱਕੇ ਹਾਂ ਪਿੱਛੇ 2-4 ਕੁਐਸਚਨ। ਚਲੋ ਗਿਆ, ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਗੈਸੀ ਹਵਾ ਪ੍ਰਦੂਸ਼ਕ ਨਹੀਂ ਹੈ? ਇਹ ਮੈਂ ਤੁਹਾਡਾ ਦੇਖਣਾ ਚਾਹੂੰਗਾ ਆਨਸਰ ਕੀ ਆਏਗਾ, ਮੈਂ ਜ਼ਰੂਰ ਸਾਰਿਆਂ ਦੇ ਕਮੈਂਟ ਚੈੱਕ ਕਰੂੰਗਾ ਬਈ। ਲਿਓ, ਇਹ 4 ਆਪਸ਼ਨ ਤੁਹਾਡੇ ਕੋਲ ਹੈ, ਕਿਹੜਾ ਗੈਸੀ ਹਵਾ ਪ੍ਰਦੂਸ਼ਕ ਨਹੀਂ ਹੈ। ਅੰਗਰੇਜ਼ੀ 'ਚ ਵੀ ਪੜ੍ਹ ਲਿਓ, ਬਾਅਦ 'ਚ ਮਾਰਕਤਾ ਨਾ ਰਹੇ। ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਐ ਗੈਸੀਅਸ ਏਅਰ ਪੋਲਿਊਟੈਂਟ। ਪੋਲਿਊਟੈਂਟ ਹੁੰਦਾ ਜਿਹੜਾ ਪ੍ਰਦੂਸ਼ਣ ਕਰਦਾ ਹੈ, ਠੀਕ ਹੈ, ਤਾਂ ਕਿਹੜਾ ਗੈਸੀ ਹਵਾ ਪ੍ਰਦੂਸ਼ਕ ਨਹੀਂ ਹੈ? ਓਕੇ,
ਇਹਦਾ ਆਨਸਰ ਪਤਾ ਕੀ ਹੈ? ਸਮੋਕ। ਸਮੋਕ, ਧੂਆਂ। ਇਹ ਗੈਸੀ ਨਹੀਂ ਹੈਗਾ ਜੀ, ਪ੍ਰਦੂਸ਼ਕ ਤਾਂ ਹੈ ਪਰ ਇਹ ਗੈਸੀ ਨਹੀਂ ਹੈਗਾ। ਇਹਨੇ ਪੁੱਛਿਆ ਕਿਹੜਾ ਗੈਸੀ ਹਵਾ ਪ੍ਰਦੂਸ਼ਕ ਹੈ। ਗੈਸੀ ਹਵਾ ਪ੍ਰਦੂਸ਼ਕ ਮਤਲਬ ਗੈਸ ਦੇ ਰੂਪ ਦੇ ਵਿੱਚ ਹਵਾ ਨੂੰ ਦੂਸ਼ਿਤ ਕਰਦਾ ਹੈ। ਤਾਂ ਨਾਈਟ੍ਰੋਜਨ ਦੇ ਜਿਹੜੇ ਆਕਸਾਈਡ ਹੈ ਇਹ ਵੀ ਗੈਸ ਹੈ, ਇਹ ਵੀ ਹਵਾ ਦੇ ਵਿੱਚ ਮਿਲ ਕੇ ਹਵਾ ਨੂੰ ਦੂਸ਼ਿਤ ਕਰੂਗੀ। ਹਾਈਡਰੋਕਾਰਬਨ ਵੀ ਹਵਾ ਨੂੰ ਮਿਲ ਕੇ ਹਵਾ ਦੇ ਵਿੱਚ ਮਿਲ ਕੇ ਹਵਾ ਨੂੰ ਦੂਸ਼ਿਤ ਕਰਨਗੇ। ਸਲਫਰ ਦੇ ਆਕਸਾਈਡ ਵੀ ਹਵਾ ਨੂੰ ਮਿਲ ਕੇ ਹਵਾ ਨੂੰ ਦੂਸ਼ਿਤ ਕਰਨਗੇ। ਇਹ ਸਾਰੀ ਗੈਸਾਂ ਹੈਗੀਆਂ, ਸਮੋਕ ਗੈਸ ਨਹੀਂ ਹੈ। ਸਮੋਕ ਕੀ ਹੈ? ਸਮੋਕ ਮੈਂ ਤੁਹਾਨੂੰ ਪਹਿਲਾਂ ਹੀ ਕੁਐਸਚਨ ਕਰਾ ਚੁੱਕਿਆ ਹੈ। ਸਮੋਕ ਕੀ ਹੈ ਬਈ? ਸੋਲਿਡ ਪਾਰਟੀਕਲ ਹੈ ਜਿਹੜੇ ਉਹ ਗੈਸ ਦੇ ਵਿੱਚ ਹਵਾ ਦੇ ਵਿੱਚ ਮਿਕਸ ਹੋਏ ਹੋਏ ਹੈ, ਹਵਾ ਦੇ ਵਿੱਚ ਸਸਪੈਂਡਡ ਹੈ, ਇਸ ਤੋਂ ਮਿਲ ਕੇ ਸਮੋਕ ਬਣਦੀ ਹੈ। ਯਾਨੀ ਇਹ ਸੋਲਿਡ ਹੈਗੇ ਆ। ਸਮੋਕ ਦੇ ਵਿੱਚ ਸੋਲਿਡ ਕਣ ਹੁੰਦੇ ਆ ਜਿਹਦੇ ਕਰਕੇ ਉਹ ਦੂਸ਼ਿਤ ਹੈ। ਨਹੀਂ ਤਾਂ 에ਅਰ ਹੈ, ਨਹੀਂ ਤਾਂ ਉਹ 에ਅਰ ਹੈਗੀ ਹੈ। 에ਅਰ ਦੇ ਵਿੱਚ ਜਦੋਂ ਸੋਲਿਡ ਪਾਰਟੀਕਲ ਮਿਕਸ ਹੋ ਜਾਂਦੇ ਆ ਤਾਂ ਉਹ ਸਮੋਕ ਬਣਦੀ ਹੈ। ਪ੍ਰਦੂਸ਼ਣ ਵਾਸਤੇ ਜ਼ਿੰਮੇਵਾਰ ਸਮੋਕ ਦੇ ਵਿੱਚ ਕੀ ਹੋਏਗਾ? ਸੋਲਿਡ ਹੋਣਗੇ। ਤਾਂ ਇਹ ਗੈਸੀ ਪ੍ਰਦੂਸ਼ਕ ਹੈ ਪਰ ਗੈਸੀ ਪ੍ਰਦੂਸ਼ਕ ਨਹੀਂ ਹੈ। ਓਕੇ, ਸੈਕੰਡ ਕੁਐਸਚਨ ਚਲੋ ਗਿਆ। ਖਾਣਾ ਪਕਾਉਣ ਲਈ ਵਰਤੀ ਜਾਣ ਵਾਲੀ ਬਾਇਓਗੈਸ ਹੇਠ ਲਿਖਿਆਂ ਵਿੱਚੋਂ ਕਿਸ ਦਾ ਮਿਸ਼ਰਣ ਹੈ? ਇਹ ਦੱਸੋ ਬਈ। ਹਾਂਜੀ, ਆ ਗਿਆ ਸਾਰਿਆਂ ਦਾ। ਖਾਣਾ ਪਕਾਉਣ ਵਾਸਤੇ ਆਪਾਂ ਜਿਹੜੀ ਬਾਇਓਗੈਸ ਵਰਤਦੇ ਹਾਂ ਉਹ ਕਿਸ ਦਾ ਮਿਸ਼ਰਣ ਹੈ? ਮੀਥੇਨ। ਦੇਖੋ ਬਾਇਓਗੈਸ ਦੀ ਆ ਗਈ ਨਾ ਗੱਲ, ਤਾਂ ਬਾਇਓਗੈਸ ਦੇ ਵਿੱਚ ਮੀਥੇਨ ਤਾਂ ਡੈਫੀਨੇਟਲੀ ਹੋਏਗਾ ਹੀ ਹੋਏਗਾ। ਇਹਨਾਂ ਨੇ ਐਲਪੀਜੀ ਥੋੜੀ ਪੁੱਛੀ ਹੈ, ਐਲਪੀਜੀ ਤਾਂ ਬਿਊਟੇਨ ਪ੍ਰੋਪੇਨ ਹੋ ਜਾਣਾ ਸੀਗਾ, ਠੀਕ ਹੈ। ਤਾਂ ਬਾਇਓਗੈਸ ਦੇ ਵਿੱਚ ਮੀਥੇਨ ਤਾਂ ਡੈਫੀਨੇਟਲੀ ਹੈ। ਮੀਥੇਨ ਦੇ ਨਾਲ ਨਾਲ ਉੱਥੇ ਹੁੰਦੀ ਹੈ ਕਾਰਬਨ ਡਾਈਆਕਸਾਈਡ। ਕੀ ਹੁੰਦੀ ਹੈ? ਕਾਰਬਨ ਡਾਈਆਕਸਾਈਡ, ਠੀਕ ਹੈ। ਇਹ ਬਾਇਓਗੈਸ ਦੇ ਵਿੱਚ ਮੇਨਲੀ ਹੁੰਦੇ ਆ ਸਭ ਤੋਂ ਜ਼ਿਆਦਾ ਮੀਥੇਨ, ਉਸ ਤੋਂ ਬਾਅਦ ਕਾਰਬਨ ਡਾਈਆਕਸਾਈਡ, ਫਿਰ ਬਿਊਟੇਨ, ਪ੍ਰੋਪੇਨ, ਹੋਰ ਬਹੁਤ ਕੁਝ ਹੁੰਦਾ, ਠੀਕ ਹੈ। ਪਰ ਸਭ ਤੋਂ ਜ਼ਿਆਦਾ ਮੀਥੇਨ ਹੁੰਦੀ ਹੈ ਤੇ ਫਿਰ ਕਾਰਬਨ ਡਾਈਆਕਸਾਈਡ। CO2 ਤੋਂ ਇਲਾਵਾ ਹੋਰ ਗ੍ਰੀਨ ਹਾਊਸ ਦੱਸੋ ਕਿਹੜੀ ਹੈ? ਤਾਂ ਮੈਂ ਤੁਹਾਨੂੰ ਗ੍ਰੀਨ ਹਾਊਸ ਗੈਸਾਂ ਸਾਰੀ ਦੱਸ ਚੁੱਕਿਆ ਹਾਂ, ਆਪਾਂ ਇੱਕ ਵਾਰ ਦੇਖ ਲੈਂਦੇ ਹਾਂ। CH4 ਮੀਥੇਨ, ਇਹ ਤਾਂ ਸਭ ਤੋਂ ਖਤਰਨਾਕ ਗ੍ਰੀਨ ਹਾਊਸ ਗੈਸ ਹੈ, ਇਹੀ ਹੋ ਗਿਆ ਫਿਰ ਆਨਸਰ। CH4 ਯਾਨੀ ਮੀਥੇਨ। ਬਾਕੀ ਨਾਈਟ੍ਰੋਜਨ, ਆਰਗਨ, O2, ਆਕਸੀਜਨ, ਇਹ ਵਿਚਾਰੀ ਗਰੀਬ, ਇਹ ਨਹੀਂ ਹੈਗੇ, ਠੀਕ ਹੈ। ਚਲੋ ਅੱਗੇ ਆਓ। ਹਾਂਜੀ, ਇੱਕ ਗੈਸ ਦਾ ਅਣੂ ਪੁੰਜ ਕੀ ਹੁੰਦਾ ਹੈ? ਮੋਲੀਕੂਲਰ ਮਾਸ ਆਫ ਦਾ ਗੈਸ। ਤਾਂ ਮੋਲੀਕੂਲਰ ਮਾਸ ਹੁੰਦਾ ਹੈ ਦੁੱਗਣਾ ਜਿੰਨਾ ਗੈਸ ਦਾ ਵਾਟਰ ਪ੍ਰੈਸ਼ਰ ਹੈ, ਵੇਪਰ ਪ੍ਰੈਸ਼ਰ ਹੈ, ਠੀਕ ਹੈ। ਹਾਂ ਹਾਂ, ਇਹ ਆਪਸ਼ਨ ਇਹ ਹੋ ਜਾਏਗਾ ਟਵਾਈਸ ਇਟਸ ਵੇਪਰ ਪ੍ਰੈਸ਼ਰ। ਜਿੰਨਾ ਵੇਪਰ ਪ੍ਰੈਸ਼ਰ ਹੈ ਉਸ ਤੋਂ ਦੁੱਗਣਾ ਹੁੰਦਾ ਹੈ ਮੋਲੀਕੂਲਰ ਮਾਸ ਗੈਸ ਦਾ। ਇਹ ਯਾਦ ਰੱਖ ਲਿਓ। ਇਹ ਕੈਮਿਸਟਰੀ ਥੋੜਾ ਡਿਟੇਲ ਚ ਚਲੇ ਗਿਆ ਕੁਐਸਚਨ, ਬਟ ਕੋਈ ਚੱਕਰ ਨਹੀਂ, ਆਪਾਂ ਨੇ ਫालतू ਟੈਨਸ਼ਨ ਨਹੀਂ, ਕੁਐਸਚਨ ਯਾਦ ਕਰੋ, ਇਨਫ ਹੈ ਆਪਣੇ ਵਾਸਤੇ। ਵਾਟਰ ਨਹੀਂ, ਵੇਪਰ ਪ੍ਰੈਸ਼ਰ। ਵੇਪਰ ਪ੍ਰੈਸ਼ਰ ਦਾ ਦੁੱਗਣਾ ਹੁੰਦਾ ਹੈ, ਠੀਕ ਹੈ। ਚਲੋ, ਕਿਹੜੀ ਗੈਸ ਵਾਯੂਮੰਡਲ ਦਾ ਹਿੱਸਾ ਨਹੀਂ ਬਣਦੀ? ਤਾਂ ਕਿਹੜੀ ਗੈਸ ਵਾਯੂਮੰਡਲ ਦੇ ਵਿੱਚ ਨਹੀਂ ਮਿਲੇਗੀ ਬਈ? ਨਾਈਟ੍ਰੋਜਨ, ਸਭ ਤੋਂ ਜ਼ਿਆਦਾ ਤਾਂ ਇਹੀ ਹੈ। ਹੀਲੀਅਮ, ਹੀਲੀਅਮ ਵੀ ਹੈਗੀ ਹੈ। ਕਲੋਰੀਨ ਨਹੀਂ ਹੈਗੀ, ਕਲੋਰੀਨ ਨਹੀਂ ਹੈ, ਕਲੋਰੀਨ ਨਹੀਂ ਹੈ। ਇਸ ਤੋਂ ਇਲਾਵਾ ਰਡੋਨ ਵੀ ਨਹੀਂ ਹੈਗੀ, ਰਡੋਨ ਵੀ ਨਹੀਂ ਹੈ ਬਈ, ਠੀਕ ਹੈ। ਚਲੋ ਅੱਗੇ ਆ ਜਾਓ। ਹਰੇ ਫਲ ਜਾਂ ਕੱਚੇ ਫਲਾਂ ਨੂੰ ਨਕਲੀ ਤਰੀਕੇ ਨਾਲ ਪਕਾਉਣ ਲਈ ਕਿਹੜੀ ਗੈਸ ਵਰਤੀ ਜਾਂਦੀ ਹੈ? ਤਾਂ ਕੱਚੇ ਫਲਾਂ ਨੂੰ ਆਪਾਂ ਪਕਾ ਸਕਦੇ ਹਾਂ, ਪਕਾ ਸਕਦੇ ਕਿ ਪਕਾਉਂਦੇ ਹੀ ਹੈ। ਨੈਚੁਰਲ ਫਲ ਕਿਹੜਾ ਮਿਲ ਰਿਹਾ ਹੁਣ ਮਾਰਕੀਟ ਦੇ ਵਿੱਚ? ਸਾਰੇ ਕੱਚੇ ਫਲਾਂ ਨੂੰ ਨਕਲੀ ਤਰੀਕੇ ਨਾਲ ਪਕਾ ਕੇ ਹੀ ਵੇਚ ਰਹੇ ਆ, ਹਨਾ। ਤਾਂ ਕਿਹੜੀ ਗੈਸ ਵਰਤੀ ਜਾਂਦੀ ਹੈ? ਤਾਂ ਉੱਥੇ ਵਰਤੀ ਜਾਂਦੀ ਹੈ ਬਈ ਐਸੀਟਿਲੀਨ ਗੈਸ। ਕਿਹੜੀ ਵਰਤੀ ਜਾਂਦੀ ਹੈ? ਐਸੀਟਿਲੀਨ ਗੈਸ ਵਰਤੀ ਜਾਂਦੀ ਹੈ। ਅੱਛਾ, ਵੈਲਡਿੰਗ ਵਾਸਤੇ ਵੀ ਆਕਸੀ ਐਸੀਟਿਲੀਨ ਗੈਸ ਵਰਤੀ ਜਾਂਦੀ ਹੈ। ਇਹ ਕੁਐਸਚਨ ਵੀ ਮੈਂ ਐਡ ਕਰਨਾ ਭੁੱਲ ਗਿਆ। ਵੈਲਡਿੰਗ ਵਾਸਤੇ ਕਿਹੜੀ ਗੈਸ ਵਰਤੀ ਜਾਂਦੀ ਹੈ? ਗੈਸ ਵੈਲਡਿੰਗ। ਗੈਸ ਵੈਲਡਿੰਗ ਦੇ ਵਿੱਚ ਇਹੀ ਗੈਸ ਵਰਤੀ ਜਾਂਦੀ ਹੈ, ਲਿਖ ਲਿਓ। ਆਕਸੀਜਨ ਤੇ ਐਸੀਟਿਲੀਨ ਦੋਨੋਂ ਵਰਤਦੇ ਆ, ਤਾਂ ਕਰਕੇ ਆਕਸੀ ਐਸੀਟਿਲੀਨ ਆ ਜਾਂਦਾ ਹੈ ਕਈ ਵਾਰ, ਆਕਸੀ ਐਸੀਟਿਲੀਨ, ਠੀਕ ਹੈ। ਦੇਖੋ ਹੁੰਦਾ ਪਤਾ ਕੀ ਹੈ, ਇੱਕ ਕੈਲਸ਼ੀਅਮ ਕਾਰਬਾਈਡ ਹੁੰਦਾ, ਇਹ ਗੈਸ ਨਹੀਂ ਹੁੰਦੀ। ਕੈਲਸ਼ੀਅਮ ਕਾਰਬਾਈਡ ਇੱਕ ਕੋਈ ਐਲੀਮੈਂਟ, ਮਤਲਬ ਤੁਸੀਂ ਕੁਝ ਅਲੱਗ ਚੀਜ਼ ਸਮਝ ਸਕਦੇ ਹੋ, ਠੀਕ ਹੈ। ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਕਰੀ ਜਾਂਦੀ ਹੈ ਕਈ ਦੇਸ਼ਾਂ ਦੇ ਵਿੱਚ, ਠੀਕ ਹੈ। ਕੈਲਸ਼ੀਅਮ ਕਾਰਬਾਈਡ ਵੀ ਕਰਦਾ ਕੀ ਹੈ? ਉਹਨੇ ਇਥੀਲੀਨ ਗੈਸ ਨੂੰ ਪੈਦਾ ਕਰਨਾ ਹੁੰਦਾ ਹੈ। ਜਦੋਂ ਕੈਲਸ਼ੀਅਮ ਕਾਰਬਾਈਡ ਨਮੀ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਇਹ ਐਸੀਟਿਲੀਨ ਗੈਸ ਪੈਦਾ ਕਰਦਾ ਹੈ। ਸੌਰੀ, ਕਿਹੜੀ ਗੈਸ? ਐਸੀਟਿਲੀਨ ਗੈਸ ਪੈਦਾ ਕਰਦਾ ਹੈ। ਤੇ ਐਸੀਟਿਲੀਨ ਗੈਸ ਕੰਮ ਕਿਦਾਂ ਕਰਦੀ ਹੈ? ਜਿਹੜੀ ਨੈਚੁਰਲ ਗੈਸ ਕਰਦੀ ਹੈ, ਇਥੀਲੀਨ, ਠੀਕ ਹੈ। ਐਸੀਟਿਲੀਨ ਗੈਸ ਪੈਦਾ ਕਰਦਾ ਹੈ ਜੋ ਇਸ ਦੇ ਪ੍ਰਭਾਵਾਂ ਵਿੱਚ ਕੁਦਰਤੀ ਪੱਕਣ ਵਾਲੇ ਏਜੰਟ ਇਥੀਲੀਨ ਦੇ ਸਮਾਨ ਹੈ। ਯਾਨੀ ਜਿਹੜੀ ਐਸੀਟਿਲੀਨ ਗੈਸ ਹੈ ਉਹ ਇਥੀਲੀਨ ਦੇ ਬਰਾਬਰ ਹੀ ਹੈ, ਉਹ ਫਲਾਂ ਨੂੰ ਪਕਾ ਦਿੰਦੀ ਹੈ।
ਐਸੀਟਿਲੀਨ ਗੈਸ ਇਥਿਲੀਨ ਵਾਂਗੂ ਕੰਮ ਕਰਦੀ ਹੈ ਤੇ ਪੱਕਣ ਦੀ ਪ੍ਰਕਿਰਿਆ ਨੂੰ ਤੇਜ਼ ਕਰਦੀ ਹੈ। ਮਤਲਬ ਜਿਹੜੇ ਫਲ ਪੱਕਦੇ ਆ ਉਹਦੇ ਵਾਸਤੇ ਜ਼ਿੰਮੇਵਾਰ ਜੇ ਅਸਲੀ ਚ ਦੇਖਦੇ ਆ ਤਾਂ ਆਪਾਂ ਉਹ ਹੁੰਦੀ ਹੈ ਇਥਿਲੀਨ। ਕਿਹੜੀ ਹੁੰਦੀ ਹੈ? ਇਥਿਲੀਨ। ਫਲਾਂ ਨੂੰ ਕੁਦਰਤੀ ਤੌਰ ਤੇ ਪਕਾਉਣ ਵਾਸਤੇ ਇਥਿਲੀਨ ਗੈਸ ਹੁੰਦੀ ਹੈ। ਕਿਹੜੀ? ਇਥਿਲੀਨ। ਪਰ ਕੌਣ ਵੇਟ ਕਰਦਾ ਹੈ? ਕੋਈ ਵੇਟ ਨਹੀਂ ਕਰਦਾ ਹੈ, ਤਾਂ ਆਪਾਂ ਵਰਤਦੇ ਹਾਂ ਐਸੀਟਿਲੀਨ। ਡਾਇਰੈਕਟ ਆਪਾਂ ਐਸੀਟਿਲੀਨ ਗੈਸ ਅੱਜ ਕੱਲ ਵਰਤ ਰਹੇ ਹਾਂ। ਠੀਕ ਹੈ, ਕਈ ਜਗ੍ਹਾ ਐਸੀਟਿਲੀਨ ਨਹੀਂ ਵਰਤਦੇ, ਕਈ ਜਗ੍ਹਾ ਕੈਲਸ਼ੀਅਮ ਕਾਰਬਾਈਡ ਵਰਤ ਰਹੇ ਹੈ। ਕੈਲਸ਼ੀਅਮ ਕਾਰਬਾਈਡ ਕੁਛ ਨਹੀਂ, ਕੈਲਸ਼ੀਅਮ ਕਾਰਬਾਈਡ ਵੀ ਜਦੋਂ ਨਮੀ ਦੇ ਸੰਪਰਕ ਦੇ ਵਿੱਚ ਆਉਂਦਾ ਹੈ ਤਾਂ ਉਹ ਵੀ ਇੱਕ ਗੈਸ ਪੈਦਾ ਕਰ ਦਿੰਦਾ ਹੈ, ਐਸੀਟਿਲੀਨ ਗੈਸ। ਤਾਂ ਐਸੀਟਿਲੀਨ ਗੈਸ ਵੀ ਉਹੀ ਹੈ, ਫਲਾਂ ਨੂੰ ਪਕਾ ਦਿੰਦੀ ਹੈ। ਅੰਡਰਸਟੈਂਡ? ਦੁਬਾਰੇ ਸਮਝੋ। ਕੈਲਸ਼ੀਅਮ ਕਾਰਬਾਈਡ ਨਾਲ ਕਿਵੇਂ ਫਲ ਪਕਾਉਂਦੇ ਆ ਉਹਨੂੰ ਨਾ, ਮਤਲਬ ਜਿਵੇਂ ਕੋਈ ਫਲ ਵਗੈਰਾ ਹੈਗਾ ਉਹਨੂੰ ਪਕਾਉਣਾ ਹੈ, ਉਹਨੂੰ ਇੱਕ ਜਗ੍ਹਾ ਕਿਸੇ ਪੇਟੀ ਵਗੈਰਾ 'ਚ ਬੰਦ ਕਰਕੇ ਕੈਲਸ਼ੀਅਮ ਕਾਰਬਾਈਡ ਉੱਥੇ ਰੱਖ ਦਿੰਦੇ ਆ। ਉਹ ਕੈਲਸ਼ੀਅਮ ਕਾਰਬਾਈਡ ਹੌਲੀ ਹੌਲੀ ਗੈਸ ਪੈਦਾ ਕਰਦਾ ਹੈ ਤੇ ਉਹ ਗੈਸ ਪਕਾ ਦਿੰਦੀ ਹੈ। ਠੀਕ ਹੈ, ਬਟ ਉਹ ਸੇਫ ਤਰੀਕਾ ਨਹੀਂ ਸੀਗਾ। ਉਹਦੇ 'ਚ ਕੋਈ ਫਲ ਜ਼ਿਆਦਾ ਪੱਕ ਗਿਆ, ਕੋਈ ਘੱਟ ਹੋਇਆ, ਉਹ ਪ੍ਰੋਪਰ ਨਹੀਂ ਗੱਲ ਨਹੀਂ ਬਣਦੀ ਸੀਗੀ। ਠੀਕ ਹੈ, ਤੇ ਨਾਲੇ ਉਹ ਫਲਾਂ ਦੇ ਉੱਤੇ ਲੱਗਦਾ ਸੀਗਾ ਤਾਂ ਉਹ ਜ਼ਹਿਰੀਲਾ ਹੁੰਦਾ ਹੈ ਕੈਲਸ਼ੀਅਮ ਕਾਰਬਾਈਡ। ਹੁਣ ਕੀ ਕਰਦੇ ਆ ਅੱਜ ਕੱਲ, ਫਲਾਂ ਨੂੰ ਇੱਕ ਕਮਰੇ 'ਚ ਬੰਦ ਕਰਕੇ ਉਹਦਾ ਇੱਕ ਪ੍ਰੋਪਰ ਟੈਂਪਰੇਚਰ ਕਰ ਦਿੰਦੇ ਆ ਤੇ ਉਹਦੇ 'ਚ ਐਸੀਟਿਲੀਨ ਗੈਸ ਛੱਡ ਦਿੰਦੇ ਆ। ਹੁਣ ਗੈਸ ਤਾਂ ਪੂਰੇ ਕਮਰੇ 'ਚ ਬਰਾਬਰ ਫੈਲ ਜੂਗੀ, ਤਾਂ ਐਸੀਟਿਲੀਨ ਗੈਸ ਥੋੜੇ ਟਾਈਮ ਤੱਕ ਉਹਨੂੰ ਪਕਾ ਦਿੰਦੀ ਹੈ। ਠੀਕ ਹੈ, ਐਸੀਟਿਲੀਨ ਗੈਸ ਜਿਹੜੀ ਇਥਿਲੀਨ ਵਾਂਗੂ ਕੰਮ ਕਰਦੀ ਹੈ। ਇਥਿਲੀਨ ਕੁਦਰਤੀ ਪਕਾਉਂਦੀ ਹੈ ਫਲਾਂ ਨੂੰ। ਠੀਕ ਹੈ, ਤਾਂ ਯਾਦ ਰੱਖਣੀ ਹੈ ਸਾਰੀ ਗੱਲਾਂ। ਨੈਕਸਟ ਹੈ ਜੀ, ਬਾਇਓਗੈਸ ਪੈਦਾ ਕਰਨ ਲਈ ਆਮ ਤੌਰ ਤੇ ਵਰਤੀ ਜਾਂਦੀ ਸਮੱਗਰੀ ਕੀ ਹੈ? ਤਾਂ ਬਾਇਓਗੈਸ ਪੈਦਾ ਕਰਨ ਦੇ ਲਈ, ਬਾਇਓਗੈਸ ਜਿਹੜੀ ਗੋਬਰ ਗੈਸ ਵਗੈਰਾ, ਮਾਰਸੀ ਗੈਸ ਹੈ, ਤਾਂ ਆਪਾਂ ਵਰਤਦੇ ਕੀ ਹੈ ਬਈ? ਐਨੀਮਲ ਵੇਸਟ ਵਰਤਦੇ ਆ, ਗੋਹਾ ਕੂੜਾ ਉਹੀ ਤਾਂ ਵਰਤਦੇ ਆ, ਐਨੀਮਲ ਵੇਸਟ। ਠੀਕ ਹੈ, ਪਸ਼ੂਆਂ ਦੀ ਰਹਿੰਦ ਖੂੰਹਦ ਉਹ ਵਰਤਦੇ ਆ। ਨੈਕਸਟ ਆਓ ਜੀ, ਲਿਓ ਇਹ MCQ ਦੇ ਰੂਪ ਦੇ ਵਿੱਚ ਤਾਂ ਕੁਐਸਚਨ ਖਤਮ ਹੋ ਗਏ। ਹੁਣ ਥੋੜੇ ਬਹੁਤ ਲੰਬੇ ਹੋ ਜਾਣੇ ਸੀਗੇ, ਮੈਂ ਤੁਹਾਨੂੰ ਡਾਇਰੈਕਟ ਇਹ ਦੱਸੇ ਆ ਵੀ ਵਨ ਲਾਈਨਰ ਦੇ ਵਿੱਚ ਐਡ ਕਰੇ ਆ। ਠੀਕ ਹੈ, ਇੱਥੇ ਵੀ ਥੋੜਾ ਹੋ ਜਾਏਗਾ ਵਧੀਆ। ਇਲੂਮੀਨੇਟਡ ਸਾਇੰਸ, ਇਲੂਮੀਨੇਟਡ ਸਾਇੰਸ ਜਿਹੜੇ ਸਿਗਨਲਸ ਵਗੈਰਾ ਹੁੰਦੇ ਆ ਜਿਹੜੇ ਚਮਕਦੇ ਆ, ਹਨਾ, ਉਹਦੇ ਵਿੱਚ ਨਿਓਨ ਗੈਸ ਵਰਤਦੇ ਆ। ਕਿਹੜੀ ਗੈਸ ਵਰਤਦੇ ਆ? ਨਿਓਨ ਗੈਸ। ਫਰਟੀਲਾਈਜ਼ਰ ਇੰਡਸਟਰੀ ਦੇ ਵਿੱਚ ਕਿਹੜੀ ਗੈਸ ਵਰਤੀ ਜਾਂਦੀ ਹੈ? ਫਰਟੀਲਾਈਜ਼ਰ ਹੁੰਦਾ ਖਾਦ। ਫਰਟੀਲਾਈਜ਼ਰ ਜਿਹੜੇ ਆਪਾਂ ਖੇਤਾਂ 'ਚ ਗੇਰਦੇ ਆ, ਯੂਰੀਆ ਵਗੈਰਾ, ਸਾਰਾ ਫਰਟੀਲਾਈਜ਼ਰ ਹੁੰਦੀ ਹੈ ਖਾਦ। ਤਾਂ ਇਹ ਇੰਡਸਟਰੀ ਕਿਹੜੀ ਗੈਸ ਵਰਤਦੀ ਹੈ? ਅਮੋਨੀਆ ਵੀ ਵਰਤਦੀ ਹੈ, ਨਾਈਟ੍ਰੋਜਨ ਵੀ ਵਰਤਦੀ ਹੈ। ਨਾਈਟ੍ਰੋਜਨ ਵੀ ਤੇ ਅਮੋਨੀਆ ਵੀ। ਠੀਕ ਹੈ, ਫॉर ਰੈਫ੍ਰਿਜਰੇਸ਼ਨ ਇਨ ਇੰਡਸਟਰੀਅਲ ਏਰੀਆ। ਦੇਖੋ ਆਪਾਂ ਆਪਣੇ ਰੈਫ੍ਰਿਜਰੇਟਰਾਂ ਦੇ ਵਿੱਚ ਤਾਂ ਫਰੀਓਨ ਵਗੈਰਾ ਵਰਤ ਲੈਂਦੇ ਆ, ਬਟ ਜਿਹੜੀ ਬੜੀ ਬੜੀ ਇੰਡਸਟਰੀਆਂ ਹੁੰਦੀਆਂ ਉੱਥੇ ਬਹੁਤ ਜ਼ਿਆਦਾ ਠੰਡਾ ਪਾਣੀ ਚਾਹੀਦਾ ਹੁੰਦਾ ਹੈ। ਮੰਨ ਲਓ ਕੋਈ ਮਿਲਕ ਦੀ ਇੰਡਸਟਰੀ ਹੋ ਗਈ, ਉੱਥੇ ਬਹੁਤ ਜ਼ਿਆਦਾ ਚਿਲਡ ਵਾਟਰ ਦੀ ਜ਼ਰੂਰਤ ਪੈਂਦੀ ਹੈ। ਤਾਂ ਉਹ ਕਿਹੜਾ ਫਰਿੱਜਾਂ 'ਚ ਚਿਲਡ ਵਾਟਰ ਕਰਦੇ ਫਿਰਾਂਗੇ, ਉਹਨੂੰ ਤਾਂ ਕਈ ਹਜ਼ਾਰ ਲੀਟਰ ਚਾਹੀਦਾ ਹੁੰਦਾ ਹੈ। ਤਾਂ ਉਹਨਾਂ ਨੇ ਪੂਰਾ ਦਾ ਪੂਰਾ ਰੈਫ੍ਰਿਜਰੇਸ਼ਨ ਸਿਸਟਮ ਬਣਾਇਆ ਹੁੰਦਾ ਹੈ, ਉਹਦੇ ਵਿੱਚ ਅਮੋਨੀਆ ਯੂਜ਼ ਹੁੰਦਾ। ਉਸ ਰੈਫ੍ਰਿਜਰੇਸ਼ਨ ਸਿਸਟਮ ਦੇ ਵਿੱਚ ਅਮੋਨੀਆ ਯੂਜ਼ ਹੁੰਦਾ ਹੈ, ਮੇਨਲੀ ਜਿਹੜੀ ਮਿਲਕ ਵਾਲੀ ਇੰਡਸਟਰੀ ਹੈਗੀ ਹੈ। ਠੀਕ ਹੈ, ਫਲੋਰੋਸੈਂਟ ਟਿਊਬਸ, ਫਲੋਰੋਸੈਂਟ ਟਿਊਬ CFL ਟਿਊਬਾਂ ਆਉਂਦੀਆਂ, ਜਾਂ ਪਹਿਲਾਂ ਤੁਸੀਂ ਦੇਖਿਆ ਹੋਣਾ ਇੱਕ ਕੰਚ ਦੀ ਟਿਊਬ ਜੀ ਲੱਗੀ ਹੁੰਦੀ ਸੀਗੀ ਘਰਾਂ ਦੇ ਵਿੱਚ ਕਈਆਂ ਦੇ। ਠੀਕ ਹੈ, CFL ਟਿਊਬ ਹੋ ਗਈ। ਹੁਣ ਦੇਖੋ ਅੱਜ ਕੱਲ ਤਾਂ LED ਆ ਰਹੀ ਹੈ। ਠੀਕ ਹੈ, LED ਤੋਂ ਪਹਿਲਾਂ ਕੰਚ ਦੀ CFL ਟਿਊਬ ਆਉਂਦੀ ਸੀਗੀ। ਠੀਕ ਹੈ, ਤਾਂ CFL ਟਿਊਬ ਦੇ ਵਿੱਚ ਹੀਲੀਅਮ ਗੈਸ ਵਰਤੀ ਜਾਂਦੀ ਸੀਗੀ। ਕਿਹੜੀ? ਹੀਲੀਅਮ ਗੈਸ, ਤੇ ਨਾਲ ਨਾਲ ਮਰਕਰੀ ਦੇ ਕੁਝ ਵੇਪਰਸ। ਮਰਕਰੀ ਮਤਲਬ ਪਾਰਾ, ਪਾਰੇ ਦੇ ਵੇਪਰ ਵਰਤੇ ਜਾਂਦੇ ਸੀਗੇ, ਪਾਰੇ ਦੇ। ਠੀਕ ਹੈ, ਮਰਕਰੀ ਮਤਲਬ ਪਾਰਾ, ਪਾਰੇ ਦੇ ਵੇਪਰ। ਠੀਕ ਹੈ, ਫੂਡ ਪੈਕੇਟ ਬਈ, ਫੂਡ ਪੈਕੇਟ ਸਮਝਿਓ ਨਾ, ਕੁਰਕਰੇ ਚਿਪਸ, ਉਹਦੇ ਵਿੱਚ ਨਾਈਟ੍ਰੋਜਨ ਬਹੁਤ ਇੰਪੋਰਟੈਂਟ ਹੈ, ਡਾਇਰੈਕਟ ਪੁੱਛਿਆ ਜਾਂਦਾ ਹੈ। ਫੂਡ ਪੈਕੇਟਸ ਦੇ ਵਿੱਚ ਕਿਹੜੀ ਗੈਸ ਵਰਤੀ ਜਾਂਦੀ ਹੈ? ਨਾਈਟ੍ਰੋਜਨ, ਬਹੁਤ ਕਾਮਨ ਹੈ। ਬਲਬਸ, ਪਹਿਲਾਂ ਇਲੈਕਟ੍ਰਿਕ ਬਲਬਸ ਆਉਂਦੇ ਸੀਗੇ। ਠੀਕ ਹੈ ਜੀ, CFL ਟਿਊਬਾਂ ਤੋਂ ਵੀ ਪਹਿਲਾਂ 100 ਵਾਟ ਦਾ ਬਲਬ, 0 ਵਾਟ ਦਾ ਬਲਬ, ਉਹੀ ਜੋ ਵੀ ਹੈ। ਆਰਗਨ ਵਰਤਦੇ ਸੀਗੇ ਉਹਦੇ 'ਚ, ਕਿਹੜੀ ਗੈਸ? ਆਰਗਨ। ਨੈਕਸਟ ਆਓ ਜੀ, ਲਾਈਟੈਸਟ ਗੈਸ, ਸਭ ਤੋਂ ਹਲਕੀ ਗੈਸ। ਜੇ ਆਪਸ਼ਨ ਦੇ ਵਿੱਚ ਹਾਈਡਰੋਜਨ ਹੈ ਤਾਂ ਆਪਾਂ ਹਾਈਡਰੋਜਨ ਕਰਾਂਗੇ ਬਈ। ਬਾਈ ਚਾਂਸ ਅਜਿਹਾ ਕੁਐਸਚਨ ਆ ਜੇ ਕਿ ਤੁਹਾਨੂੰ ਪੁੱਛਿਆ ਜਾਏ ਇਹ ਚਾਰ ਗੈਸਾਂ ਦੇ ਵਿੱਚੋਂ ਹਲਕੀ ਗੈਸ ਕਿਹੜੀ ਹੈ, ਤੇ ਹਾਈਡਰੋਜਨ ਆਪਸ਼ਨ ਦੇ ਵਿੱਚ ਹੈ ਹੀ ਨਹੀਂ, ਫਿਰ ਆਪਾਂ ਨੂੰ ਹੀਲੀਅਮ ਕਰਨੀ ਪਏਗੀ ਬਈ, ਸਿੰਪਲ। ਪਹਿਲੇ ਨੰਬਰ ਤੇ ਹਾਈਡਰੋਜਨ ਹੈ, ਦੂਜੇ ਤੇ ਹੀਲੀਅਮ। ਯਾਦ ਰੱਖਣਾ ਹੈ, ਜੇ ਆਪਸ਼ਨ 'ਚ ਹਾਈਡਰੋਜਨ ਹੈ ਤਾਂ ਹਾਈਡਰੋਜਨ, ਨਹੀਂ ਤਾਂ ਹੀਲੀਅਮ। ਨੈਕਸਟ ਆਓ ਜੀ, ਸਭ ਤੋਂ ਭਾਰੀ ਗੈਸ ਰਡਾਊਨ। ਮਾਰਸ ਗੈਸ ਆਪਾਂ ਕਿਹਨੂੰ ਬੋਲਦੇ ਹਾਂ? ਦਲਦਲੀ, ਉਹੀ ਹੈ ਮੀਥੇਨ ਹੈ, CH4। ਗੈਸ ਚੈੱਕਡ ਇਨ ਵਹੀਕਲ ਪੋਲਿਊਸ਼ਨ ਟੈਸਟ, ਧੂਏ ਦੀ ਪਰਚੀ ਬਣਵਾਉਂਦੇ ਆ ਨਾ ਵਾਹਨਾਂ ਦੀ, ਵਹੀਕਲਾਂ ਦੀ, ਉਹਦੇ 'ਚ ਕਿਹੜੀ ਗੈਸ ਚੈੱਕ ਕਰਦੇ ਆ? ਕਾਰਬਨ ਮੋਨੋਆਕਸਾਈਡ ਚੈੱਕ ਕਰੀ ਜਾਂਦੀ ਹੈ। ਗੈਸ ਰਿਸਪੋਂਸੀਬਲ ਫॉर ਡਿਪਲੇਸ਼ਨ ਆਫ ਓਜ਼ੋਨ ਲੇਅਰ, ਓਜ਼ੋਨ ਲੇਅਰ ਨੂੰ ਘਟਾਉਣ ਦੇ ਵਿੱਚ, ਖਤਮ ਕਰਨ ਦੇ ਵਿੱਚ ਕਿਹਦਾ ਯੋਗਦਾਨ ਹੈ? ਕਲੋਰੋਫਲੋਰੋਕਾਰਬਨ ਦਾ। ਕਲੋਰੋਫਲੋਰੋਕਾਰਬਨ ਪਹਿਲਾਂ ਰੈਫ੍ਰਿਜਰੇਸ਼ਨ ਸਿਸਟਮ ਦੇ ਵਿੱਚ ਵਰਤੀ ਜਾਂਦੀ ਸੀਗੀ। ਗੈਸ ਯੂਜ਼ਡ ਫॉर ਐਨਸਥੀਸੀਆ, ਸੁੰਨ ਕਰਨਾ, ਬੇਹੋਸ਼ੀ ਕਰਨਾ, ਐਨਸਥੀਸੀਆ ਕਰਦੇ ਆ ਨਾ ਡਾਕਟਰ, ਡੈਂਟਿਸਟ ਕਰਦੇ ਆ ਸਰਜਰੀ ਦੇ ਦੌਰਾਨ, ਤਾਂ ਨਾਈਟ੍ਰੋਸ ਆਕਸਾਈਡ ਜਿਹਨੂੰ ਆਪਾਂ ਲਾਫਿੰਗ ਗੈਸ ਬੋਲਦੇ ਆ, N2O। ਚਲੋ ਅੱਗੇ ਆਓ ਫਿਰ,
ਟਾਇਰਸ ਆਫ ਐਰੋਪਲੇਨ ਕਿਹੜੀ ਗੈਸ ਵਰਤੀ ਜਾਂਦੀ ਹੈ? ਜਹਾਜ਼ਾਂ ਦੇ ਟਾਇਰਾਂ ਦੇ ਵਿੱਚ ਹੀਲੀਅਮ, ਇੱਕ ਤਾਂ ਹਲਕੀ ਹੁੰਦੀ ਹੈ। ਅੱਛਾ, ਜਿਹੜੀ ਅੱਜ ਕੱਲ ਕਾਰਾਂ ਦੇ ਟਾਇਰਾਂ ਦੇ ਵਿੱਚ ਜਿਹੜੇ ਮਤਲਬ ਐਕਸਪ੍ਰੈਸਵੇ ਤੇ ਕਾਰਾਂ ਚੱਲਦੀਆਂ ਜਾਂ ਜਿਹੜੀ ਸਪੀਡ ਵਾਲੀ ਕਾਰਾਂ ਹੁੰਦੀਆਂ, ਹਾਈ ਸਪੀਡ ਕਾਰਾਂ, ਉਹਨਾਂ ਦੇ ਵਿੱਚ ਨਾਈਟ੍ਰੋਜਨ ਵੀ ਵਰਤ ਰਹੇ ਆ ਬਾਈ। ਟਾਇਰਾਂ ਦੇ ਵਿੱਚ ਅੱਜ ਕੱਲ ਨਾਈਟ੍ਰੋਜਨ ਗੈਸ ਦਾ ਵੀ ਇਸਤੇਮਾਲ ਹੋ ਰਿਹਾ ਹੈ। ਠੀਕ ਹੈ, ਇਹ ਵੀ ਯਾਦ ਰੱਖ ਲਿਓ। ਜਿਹੜੀ ਕਾਰਾਂ ਵੱਡੇ ਵੱਡੇ ਐਕਸਪ੍ਰੈਸਵੇ ਤੇ ਚੱਲਦੀਆਂ, ਠੀਕ ਹੈ, ਕਿਉਂਕਿ ਉਹਨਾਂ 'ਚ ਜੇ ਨੋਰਮਲ ਹਵਾ ਪਾਵਾਂਗੇ, ਉਹ ਨੋਰਮਲ ਹਵਾ ਜਿਹੜੀ ਐਕਸਪੈਂਡ ਹੋ ਕੇ ਕਈ ਵਾਰ ਟਾਇਰ ਫਟ ਜਾਂਦਾ ਹੈ। ਜਦੋਂ ਜ਼ਿਆਦਾ ਸਪੀਡ ਹੋ ਜਾਂਦੀ ਹੈ ਨਾ, ਗਰਮ ਹੋ ਜਾਂਦੀ ਹੈ, ਉਹ ਫੈਲਦੀ ਹੈ, ਐਕਸਪੈਂਡ ਹੁੰਦੀ ਹੈ, ਤਾਂ ਟਾਇਰ ਫਟ ਜਾਂਦਾ ਹੈ। ਹੁਣ ਨਾਈਟ੍ਰੋਜਨ ਗੈਸ ਹੈ ਜਿਹੜੀ ਉਹ ਇਸਤੇਮਾਲ ਕਰ ਰਹੇ ਹੈ। ਠੀਕ ਹੈ, ਤੁਸੀਂ ਦੇਖਿਆ ਹੋਣਾ ਪੈਟਰੋਲ ਪੰਪਾਂ ਵਗੈਰਾ ਤੇ ਨਾਈਟ੍ਰੋਜਨ ਵੀ ਭਰਦੇ ਆ, ਹਨਾ। ਫੇਕ ਸਮੋਕ ਇਨ ਫੰਕਸ਼ਨਸ ਦੇ ਵਿੱਚ ਨਕਲੀ ਦਾ ਧੂਆਂ ਛੱਡਿਆ ਜਾਂਦਾ ਹੈ ਥੋੜਾ ਮਾਹੌਲ ਬਣਾਉਣ ਵਾਸਤੇ, ਹਨਾ। ਤਾਂ ਲਿਕੁਇਡ ਨਾਈਟ੍ਰੋਜਨ ਵਰਤਦੇ ਆ। ਕਿਹੜਾ? ਲਿਕੁਇਡ ਨਾਈਟ੍ਰੋਜਨ। ਸਿਗਰਟ ਦੇ ਲਾਈਟਰ ਹੁੰਦੇ ਆ ਜੀ, ਸਿਗਰਟ ਦੇ ਚਾਹੇ ਬੀੜੀ ਵਾਲੇ ਲਾ ਲਓ, ਲਾਈਟਰ ਜਿਹੜੇ ਅੱਗ ਜਲਾਉਣ ਦੇ ਕੰਮ ਆਉਂਦੇ ਆ, ਬਿਊਟੇਨ ਗੈਸ ਹੁੰਦੀ ਆ ਉਹਦੇ ਚ। ਕੋਲਡ ਡਰਿੰਕ ਦੇ ਵਿੱਚ CO2 ਆਪਾਂ ਕਰ ਚੁੱਕੇ ਹਾਂ ਵੈਸੇ, ਕਾਰਬਨ ਡਾਈਆਕਸਾਈਡ। ਫॉर ਪਿਊਰੀਫਾਈਂਗ ਵਾਟਰ ਕੀ ਚੀਜ਼ ਵਰਤੀ ਜਾਂਦੀ ਹੈ? ਕਲੋਰੀਨ ਵਰਤਦੇ ਆ। ਕਲੋਰੀਨ ਫੁੱਲਾਂ ਦਾ ਰੰਗ ਵੀ ਡਾ ਦਿੰਦੀ ਆ ਬਈ, ਇਹ ਵੀ ਯਾਦ ਰੱਖ ਲਓ। ਫਲਾਵਰਾਂ ਦਾ ਇੱਥੇ ਲਿਖ ਦਿਓ ਰੰਗ ਡਾਉਣ ਵਾਸਤੇ। ਕੀ ਚੱਕਰ ਹੈ? ਰੰਗ ਉਡਾਉਣ ਵਾਸਤੇ, ਡਾਉਣ ਵਾਸਤੇ ਲਿਖ ਲਿਓ। ਫਲਾਵਰਸ ਨੂੰ ਉਹਦਾ ਕਲਰ ਹੈ ਜਿਹੜਾ ਹਟਾ ਦਿੰਦੀ ਹੈ, ਰੰਗ ਡਾ ਦਿੰਦੀ ਹੈ ਕਲੋਰੀਨ ਗੈਸ। ਠੀਕ ਹੈ। ਸਿਗਰਟ ਦੇ ਧੂਏ ਦੇ ਵਿੱਚ ਕਿਹੜੀ ਗੈਸ ਹੁੰਦੀ ਹੈ? ਕਾਰਬਨ ਮੋਨੋਆਕਸਾਈਡ ਉੱਥੇ ਵੀ ਹੁੰਦੀ ਹੈ ਬਈ। ਠੀਕ ਹੈ। ਹਾਈ ਸਪੀਡ ਫੋਟੋਗ੍ਰਾਫੀ ਦੇ ਵਿੱਚ ਕਿਹੜੀ ਗੈਸ ਵਰਤੀ ਜਾਂਦੀ ਹੈ? ਕ੍ਰਿਪਟੋਨ ਵਰਤੀ ਜਾਂਦੀ ਹੈ। ਕਿਹੜੀ? ਕ੍ਰਿਪਟੋਨ ਗੈਸ ਯੂਜ਼ਡ ਇਨ ਫਰਮੈਂਟੇਸ਼ਨ ਆਫ ਸ਼ੂਗਰ ਦੀ ਕਿਣਵਣ ਵਿਧੀ ਦੇ ਵਿੱਚ, ਖਮੀਰੀਕਰਨ ਦੇ ਵਿੱਚ ਕਿਹੜੀ ਗੈਸ ਵਰਤੀ ਜਾਂਦੀ ਹੈ? CO2 ਕਾਰਬਨ ਡਾਈਆਕਸਾਈਡ ਗੈਸ। ਟਾਈਮ ਵਨ ਲਾਈਨਰ ਹੋ ਗਏ, ਕੁਝ ਹੋਰ ਵੀ ਹੈਗੇ ਆ ਅੱਗੇ, ਬਿਲਕੁਲ ਹੈਗੇ ਆ। ਟ੍ਰੀਟਮੈਂਟ ਆਫ ਕੈਂਸਰ ਆਪਾਂ ਦੇਖ ਚੁੱਕੇ ਹਾਂ ਵੈਸੇ ਤਾਂ। ਰੈਡੋਨ ਗੈਸ ਵਰਤੀ ਜਾਂਦੀ ਹੈ। ਗੈਸ ਇਜ਼ ਰਿਸਪੋਂਸਿਬਲ ਫॉर ਡਿਸਕਲਰੇਸ਼ਨ ਮਤਲਬ ਕਲਰ ਨੂੰ ਹਟਾਣਾ, ਡਾਣਾ। ਬਰਾਸ ਹੁੰਦਾ ਹੈ ਕਾਂਸਾ ਨਹੀਂ, ਉਹ ਤਾਂ ਬ੍ਰੋਂਜ ਹੁੰਦਾ ਹੈ, ਹਨਾ। ਬਰਾਸ ਕੀ ਹੁੰਦਾ? ਪਿੱਤਲ ਹੁੰਦਾ ਹੈ ਬਈ, ਪਿੱਤਲ। ਠੀਕ ਹੈ, ਬਰਾਸ ਮਤਲਬ ਪਿੱਤਲ ਦਾ ਡਿਸਕਲਰੇਸ਼ਨ ਵਾਸਤੇ ਕਿਹੜੀ ਗੈਸ ਵਰਤੀ ਜਾਂਦੀ ਹੈ? ਹਾਈਡਰੋਜਨ ਸਲਫਾਈਡ। ਠੀਕ ਹੈ, ਓਕੇ। ਇਹ ਕੁਝ ਪ੍ਰੀਵੀਅਸ ਈਅਰ MCQ ਹੈਗੇ ਆ। ਹੋਰ ਵੀ ਕੋਈ ਜੇ ਮੈਨੂੰ ਮਿਲਿਆ ਤਾਂ ਮੈਂ ਜਦੋਂ ਮੌਕ ਟੈਸਟ ਕਰਾਉਂਗਾ ਉੱਥੇ ਮੈਂ ਐਡ ਕਰ ਦੂੰਗਾ ਗੈਸਾਂ ਦਾ ਕੁਐਸਚਨ। ਠੀਕ ਹੈ ਭਾਈ। ਤੇ ਬਾਕੀ ਵੀਡੀਓ ਕਿਹੋ ਜੀ ਲੱਗੀ ਹੈ, ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਬਾਈ ਫਰੈਂਡਸ ਦੇ ਨਾਲ। ਤੁਹਾਨੂੰ ਪਤਾ ਹੈ ਕੰਟੈਂਟ ਦੇ ਮਾਮਲੇ ਵਿੱਚ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਤੁਹਾਡਾ ਫਰਜ਼ ਬਣਦਾ ਹੈ ਬਾਈ। ਵੀਡੀਓ ਸ਼ੇਅਰ ਕਰਿਆ ਕਰੋ। ਚੈਨਲ ਦੇ ਉੱਤੇ ਨਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਕਮੈਂਟ ਕਰ ਦਿਓ ਵੀਡੀਓ ਕਿਹੋ ਜੀ ਲੱਗੀ ਹੈ। ਨੈਕਸਟ ਸਾਇੰਸ ਦਾ ਕਿਹੜਾ ਟੌਪਿਕ ਕਰਨਾ ਹੈ ਦੱਸੋ? ਸਾਇੰਸ ਦਾ ਅਗਲਾ ਕਿਹੜਾ ਟੌਪਿਕ ਕਰਨਾ ਹੈ ਕਮੈਂਟ ਕਰਕੇ ਦੱਸਿਓ। ਅੱਛਾ, ਇਹ ਪੁਰਾਣਾ ਹੀ ਆ ਗਿਆ। ਚਲੋ, ਮੈਨੂੰ ਇੰਸਟਾਗ੍ਰਾਮ ਤੇ ਤੁਸੀਂ ਫੋਲੋ ਕਰ ਸਕਦੇ ਹੋ ਵੀ, ਅੰਕਿਤ II ਆਏਗਾ। ਠੀਕ ਹੈ, ਅੰਕਿਤ ਸਿੰਘ ਰਾਣਾ ਦੇ ਨਾਂ ਤੋਂ। ਤੇ ਇਹ ਟੈਲੀਗ੍ਰਾਮ ਚੈਨਲ ਆਪਣਾ ਹੈਗਾ ਆ। ਠੀਕ ਹੈ, ਤੇ ਬਾਕੀ ਸਾਇੰਸ ਦਾ ਕੋਰਸ ਹੋ ਗਿਆ ਜਾਂ ਹੋਰ ਵੀ ਕੋਰਸ ਹੈਗੇ ਆ ਜਾਂ ਇਹਦੀ PDF ਵਗੈਰਾ, ਤਾਂ ਉਹ ਤੁਹਾਨੂੰ ਬੈਚ ਦੇ ਵਿੱਚ ਮਿਲਦੀ ਹੈ ਬਈ। ਠੀਕ ਹੈ, ਐਪ ਡਾਊਨਲੋਡ ਕਰ ਸਕਦੇ ਹੋ ਆਪਣੀ, ਪ੍ਰਤਾਪ ਅਕੈਡਮੀ ਐਪ। ਇਹ ਟੈਲੀਗ੍ਰਾਮ ਚੈਨਲ ਜੀ ਪ੍ਰਤਾਪ ਅਕੈਡਮੀ ਦਾ, ਉੱਪਰ ਇੰਪੋਰਟੈਂਟ ਹੈ। ਇਹ 2 ਨੰਬਰ ਹੈਗੇ ਆ, ਇਹ ਵੀ ਇੰਪੋਰਟੈਂਟ ਹੈ ਬਸ। ਠੀਕ ਹੈ, ਬਾਕੀ ਆਪਣੇ ਕੋਰਸ ਹੈਗੇ ਆ, ਦੇਖ ਲਿਓ ਇੱਕ ਵਾਰ। ਕੁਝ ਪੁਰਾਣੀ ਹੈ ਸਾਰੇ, ਹੈ ਨਾ। ਐਕਚੁਅਲੀ ਇਹ PPT ਮੈਂ ਪਹਿਲਾਂ ਬਣਾਈ ਸੀਗੀ, ਮੈਂ ਚੇਂਜ ਕਰਨਾ ਭੁੱਲ ਗਿਆ। ਚਲੋ ਕੋਈ ਗੱਲ ਨਹੀਂ। ਠੀਕ ਹੈ ਬਾਈ, ਤਾਂ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਬਾਈ। ਸ਼ੇਅਰ ਕਰਿਓ, ਸਬਸਕ੍ਰਾਈਬ ਕਰ ਲਓ ਚੈਨਲ ਨੂੰ। ਤੇ ਠੀਕ ਹੈ, ਅਗਲਾ ਟੌਪਿਕ ਦੱਸੋ ਕਮੈਂਟ ਕਰਕੇ ਕਿਹੜਾ, ਹੈ ਨਾ। ਠੀਕ ਹੈ, ਓਕੇ ਬਾਏ, ਥੈਂਕ ਯੂ।